नहीं मिस्टर एक्स भाई मेरी गल सुन, एक मिनट राणा साहब इत्थे मैनूं गल है यार, मैनूं अपनी गल पे चुप जानी, मैं चुप कर जाना। तुसीं गल बहुत दूर लेके जा रहे हो, बहुत दूर लेके मैं लागी पका देनी गल। मैं समझते जे कि गलत है गल, मैं समझदा सही है गल। साडा दोवां दा मुतालबा कोई नहीं, साडा लेना देना वो जाने कर दे जो कर। ਮੈਨੂੰ ਤੇ ਗਾਲਾਂ ਪੈਣ ਦੀਆਂ, ਤੁਸੀਂ ਵੀ ਉੱਥੇ ਗਏ ਸੀ, ਤੁਹਾਡੇ ਬੈਠੀਆਂ ਵੀ ਗਾਲਾਂ ਪਈਆਂ ਸਨ ਤੇ ਮੈਂ ਗਾਲਾਂ ਖਾ ਰਿਹਾ ਤੇ ਮਜ਼ੀਦ ਮੈਂ ਖਾਂਦਾ ਰਹਾਂਗਾ। ਕੋਈ ਗੱਲ ਨਹੀਂ, ਉਹਦਾ ਦਿਲ ਕਰਦਾ ਰੂਸ ਕੱਢੀ ਮੇਰੇ ਵੱਲੋਂ ਮੈਨੂੰ ਫੁੱਲੀ ਇਜਾਜ਼ਤ ਦਿੱਤੀ ਹੈ। ਉੱਥੇ ਮੁਕੰਨਸ ਕੇ ਉੱਥੇ ਮਾਮਾ ਭੈਣ ਦੀਆਂ ਗਾਲਾਂ ਕੱਢੇ, ਮੇਰੇ ਕੋਲ ਰਿਕਾਰਡਿੰਗ ਪਈ ਹੈ ਜਿਹੜੀ ਉਹਨੇ ਅੱਜ ਗੱਲ ਕੀਤੀ। ਜੇ ਆਪਣੇ ਪਿਓ ਦਾ ਤੇ ਤੇਰੇ ਮੁਖੰਨਸ ਸੁਣਨ ਦੇ ਨੂੰ ਤਾਂ ਲਾਓ ਰਿਕਾਰਡਿੰਗ ਕੱਢੀਆਂ, ਜੇ ਮੈਂ ਰਿਕਾਰਡਿੰਗ ਲਾਈ ਹੋਈ ਤੇ ਥੋੜਾ ਦਿਲ ਕਰਦਾ ਕੱਢੀ ਜਾਵਾਂ, ਕੱਢੀ ਜਾਏ ਉੱਥੇ ਬੈਠੇ, ਮੇਰਾ ਕੀ ਜਾਣਦੇ ਉਹ ਭਾਈ। ਖਾਲੀ ਬਲੈਕਮੇਲਿੰਗ ਔਰ ਖਾਲੀ ਕਾਰਡ ਤੇ ਡੰਡੇ ਰਿਕਾਰਡਿੰਗਾਂ ਚਲਾਓ ਉੱਥੋਂ। अच्छा नहीं मैं एक गल चाहता हूं। वालेकुम सलाम जनाब मोहतरम साहब, सिर्फ एक मिनट आ जाओ। मिस्टर एक्स साहब तुसीं इत्थे ही हो ते पीछे टुर गए हो? हाँ जी चौधरी साहब आ जाओ, उत्ते आ जाओ चौधरी साहब, तशरीफ ले आओ। मिस्टर एक्स साहब तुसीं इत्थे ही हो? अच्छा ਹੁਣ ਤੁਸੀਂ ਇਹ ਮੈਨੂੰ ਗੱਲ ਦੱਸੋ ਕਿ ਉਹਨਾਂ ਦਾ ਤਕਾਜ਼ਾ ਇਹ ਵੇ, ਉਹਨਾਂ ਦਾ ਪਹਿਲੇ ਦਿਨ ਤੋਂ ਤਕਾਜ਼ਾ ਹੈ ਵੀ ਉਹਨਾਂ ਕਿਹਾ ਜੀ ਮੈਂ ਸਾਰਿਆਂ ਨੂੰ, ਮੈਂ ਉਹਨਾਂ ਦੀ ਗੱਲ ਕਰ ਰਿਹਾ, ਮੈਂ ਕੋਈ ਆਪਣੇ ਤੋਂ ਗੱਲ ਨਹੀਂ ਐਡ ਕਰ ਰਿਹਾ ਕਿਸੇ ਦੀ। ਉਹਨਾਂ ਦਾ ਤਕਾਜ਼ਾ ਇਹ ਵੀ ਪਹਿਲੇ ਦਿਨ ਤੋਂ ਕਿ ਜਨਾਬ ਮੈਂ 3 ਬੰਦਿਆਂ ਕੋਲੋਂ ਮਾਫੀ ਮੰਗਾਣੀ ਹੈ, ਬਲਕਿ ਉਹਨਾਂ ਲਫ਼ਜ਼ ਇਸਤੇਮਾਲ ਕੀਤੇ ਨੇ ਪੈਰ पे मेरा सिर रगड़ के माफी मंगन, सिर रगड़ के माफी मंगन। ਤੇ ਜਦੋਂ ਉਹ ਮੁਤਾਲਬਾ ਕਰਨ ਚ ਆਜ਼ਾਦ ਨੇ ਤੇ ਫਿਰ ਇਹ ਵੀ ਮੁਤਾਲਬਾ ਕਰਨ ਚ ਆਜ਼ਾਦ ਨੇ। ਫਿਰ ਤੁਸੀਂ ਇਹ ਕਿਉਂ ਕਿਸੇ ਤੇ ਰੋਕ ਲਾਉਂਦੇ ਹੋ ਕਿ ਬਈ ਮੇਰਾ ਮੁਤਾਲਬਾ ਤੇ ਜਾਰੀ ਰਹੇਗਾ ਲੇਕਿਨ ਤੂੰ ਮੁਤਾਲਬਾ ਨਹੀਂ ਕਰ ਸਕਦਾ? ਮਿਸਟਰ ਐਕਸ ਸਾਹਿਬ को मेरी गल समझ आ रही है ਤੁਹਾਨੂੰ कि नहीं? मैं मतलब को अपना पॉइंट बनाया कि नहीं बनाया कि ਤੁਸੀਂ ਲਗਾਤਾਰ 3 ਬੰਦਿਆਂ ਨੂੰ ਕਹਿ ਰਹੇ ਹੋ, 3 ਬੰਦੇ ਮੇਰੇ ਕੋਲ ਆ ਕੇ ਮਾਫੀ ਮੰਗਣ, 3 ਬੰਦੇ ਤੇ ਤੁਹਾਡੇ ਕੋਲ ਜਦੋਂ ਇੱਕ ਬੰਦਾ, ਹਾਲਾਂਕਿ ਤੁਹਾਡੀ ਪਰਸਨਲ ਗੱਲ ਵੀ ਨਹੀਂ, ਉਹ ਕਿਸੇ ਹੋਰ ਲਿਹਾਜ਼ ਨਾਲ ਗੱਲ ਕਰ ਰਿਹਾ, ਉਹ ਮਾਫੀ ਮੰਗਣ ਚ ਉਹ ਹੱਕ ਤੇ ਨਹੀਂ, ਲੇਕਿਨ ਇਹ ਤਿੰਨਾਂ ਕੋ ਆਖਣ ਮਾਫੀ ਮੰਗਣ ਇਹ ਹੱਕ ਤੇ ਨੇ ਔਰ ਇਹਨਾਂ ਦੀ ਸ਼ੁਰੂ ਕੀਤੀ ਹੋਈ ਗੱਲ ਹੈ। अस्सलाम वालेकुम रहमतुल्लाह जी वालेकुम, जैसा की हाल है? अल्हम्दुलिल्लाह जनाब मोहतरम भाई मुबशर भाई लड़दे तुसी पे हो पूरे ਅਸੀਂ ਬਣਦੇ ਪਏ ਆ ਵਿਚਕਾਰ। ਓਏ ਹੋਏ ਕੀ ਹੋ ਗਿਆ ਚਾਚਾ? ਸਾਡੀ ਸੁਣਦੇ ਪਏ ਹੋ ਜਨਾਬ मोहतरम भाई ਸਾਡੇ ਨਾਲ ਬੈਠੇ ਸਭ ਪੁੱਛ ਲੋ ਇਹਨਾਂ ਕੋ ਕੀ ਹੋ ਗਿਆ ਜਨਾਬ? ਤੁਹਾਨੂੰ ਗਲਤ ਕਹਿ ਰਿਹਾ ਤੇ ਕਹਿ ਦਿਓ ਕਿ ਮੈਂ ਗਲਤ ਕਹਿ ਰਿਹਾ। ਜਿਹਨੂੰ ਦੱਸਦੇ ਪਏ ਨਾ ਸਾਡੀ ਗੱਲ ਸੁਣਦੇ ਨੇ ਤੇ ਨਾ ਉਹ ਸਾਡੀ ਗੱਲ ਮੰਨਦੇ, ਕਿੱਧਰ ਜਾਈਏ? नहीं चौधरी साहब देखो, मैं ते ਅਸੀਂ ਤੇ ਬੜੀ ਕੋਈ ਸਾਡੇ ਵੱਲੋਂ ਤੇ ਲੜਾਈ ਅੱਲਾ ਦੀ ਕਸਮ ਕੋਈ ਨਹੀਂ ਹੈ। ਮੈਂ ਇੱਥੇ ਅਠਵਾਲ ਸਾਹਿਬ ਹੁਣੇ ਆ ਜਾਂਦੇ ਨੇ, ਆਜ਼ਾਦ ਰਾਜਪੂਤ ਸਾਹਿਬ ਵੀ ਇੱਥੇ, ਮੈਂ ਆਜ਼ਾਦ ਰਾਜਪੂਤ ਸਾਹਿਬ ਵਾਸਤੇ ਬੇਸਿਕਲੀ ਬਰੋਡ ਲਾਈ ਸੀ ਕਿਉਂਕਿ ਉਹਨਾਂ ਨੂੰ ਮੈਂ ਦੇਖਿਆ ਹੈ ਕਿ ਉਹਨਾਂ ਨੂੰ ਅਸੀਂ ਵੱਡਾ ਬਣਾ ਕੇ ਭੇਜਿਆ ਸੀ ਇੱਥੋਂ। ਉਹਨਾਂ ਨੂੰ ਇਸ ਹੱਦ ਤੱਕ ਅਥਾਰਟੀ ਦਿੱਤੀ ਸੀ ਉਹਨਾਂ ਨੂੰ ਤੇ ਅਠਵਾਲ ਸਾਹਿਬ ਨੂੰ ਕਿ ਜੋ ਕਹਿਣਗੇ ਉਹ ਅਸੀਂ ਮੰਨਾਂਗੇ, ਜੋ ਕਹਿਣਗੇ, ਮਤਲਬ ਉਹਦੇ ਚ ਬਿਲਾ ਮਸ਼ਰੂਤ ਸੀ। ਉਹ ਜਦੋਂ ਆਜ਼ਾਦ ਰਾਜਪੂਤ ਸਾਹਿਬ ਉੱਥੇ ਤਸ਼ਰੀਫ ਲੈ ਕੇ ਗਏ ਨੇ ਤੇ ਅਲੀ ਅਕਬਰ ਸਾਹਿਬ ਨੇ ਗੰਦੀਆਂ ਗਾਲਾਂ ਮੈਨੂੰ, ਬਜ਼ਾਤੇ ਖੁਦ ਮੈਨੂੰ, ਮੇਰੇ ਉਹ ਦੋਸਤ ਨੇ ਬਚਪਨ ਦੇ, ਮੈਨੂੰ ਗੰਦੀਆਂ ਗਾਲਾਂ ਕੱਢੀਆਂ ਸਾਰਾ। ਮੈਨੂੰ ਨਾ ਇੱਕ ਗੱਲ ਕਲੀਅਰ ਕਰ। ਅੱਛਾ ਨਹੀਂ, ਮੈਨੂੰ ਲੈਟ ਮੀ ਫਿਨਿਸ਼ ਫਸਟ, ਮੈਂ ਤੁਹਾਨੂੰ ਲੈਟ ਮੀ ਮੇਕ ਮਾਈ ਪੁਆਇੰਟ ਤੇ ਫਿਰ ਤੁਸੀਂ ਗੱਲ ਕਰ ਲੈਣਾ। ਉਹ ਜਦੋਂ ਉੱਥੇ ਗਾਲਾਂ ਕੱਢੀਆਂ ਸਾਰਾ ਕੁਝ ਹੋਇਆ ਤੇ ਅਠਵਾਲ ਸਾਹਿਬ ਨੂੰ ਵੀ ਵਿੱਚੋਂ ਐਕਸਕਲੂਡ ਕਰ ਦਿੱਤਾ ਗਿਆ ਤੇ ਇਹਨਾਂ ਨੂੰ ਵੀ, ਆਜ਼ਾਦ ਰਾਜਪੂਤ ਸਾਹਿਬ ਨੂੰ ਵੀ ਸਾਰੇ ਮੈਟਰ ਚੋਂ। ਉਸ ਤੋਂ ਬਾਅਦ ਕੀ ਹੁੰਦਾ ਹੈ ਜੀ, ਹੁਣ ਆਜ਼ਾਦ ਰਾਜਪੂਤ ਸਾਹਿਬ ਕੱਲ ਇੱਕ ਬਰੋਡ ਤੇ ਬਹਿੰਦੇ ਨੇ, ਉਹ ਕਹਿੰਦੇ ਨੇ ਕਿ ਮੈਂ ਨਾ ਸੈਫੀ ਮੈਂ ਇਸ ਮਤਲਬ ਕੋਈ ਗੱਲ ਨਹੀਂ ਕਰਨੀ, ਨਾ ਮੈਂ ਤੁਹਾਡੀ ਬਰੋਡ, ਸਾਡੀ ਬਰੋਡ ਤੇ ਉਹ ਕਹਿ ਕੇ ਗਏ ਨੇ, ਨਾ ਮੈਂ ਤੁਹਾਡੀ ਬਰੋਡ ਤੇ ਆਉਣਾ ਨਾ ਮੈਂ ਉਸ ਬਰੋਡ ਤੇ ਜਾਣਾ। ਲੇਕਿਨ ਜੇ ਤੇ ਉਹ ਨਿਊਟਰਲ ਹੁੰਦੇ ਤੇ ਬਿਲਕੁਲ, ਹੁਣ ਉਸ ਬਰੋਡ ਤੇ ਉਹ ਕੀ ਲੈਣ ਬੈਠੇ ਸਨ ਜੀ? ਫਿਰ ਇਹਦਾ ਮਤਲਬ ਹੈ ਕਿ ਉਹ ਪਾਰਟੀ ਬਣ ਰਹੇ ਨੇ ਜਾਂ ਉਹ ਪਹਿਲੀ ਵਾਰੀ ਵੀ ਉਹ ਬਾਇਸਡ ਸਨ। ਫਿਰ ਮੈਨੂੰ ਤੇ ਉਹਨਾਂ ਚ ਗੱਲ ਚ ਮਿਲਦੀ। ਸਾਡੀ ਗੱਲ ਖਤਮ ਹੋ ਜਾਏ ਫਿਰ ਮੈਂ ਗੱਲ ਨਹੀਂ ਚੌਧਰੀ ਸਾਹਿਬ ਇੱਕ ਸੈਕਿੰਡ ਤੇ ਇੱਕ ਪੁਆਇੰਟ ਮੇਰਾ ਛੋਟਾ ਜਿਹਾ ਇਜਾਜ਼ਤ ਹੋਵੇ ਤੇ। ਹਾਂਜੀ 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 ਇਹ ਵੇਖੋ ਮੁਬਸ਼ਰ ਸਾਹਿਬ, ਜਦੋਂ ਮੈਂ ਉਸ ਬਰਾੜ ਤੇ ਗਿਆ ਵਾ ਨਾ, ਠੀਕ ਹੈ, ਮੈਂ ਉੱਥੇ ਗੱਲ ਕਰਦਾ ਪਿਆ ਵਾ, ਉਹਨਾਂ ਨੇ ਆ ਕੇ ਉੱਤੇ ਆਏ ਨੇ ਆਜ਼ਾਦ ਰਾਜਪੂਤ ਸਾਹਿਬ, ਉਹਨਾਂ ਨੇ ਕਿਹਾ ਕਿ ਮੈਂ ਉੱਤੇ ਆਣਾ ਨਹੀਂ ਸੀ ਆ, ਲੇਕਿਨ ਜਨਾਬ मोहतरम ਨੇ ਜੋ ਗੱਲ ਕੀਤੀ ਹੈ ਨਾ ਇਹਦੀ ਵਜ੍ਹਾ ਤੋਂ ਮੈਂ ਉੱਤੇ ਆਇਆ ਵਾ। ਉਹਨਾਂ ਨੇ ਕੋਈ ਗੱਲ ਕੀਤੀ, ਆਪਣੀ ਗੱਲ ਕਿਹਾ ਕਿ ਉਹ ਫੌਰਨ ਹੀ ਬਰਾੜ ਤੋਂ ਉਤਰ ਗਏ ਨੇ। ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਉਹ ਉੱਤੇ ਬੈਠੇ ਰਹੇ ਨੇ ਕਿੰਨੀ ਦੇਰ ਬੈਠੇ ਹੋਣਗੇ। ਮੇਰੀ ਗੱਲ ਜਵਾਬ ਦੇ ਕੇ ਤੇ ਚਲੇ ਗਏ। ਤੁਸੀਂ ਮੈਨੂੰ ਪਹਿਲੂ ਵੀ ਮੌਕਾ ਦਿੱਤਾ, ਹੁਣ ਦੇ ਮੌਕਾ ਜਾਂ ਨਹੀਂ ਦੇਣਾ? ਸੈਵੀ ਸ਼ਹਜ਼ਾਦੇ ਇੱਕ ਸੈਕਿੰਡ ਸਿਰਫ, ਮੈਂ ਉਸ ਤੋਂ ਬਾਅਦ ਚਲੇ ਜਾਣਾ ਹੈ। ਤੁਹਾਡੇ ਚਾਚਾ ਨੇ, ਉਹਨਾਂ ਨੂੰ ਗੱਲ ਕਰ ਲਾਂਗੇ। ਹਾਂਜੀ
सैफी एन जी कि मेरे सामने डायरेक्ट 101 अली अकबर साहब ने जिहड़ा आख्या उन्हें मुबशर भाई ने कहा मुबशर बाकी सारे मेरे भाई ने मीर साहब उस तो बाद भट्ट साहब उन्हें कहा मेरे मेहंदी भाई ने मेरा दिल साफ है उन्होंने बारे तुसी कह रहे हो उन्होंने ਤੁਹਾਨੂੰ ਗਾਲਾਂ ਕੱਢੀਆਂ ਮੈਨੂੰ ਗਾਲਾਂ ਕੱਢੀਆਂ ਦੀ ਗੱਲ ਜੇ ਇਹ ਇਹਨਾਂ ਗਾਲਾਂ ਕੱਢੀਆਂ ਜੇ ਮੈਂ ਪਰਸੋਂ ਕਿ 3 ਦਿਨ ਪਹਿਲੇ ਜਦੋਂ ਆਜ਼ਾਦ ਰਾਜਪੂਤ ਸਾਹਿਬ ਤੇ ਠਵਾਲ ਸਾਹਿਬ ਗਏ ਨੇ ਉੱਥੇ ਗੱਲ ਲੈ ਕੇ ਸਾਡੀ ਕਿ ਅਸੀਂ ਕਿਹਾ ਸੀ ਕਿ ਬਿਲਾ ਮਸ਼ਰੂਤ ਸੁਲ੍ਹਾ ਕਰਨੇ ਨਾ ਸਾਡੇ ਵੱਲੋਂ ਸ਼ਰਤ ਨਾ ਤੁਹਾਡੇ ਵੱਲੋਂ ਸ਼ਰਤ ਸੁਲ੍ਹਾ ਕਰੋ ਅਸੀਂ ਦੋਵਾਂ ਵੱਡਿਆਂ ਦੇ ਹੱਥ 'ਚ ਡੋਰ ਫੜਾਈਏ ਸਾਡੀ ਆਪਣੀ ਕਿ ਉਹ ਜਾਣਨ ਤੇ ਤੁਸੀਂ ਜਾਣੋ ਤੇ ਗੱਲ ਨੂੰ ਮੁਕਾਓ क्या तुसी ਮੈਨੂੰ इजाजत देंदे मैं गल पूछ सका भाई अकबर ਨੂੰ बिल्कुल पूछो बिल्कुल जरूर पूछो जरूर मेरे सामने तो ने क्या मेरे भाई ने नहीं वो भाई बाद ਚ ਬਣੇ ਨੇ ਜਦੋਂ ਹਾਂ ਉਹ ਤੀਜੀ ਵਾਰੀ ਹੈ ਮੇਰੀ ਮਾਂ ਭੈਣ ਪੁਣ ਕੇ ਤੇ ਫਿਰ ਮੇਰੇ ਭਾਈ ਬਣ ਗਏ ਨੇ ਇਹ ਤੀਜੀ ਵਾਰੀ ਹੋਇਆ ਜੇ ਮੈਂ ਤੇ ਕੰਟੀਨਿਊਸਲੀ ਕਿਹਾ ਤੁਸੀਂ ਚੌਧਰੀ ਸਾਹਿਬ ਸਾਡਾ ਲਹਿਜਾ ਸਖਤ ਹੋ ਸਕਦਾ ਹੈ ਲੇਕਿਨ ਕਿਆ ਤੁਸੀਂ ਐਸ ਬਰੋਡ ਤੇ ਕਦੀ ਗਾਲ ਨਿਕਲਦੀ ਵੇਖੀ ਕਿ ਮੈਂ ਲਹਿਜਾ ਸਖਤ ਹੋ ਸਕਦਾ ਹੈ ਆਪਸ ਚ ਆਰਗੂਮੈਂਟ ਹੋ ਜਾਂਦਾ ਇੱਕ ਦੂਜੇ ਨਾਲ ਬੰਦਾ ਹੋ ਸਕਦਾ ਵੇਖੋ ਜੀ ਜੇ ਗੱਲ ਕਰਨੀ ਹੈ ਥੋੜੀ ਜਿਹੀ ਵੀ ਕਰ ਲਾਂਗਾ ਨਹੀਂ ਤੁਸੀਂ ਸੈਫੀ ਸਾਹਿਬ ਨੂੰ ਇਜਾਜ਼ਤ ਦਿਓ ਨਾ ਪਹਿਲੇ ਸੈਫੀ ਸਾਹਿਬ ਨੂੰ ਇਜਾਜ਼ਤ ਦਿਓ ਗੱਲ ਇਸ ਤੋਂ ਨਹੀਂ ਕਰਨੀ ਤੁਸੀਂ ਮੇਰਾ ਫੋਨ ਕੋ ਨਹੀਂ ਚੁੱਕਿਆ ਕੱਲ 2 ਦਫਾ ਮੈਂ ਨਹੀਂ ਚੁੱਕਣੀ ਮੈਨੂੰ ਨਹੀਂ ਪਤਾ ਆਪਣਾ ਤੁਹਾਡੀ ਗੱਲ ਕਿਸ ਵੇਲੇ ਮੈਂ ਚੁੱਕ ਲੈ ਚਲੋ ਅੰਗਰੇਜ਼ੀ ਫਿਰ ਕਰ ਲਿਓ ਮਿੰਦੋ ਜੀ ਗੱਲ ਕਰ ਲੈਂਦੇ ਜੀ ਸਰ 1122 ਆ ਗਿਆ ਤੁਹਾਨੂੰ ਮੈਨੂੰ ਸਾਹਿਬ 1122 ਆ ਗਿਆ ਤੁਹਾਨੂੰ ਬਿਲਕੁਲ ਨਹੀਂ ਗੱਲ ਕਰਨੀ ਯਾਰ ਇੱਕ ਮਿੰਟ ਦੇ ਨੰਬਰ ਮੈਂ ਸੁਣਸਤੇ ਕਿ ਬੋਲ ਨੰਬਰ ਲੈ ਲਓ ਸ਼ਹਜ਼ਾਦੇ ਤੁਹਾਡੇ ਕੋਲ ਦੋ ਦਿਨ ਗੱਲ ਨਹੀਂ ਤੁਸੀਂ ਮੈਨੂੰ ਫੋਨ ਕੀਤਾ ਜਿਸ ਦਿਨ ਅੱਧੇ ਘੰਟੇ ਗੱਲ ਹੋਈ ਚਲੋ ਨਾ ਜਰਾ ਹੁਣ ਕਾਲ ਕਰੋ ਮੈਂ ਵੇਖਾਂ ਕਿਹੜਾ ਮੈਂ ਵੇਖਾਂ ਕਿ ਨਹੀਂ ਕਰਨਾ ਉੱਤੇ ਮੈਸੇਜ ਆ ਠੀਕ ਹੈ ਮੈਨੂੰ ਉਹ ਨਹੀਂ ਯਾਰ ਕੋਈ ਨਹੀਂ ਗੱਲ ਮੈਂ ਬਾਅਦ ਚ ਕਰ ਲੈਣੀ ਨਹੀਂ ਮੈਨੂੰ ਮੈਂ ਮੋਸਟਲੀ ਕਾਲ ਬੈਕ ਕਰ ਲੈਣਾ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਮੈਨੂੰ ਡਾਇਰੈਕਟ ਕੀਤੀ ਹੈ WhatsApp ਤੇ ਡਾਇਰੈਕਟ ਕੀਤੀ ਹਾਂ ਡਾਇਰੈਕਟ ਕੀਤੀ ਹੋਣੀ ਹੈ ਨਾ ਫਿਰ ਮੈਨੂੰ ਪਤਾ ਮੈਨੂੰ ਤਾਂ ਨੰਬਰ ਪਤਾ ਸੀ ਤੁਸੀਂ ਜਿਹੜਾ ਤੁਹਾਨੂੰ ਤੁਸੀਂ ਮੈਨੂੰ ਕਰ ਲਓ ਮੇਰਾ ਚਲੋ ਸੈਫੀ ਭਾਈ ਤੁਸੀਂ ਕਰੋ ਗੱਲ ਸੈਫੀ ਤੇਰਾ ਸ਼ੁਕਰੀਆ ਨਹੀਂ ਕਾਲਾਂ ਦੀ ਕਰ ਲਓ ਤੁਸੀਂ ਗੱਲ ਕਾਲਾਂ ਦੀ ਇੱਕ ਮਿੰਟ ਗੱਲ ਕਰ ਲੈਣ ਦਿਓ ਯਾਰ ਗੱਲ ਕਲੀਅਰ ਹੋਣੀ ਚਾਹੀਦੀ ਮੈਂ ਤੁਹਾਡਾ ਉਹ ਨੰਬਰ ਸੇਵ ਨਹੀਂ ਸੀ ਕੀਤਾ ਤੁਸੀਂ ਕਿਹਾ ਜੀ ਮੇਰਾ ਦੂਜਾ ਨੰਬਰ ਇੱਕ ਮੈਂ ਵੀ ਉੱਥੋਂ ਕਾਲ ਕਰੂੰ ਮੈਂ ਉਹ ਸੇਵ ਕਰਾਂਗਾ ਕਿਉਂਕਿ ਮੈਂ ਵੇਖੋ ਬੇਈਮਾਨ ਆਦਮੀ ਹੈ ਹਾਂ ਉਹ ਮੈਂ ਤੁਹਾਡਾ ਨੰਬਰ ਹੀ ਸੇਵ ਕੀਤਾ ਨਾ ਓਕੇ ਹਾਂਜੀ ਮੈਂ ਤੁਹਾਨੂੰ ਕਿਹਾ ਕਿ ਤੁਸੀਂ ਕਹੀਏ ਇਹ ਮੇਰਾ ਖਾਸ ਨੰਬਰ ਹੈ ਜਿਹੜਾ ਮੈਂ ਪ੍ਰਾਈਵੇਟ ਹੈ ਤੇ ਇਹ ਨੰਬਰ ਮੈਂ ਕਿਹਾ ਮੇਰੇ ਕੋਲ ਸੇਵ ਹੋਏਗਾ ਤੇ ਬੰਦਾ ਬਾਈ ਮਿਸਟੇਕ ਕਿਤੇ ਵੀ ਮਿਲ ਜਾਂਦਾ ਵਿੱਚ ਤੇ ਇਸ ਵਜ੍ਹਾ ਤੋਂ ਮੈਂ ਸੇਵ ਨਹੀਂ ਕੀਤਾ ਉਹ ਸਹੀ ਹੈ ਤੇ ਬਾਕੀ ਮੈਂ ਯਾਰ ਮੁਬਸ਼ਰ ਸੈਫੀ ਮੈਨੂੰ ਬਹੁਤ ਪਿਆਰਾ ਹੈ ਉਹ ਮੇਰਾ ਭਤੀਜਾ ਹੈ ਮੇਰੇ ਦੋਸਤ ਦਾ ਭਤੀਜਾ ਹੈ ਤੇ ਮੇਰਾ ਵੀ ਭਤੀਜਾ ਹੀ ਹੋਇਆ ਨਾ ਬਿਲਕੁਲ ਇਸ ਲਈ ਮੈਨੂੰ ਬਹੁਤ ਅਜ਼ੀਜ਼ ਹੈ ਤੇ ਸੈਫੀ ਕੋ ਗੱਲ ਕਰ ਵੀ ਰਿਹਾ ਹੈ ਚੰਗੀ ਮਾਰੀ ਮੈਂ ਕਦੀ ਵੀ ਤੂੰ ਸੈਫੀ ਤੂੰ ਤਾਂ ਕਿਹਾ ਤੇਰੀ ਕਦੀ ਗੱਲ ਟੋਕੀ ਵੀ ਬਿਲਕੁਲ ਨਹੀਂ ਚੌਧਰੀ ਸਾਹਿਬ ਇਹ ਥੋੜਾ ਜਿਹਾ ਨਾ ਤੁਹਾਨੂੰ ਮੇਰਾ ਖਿਆਲ ਹੈ ਤੁਹਾਨੂੰ ਵਿੱਚ ਥੋੜਾ ਜਿਹਾ ਮੇਰਾ ਖਿਆਲ ਹੈ ਦੇਖੋ ਮੇਰੀ ਇਹ ਜ਼ਾਤੀ ਖਿਆਲ ਹੈ ਇਹਦੇ ਚ ਕਿਸੇ ਤਰ੍ਹਾਂ ਵੀ ਕੋਈ ਆਪਣਾ ਹੋਰ ਗੱਲ ਨਹੀਂ ਹੈ ਬਿਲਕੁਲ ਮੇਰਾ ਜ਼ਾਤੀ ਹੈ ਹੁਣ ਤੁਹਾਨੂੰ ਵੇਖ ਕੇ ਖਿਆਲ ਆਇਆ ਮੈਂ ਹੈਰਾਨ ਦੱਸੋ ਆ ਰਹੀ ਕਿ ਉਹ ਬੰਦੇ ਨੇ ਬੜੀ ਮੁਹੱਬਤ ਨਾਲ ਤੇਰਾ ਨਾਮ ਲਿਆ ਸੀ ਯਾਰ ਮੁਹੱਬਤ ਮੈਂ ਉਹ ਗੱਲ ਮੈਂ ਵੀ ਉਹਨਾਂ ਦਾ ਨਾਮ ਕੋਈ ਬਦਤਮੀਜ਼ੀ ਨਾਲ ਲਿਆ ਚੌਧਰੀ ਸਾਹਿਬ ਨਹੀਂ ਮੇਰੇ ਭਾਈ ਨੇ ਇਹ ਸੁਣਨ ਤੋਂ ਬਾਅਦ ਮੈਂ ਤੁਹਾਨੂੰ ਦੱਸਦਾ ਦਿਓ ਸਭ ਨੂੰ ਜੋ 1 ਮਿੰਟ ਦਿਓ ਸਾਹਿਬ 1 ਮਿੰਟ ਖਲੋ ਉਹ ਤੁਹਾਨੂੰ ਦੱਸਦੇ ਆ ਇੱਕ ਮਿੰਟ ਗੱਲ ਇਹ ਕਿ ਕੱਲ ਵੀ ਇੱਕ ਗੱਲ ਹੋਈ ਹੈ ਮੈਂ ਨਾ ਹੁਣ ਗੱਲ ਫਿਰ ਵੱਧ ਜਾਣੀ ਫਾਇਦਾ ਕੋਈ ਨੂੰ ਛੱਡ ਦਿੰਦੇ ਐਕਸ ਭਾਈ ਤੁਸੀਂ ਕੀ ਫਰਮਾ ਰਹੇ ਸੀ ਕਿ ਉਹ ਮਾਫੀ ਵਾਲਾ ਮੁਤਾਲਬਾ ਨਹੀਂ ਕਰਨਾ ਚਾਹੀਦਾ ਇਹ ਕਹਿੰਦੇ ਸੀ ਤਾਂ ਅੱਗੇ ਆਓ ਜਰਾ ਮੈਂ ਇਹ ਆਨਾ ਪਿਆ ਕਿ ਮਾਫੀ ਉਹ ਮੰਗੇ ਰੱਬ ਕੋਲੋਂ ਉਹ ਜਿਸ ਤਰ੍ਹਾਂ ਮੰਗੇ ਇਹ ਤੁਸੀਂ ਆਂਦੇ ਹੋ ਨਾ ਗੱਲ ਸੁਣ ਲਓ ਪੂਰੀ ਹੋਣ ਤੇ ਨਹੀਂ ਮੈਂ ਹੁਣ ਗੱਲ ਮੁਕਾਉਣ ਲੱਗਾ ਨਾ ਗੱਲ ਜੁਮਲਾ ਸੁਣ ਲਓ ਪੂਰਾ ਤੇ ਫਿਰ ਕਰ ਲਿਆ ਮੈਂ ਤੁਹਾਡੇ ਨਾਲ ਸ਼ਾਮਲ ਹੋਊਂਗਾ 1122 ਭਾਈ ਤੁਹਾਡੀ ਬੜੀ ਮਿਹਰਬਾਨੀ ਹੈ ਕਿ ਅਗਰ ਤੁਸੀਂ ਜਿਹੜੀ ਬਰਾਤ ਲਾਈ ਸੀ ਨਾ ਮੈਂ ਆਪਣੇ ਦੋਵੇਂ ਹੱਥ ਜੋੜ ਕੇ ਤੁਹਾਡੇ ਕੋਲ ਇਹ ਕਹਿੰਦਾ ਕਿ ਪਲੀਜ਼ ਉਹ ਜਿਹੜਾ ਮੁਤਾਲਬਾ ਕਰਨ ਦੀ ਜੁਰਨਾ ਛੱਡ ਕਿਹੜਾ ਮੁਤਾਲਬੇ ਦਾ ਨਾਮ ਲਵੋ ਕਿਹੜਾ ਮੁਤਾਲਬਾ ਜਿਹੜਾ ਵੀ ਤੁਸੀਂ ਉੱਥੇ ਆਪਣੀ ਬਰਾਤ ਲਾਈ ਹੈ ਕਿ ਇਹ ਮਾਫੀ ਮੰਗੇ ਤੇ ਸਾਨੂੰ ਇਸੇ ਆਸਤੇ ਮੈਂ ਇਹਨਾਂ ਨੂੰ ਮੁਖੰਨਸ ਕਹਿਣਾ ਨਹੀਂ ਉਹਦੀ ਜਿਹੜੀ ਸਾਖੀ ਜਿਹੜੀ ਤੁਸੀਂ ਕਹਿੰਦੇ ਜੇ ਕਿ ਉਹਦੀ ਵੀਡੀਓ ਬਣਾ ਕੇ ਦੇ ਕੇ ਮੈਂ ਮਾਫੀ ਮੰਗੀ ਹੈ ਤੇ ਉਹ ਜਿਹੜੀ ਹੈ ਮਤਲਬ ਉਹਨੂੰ ਮਤਲਬ ਜਾਣ ਦਿਓ ਉਹ ਜਾਣੇ ਤੇ ਉਹਦਾ ਰੱਬ ਜਾਣੇ ਛੱਡ ਦਿਓ ਇਸ ਦਾ ਅੱਛਾ ਮੈਂ ਜਦੋਂ ਜਿੰਨਾ ਮੇਰੇ ਆਪਣਾ ਰਾਣਾ ਸਾਹਿਬ ਚੌਧਰੀ ਆਵੇ ਨਾ ਚੁੱਕਣਾ ਨਹੀਂ ਕਿਸੇ ਨਹੀਂ ਸਾਨੂੰ ਕਾਹਦਾ ਕੋਈ ਨਹੀਂ ਅਸੀਂ ਕਿਸੇ ਬੰਦੇ ਨਾਲ ਨਹੀਂ ਕਰਨੀ ਫੈਮਿਲੀ ਨੂੰ ਸਬਰ ਦੇਵੇ ਚੌਧਰੀ ਸਾਹਿਬ ਸਾਡੇ ਵੱਲੋਂ ਆਲ ਦਾ ਸਾਰੀ ਕੰਡੋਲੈਂਸਸ ਅੱਲਾਹ ਤਾਲਾ ਨੂੰ ਸਬਰ ਦੇਵੇ ਤੇ ਅੱਲਾਹ ਥੈਂਕ ਯੂ ਹੁਣ ਅਚਾਨਕ
ਓਕੇ ਇੱਕ ਤੇ ਇਹ ਵੇ ਕਿ ਰਾਣਾ ਸਾਹਿਬ ਮੈਂ ਥੋੜੀਆਂ ਕੋ ਕਹ ਲੋ ਕਿ ਇਹ ਤੁਹਾਨੂੰ ਪਤਾ ਬਰਾੜ ਲਾ ਕੇ ਕਿਤੇ ਚਲਾ ਗਿਆ ਸਾਂ ਤੇ ਹੁਣੇ ਮੇਰੇ WhatsApp ਦੇ ਉੱਤੇ ਵੀਡੀਓ ਵੀ ਆਈਆਂ ਨੇ। ਕੁਛ ਲੋਕ ਨਾ ਉੱਥੇ ਇੱਕ ਤੇ ਸਾਡੇ ਬਿਆਨਾਤ ਨੂੰ ਤੇ ਸਾਡੀ ਗੱਲਾਂ ਨੂੰ ਗਲਤ ਕੋਟ ਕਰ ਰਹੇ ਨੇ, ਆਪਣੀਆਂ ਬਰਾਡਾਂ ਦੇ ਉੱਤੇ ਗਲਤ ਪੇਸ਼ ਕਰ ਰਹੇ ਨੇ। ਉਹਦੇ 'ਚ ਮੁਖਾਲਫੀਨ ਵੀ ਨੇ, ਠੀਕ ਹੈ, ਸਾਡੇ ਆਪਣੇ ਵੀ ਕੁਛ ਨੇ, ਉਹ ਗਲਤ ਮਤਲਬ ਬਣਾ ਕੇ ਉੱਤੇ ਤੇ ਉਹ ਬਿਆਨ ਕਰ ਰਹੇ ਨੇ। ਤੇ ਦੂਸਰਾ ਇਹ ਵੇ ਕਿ ਮੇਰੇ ਕੋਲ ਕੁਛ ਆਡੀਓ ਨੇ ਜਿਹਦੇ ਵਿੱਚ ਹੁਣ ਜਸਟੀਫਿਕੇਸ਼ਨ ਜਿਹੜੀ ਹੈ ਨਾ, ਜਿਹੜੀ ਮੈਂ ਗੱਲ ਕੀਤੀ ਸੀ ਕਿ ਜਸਟੀਫਿਕੇਸ਼ਨ ਕੋਈ ਬੰਦੇ ਉਸ ਗੱਲ ਦੇ ਉੱਤੇ ਦੇ ਰਹੇ ਨੇ ਕਿ ਉਹਨੇ ਜਿਹੜੀ ਗੱਲ ਕੀਤੀ ਉਹ ਬਿਲਕੁਲ ਠੀਕ ਕੀਤੀ ਹੈ। ਉਹਦੇ ਵਿੱਚ ਨਾਲ ਇਹ ਕਹਿ ਰਹੇ ਨੇ ਕਿ ਡਰਾਪ ਕਰ ਦੇਗਾ ਤੂੰ ਡਰਾਪ ਕਰ ਸਕਦਾ ਇਸ ਗੱਲ ਦਾ, ਡਰਾਪ ਕਰ ਸਕਦਾ। ਓਏ ਇਸ ਮੁਖੰਨਸ ਨੂੰ ਕਹ ਉਹ ਚਲਾ ਨਾ, ਮੁਖੰਨਸ ਗੱਲਾਂ ਨਾ ਕਰੋ, ਆਡੀਓ ਚਲਾ ਕੇ ਰਾਣਾ ਸਾਹਿਬ ਉਹਨਾਂ ਦਾ ਪੁਆਇੰਟ ਕਹਿੰਦਾ ਜਦੋਂ ਵੇਖੋ ਐਕਸ ਭਾਈ ਦੀ ਮੌਤ ਦਾ ਮਨਿਆ ਸਾਡੇ ਭਾਈ ਨੇ ਸਾਰੇ ਜੋ ਕਹਿੰਦੇ ਨੇ ਛੱਡ ਦਿਓ ਯਾਰ ਗੱਲ ਨੂੰ। ਕਰਾਂਗਾ ਮੇਰੀ ਗੱਲ ਸੁਣ ਰਾਣਾ ਸਾਹਿਬ, ਤੁਸੀਂ ਭਾਈ ਹੋ ਆਪਣੇ, ਮੁਬਸ਼ਰ ਰਜ਼ਾ ਸਾਹਿਬ ਵੀ ਭਾਈ ਨੇ, ਮਿਸਟਰ ਅਕਸਰ, ਅਗਰ ਤੁਸੀਂ ਕਹੋ ਕਿ ਇੱਥੇ ਨਹੀਂ ਕਰਨੀ ਗੱਲ, ਯਕੀਨ ਮੰਨੋ ਸ਼ਟਰ ਬੰਦ ਨਹੀਂ ਕਰਾਂਗਾ। ਕਰ ਦਿਓ ਸ਼ਟਲ ਬੰਦ, ਸ਼ਟਰ ਬੰਦ ਕਰ ਦਿਓ। ਮੇਰਾ ਖਿਆਲ ਆ ਕਿ ਬੰਦ ਕਰ ਹਾਂ ਨਹੀਂ ਸਾਰੇ ਕਰ ਦਿਓ ਨਾ, ਛੱਡ ਦਿਓ ਨਾ ਖਾਣਾ ਛੱਡੋ। ਹਾਂ ਠੀਕ ਹੈ, ਕੋਈ ਮਸਲਾ ਅੱਛਾ ਇਹ ਅਰਦਾਸ ਸਾਹਿਬ ਆਏ ਨੇ ਤੁਹਾਡੇ ਕੰਮ ਯਾਰ ਮੇਰੇ ਭਾਈ ਨੇ 100 ਗੰਢੇ ਵੀ ਖਾਣੇ ਨੇ ਤਾਂ 100 ਜੁੱਤੀਆਂ ਵੀ ਨਾ ਖਾ ਕੇ ਤੇ ਬਾਅਦ ਚ ਬੰਦਾ ਕੋਈ ਹੋਰ ਵੀ ਆਇਆ ਹੁੰਦਾ। ਪਹਿਲੇ ਤੇ ਡਿਪਟੀ ਸਾਹਿਬ ਆਏ ਨੇ, ਡਿਪਟੀ ਸਾਹਿਬ ਨਾਲ ਅਸੀਂ ਸਲਾਮ ਨਹੀਂ ਲਿਆ, ਡਿਪਟੀ ਸਾਹਿਬ ਦੀ ਸ਼ਾਨ 'ਚ ਗੁਸਤਾਖੀ ਹੋ ਰਹੀ ਹੈ। ਗਟਰ ਬੰਦ ਲੈਣ ਦਿਓ, ਜਦੋਂ ਤੁਸੀਂ ਤੇ ਨਾਰਮਲ ਪੁਲਿਸ ਵਾਲੇ ਹੋ ਤੇ ਉਹ ਡਿਪਟੀ ਨੇ, ਯਾਰ ਕਰੋ ਨਾ ਕੰਮ ਜਿਹੜਾ ਤੁਹਾਨੂੰ ਕਿਹਾ ਉਹ ਕਰ ਸਕਦੇ ਹੋ। ਨਾਲ ਨਾਲ ਪੋਸਟ ਬਣਾਓ। ਨਹੀਂ ਹੁਣ ਨਹੀਂ ਹੋ ਸਕਦਾ, ਹੁਣ ਨਹੀਂ ਹੋ ਸਕਦਾ, ਕਰਾਂਗਾ ਓਕੇ ਲੇਕਿਨ ਘਰ ਜਾ ਕੇ ਨਾ ਮੇਰੇ ਖਿਆਲ ਪੀਜ਼ੇ ਤੇ ਟੌਪਿੰਗ ਪਾ ਰਹੇ ਨੇ ਇਸ ਟਾਈਮ। ਤੇ ਅਤਾ ਸਾਹਿਬ ਨੂੰ ਮੌਕਾ ਦਿੰਦੇ ਆ, ਮੇਰੇ ਪਿਆਰੇ ਦੋਸਤ ਨੇ, ਮੈਂ ਇਹਨਾਂ ਦਾ ਮਕਰੂਜ਼ ਵੀ ਆ, ਸਿੱਖਾ ਰਾਜੁਲ ਦਾ ਕੁਛ। ਤੇ ਅਸਲਾਮ ਅਲੈਕੁਮ ਅਤਾ ਸਾਹਿਬ। ਵਾਲੇਕੁਮ ਸਲਾਮ ਵਰਹਿਮਤੁਲਾਹ, ਕਿਵੇਂ ਚੱਲ ਠੀਕ ਠਾਕ? ਅੱਲਾਹ ਦਾ ਸ਼ੁਕਰ, ਤੁਸੀਂ ਸੁਣਾਓ? ਅੱਲਾਹ ਦਾ ਸ਼ੁਕਰ ਠੀਕ ਠਾਕ। ਇਹ ਵੈਸੇ ਮੈਨੂੰ ਗੱਲ ਨਹੀਂ ਸਮਝ ਆਉਂਦੀ, ਆਏ ਸਾਰੇ ਤਬਲੀਗ ਕਰਨ ਨੂੰ ਜਮਾਤ ਦਾ ਪ੍ਰੋਗਰਾਮ ਦੇਣ ਨੂੰ ਚੌਥੇ ਕਿਹੜੇ ਸਿੰਗੜ ਆ ਕੇ ਬਹਿ ਜਾਂਦੇ ਸਾਰੇ। ਤੇ ਇੱਕ ਤਾਂ ਦੋਸਤ ਐਸੇ ਨੇ ਪੀਸੀਡੀ ਸਾਹਿਬ ਇਹਨੂੰ ਬੰਦ ਕਰਿਓ। ਕੋਈ ਵੀ ਪੰਗਾ ਹੋ ਜਾਏ ਉਹਨਾਂ ਦਾ ਨਾਮ ਵਿੱਚ ਜ਼ਰੂਰ ਪੀਸੀਡੀ ਸਾਹਿਬ ਕਿਹਨਾਂ ਦਾ ਨਾਮ ਨਹੀਂ ਮਿਲਾਂਗਾ। ਵੈਸੇ ਮੈਂ ਪੀਸੀਡੀ ਤੁਸੀਂ ਨਾਂ ਲੈ ਦਿਓ ਤਾਂ ਵੈਸੇ ਮੈਂ ਗੱਲ ਹੋਰ ਵਾਲੀ ਗੱਲ ਕਰਨ ਦੇ। ਉਹ ਤੁਹਾਡੇ ਯਾਰ ਇਹ ਨਾਲ ਹੀ ਸ਼ੁਰੂ ਹੁੰਦਾ ਇਹਨਾਂ ਦਾ ਬਿਨਾ। ਅੱਛਾ ਬਚਰ ਭਾਈ ਸ਼ਾਫੀ ਸਾਹਿਬ ਨੂੰ ਅਗਰ ਮੌਕਾ ਦੇ ਦਿਓ ਨਾ 5 ਯਾਰ ਉਹਨਾਂ ਨੂੰ ਗੱਲ ਤੇ ਮੁਕੰਮਲ ਕਰ ਲੈਂਦੇ ਰਾਣਾ ਸਾਹਿਬ, ਖੁਦਾ ਕਰ ਲੈਣ। ਮੈਨੂੰ ਮੈਸੇਜ ਆਇਆ ਜੀ ਉਹਨਾਂ ਦਾ, ਉਹ ਕਹਿੰਦੇ ਜੀ ਮੈਨੂੰ ਤੁਸੀਂ ਕਿਤੇ ਵੀ ਨਹੀਂ ਬੋਲਣ ਦਿੰਦੇ। ਓਏ ਅਤਾ ਸਾਹਿਬ ਚਲੋ ਮੇਰੇ ਦੋਸਤ ਨੇ, ਇਹਨਾਂ ਨੂੰ ਮੈਂ ਬਾਅਦ ਚ ਮੌਕਾ ਦੇ ਲੈਣਾ, ਪਹਿਲੇ ਸੈਫੀ ਸਾਹਿਬ ਨੂੰ ਮੌਕਾ ਦੇਣਾ ਚਾਹੀਦਾ, ਬਹੁਤ ਮਜ਼ਲੂਮ ਹੈ। ਹੋ ਗਿਆ। अस्सलाम वालेकुम। ਕੋਈ ਨਹੀਂ ਜਗ੍ਹਾ ਸਾਹਿਬ, ਕੁਛ ਨਹੀਂ ਹੋਇਆ यार देखो गल इस तरह होंगी है कि मैं तुसी कहते हो ना कि कोई गालां कटेगा तो असीं नहीं कुछ कवांगे। मैं कह रहा कि कोई गालां कटेगा, मैं हुण तो नहीं, लेकिन जो भी मैनूं मौका मिलिया मैं जवाब जरूर देवांगा। वो अहमदी होवे या गैर अहमदी होवे, जिहड़ा भी मैनूं गाल कटेगा मैं उहनूं जवाब जरूर देवांगा। इस तो इलावा जिहड़ी टिकटॉक दी हिस्ट्री है, कोई बंदा सबूत कट दवे कि असीं कदी मैं किसी अहमदी नूं कदी कोई गाल कट्टी होवे, ईवन किसी गैर अहमदी नूं भी जदों तक उन्हें कोई ज्यादती या जुल्म या उन्हें कोई गलत गल ना कीती होवे मेरे नाल ना मेरी मौजूदगी दे विच, मैं नहीं कदी भी किसी नूं कुछ किया। लेकिन ये जिहड़ा इंसान है, तुसीं जो मर्जी कर लो, सुलह कर लो, ना सुलह कर लो। मेरे चाचू जिहड़े ने जान चले गए ने, मैं उन्हां दे सामने गल करना चाहता सीगा यार कि ये इंसान है ना, इनू जिदू मौका लभदा है, मैं इनू जिदू दा टिकटॉक ते देखिया है, मैं इहदी इज्जत करदा सी सिर्फ मुबशर रज़ा ने मैनू दस्सिया कि इहदा कोई दोस्त है, या मैनू अहमद जट ने दी बड़ी तारीफ कीती सी कि बड़ा इलमी बंदा है, हाफिज है, ते कोल बड़ा इलम है। मैं इहदी इज्जत करदा सी कि नहीं यार इलमी बंदा है। लेकिन इनू मैं जिदू भी वेखिया, या ते मैं शरारत करदे वेखिया, या इनमें गालां कटदे वेखिया, ईवन अहमदियां नूं, ईवन जेहड़े हज़रत मुहम्मद सल्लल्लाहु अलैहि वसल्लम दे उत्ते ये ऐसी गल कर जांदा है ते बड़ा कर जांदा है कि बंदा सोच नहीं सकदा। मतलब ये नहीं कि कोई हदीसां विच लिखी हुई, अपने तो ही कोई ना कोई ऐसी गाल गूल कट जांदा है कि बंदा दा धुआं निकल जांदा है कन्नां दे विचों। दूजी गल यार, असी अज तक किसी अहमदी भरा नूं असी नहीं गाल कड्डी,
ਇਹ ਬੰਦਾ ਇਹ ਅਹਿਮਦ ਜੱਟ ਇਹਨੇ ਮੈਨੂੰ ਬਹੁਤ ਗਾਲਾਂ ਕੱਢੀਆਂ ਫਜ਼ੂਲ ਵਿੱਚ ਹੀ। ਮੈਂ ਉੱਤੇ ਗਿਆ, ਮੈਂ ਕਿਹਾ ਤੂੰ ਬਰਾੜ ਲਾਈਏ, ਗਾਲਾਂ ਕੱਢਣ ਦੀ ਬਰਾੜ ਲਾਈਏ। ਨਹੀਂ ਉਹ ਮੈਨੂੰ ਵੀ ਨਹੀਂ ਉਹਦੇ ਚ ਤੇ ਮੈਨੂੰ ਵੀ ਕੱਢੀਆਂ ਸਨ ਨਾ, ਤੇ ਉਹ ਕੰਮ ਤੇ ਡਿਲੀਟ ਕਰ ਰਹੇ ਨੇ ਨਾ। ਲੇਕਿਨ ਯਾਰ ਮੇਰਾ ਖਿਆਲ ਹੈ ਕਿ ਉਹਨਾਂ ਦਾ ਨਾਮ ਨਹੀਂ ਲੈਣਾ। ਥੋੜੀ ਜਿਹੀ ਤਾਂ ਗੱਲ ਸੁਣ ਲੈਂਦੇ। ਨਹੀਂ ਮੇਰੀ ਸਿਰਫ ਇੱਕ ਗੱਲ ਸੁਣ ਲਓ, ਤੁਸੀਂ ਉਹਨਾਂ ਦਾ ਨਾਮ ਨਾ ਲਵੋ। ਉਹ ਵਜ੍ਹਾ ਹੈ ਕਿ ਯਾਰ ਸਰ ਮੇਰੀ ਗੱਲ ਸੁਣੋ ਯਾਰ ਮੈਨੂੰ ਗੱਲ ਤੁਸੀਂ ਉਹ ਸਾਡੇ ਨਾਂ ਤੋਂ ਬਗੈਰ ਚੂਰਨ ਕੰਨ ਵਿਕਣਾ ਹੈ। ਮੇਰੀ ਗੱਲ ਸੁਣ, ਸਾਡੇ ਨਾਂ ਤੋਂ ਬਗੈਰ ਚੂਰਨ ਕੰਨ ਵਿਕਣਾ ਹੈ। ਮੈਂ ਗੱਲ ਦੱਸੀਏ ਕਿ ਕਿਸੇ ਬੰਦੇ ਦੀ ਸਜ਼ਾ ਹੁੰਦੀ ਏ ਕਿ ਉਹਨੂੰ ਇਗਨੋਰ ਚੂਰਨ ਨਹੀਂ ਵਿਕਣਾ, ਤੁਹਾਨੂੰ ਉਸकी ਗੱਲ ਦੀ ਸਮਝ ਨਹੀਂ ਵਿਕਣਾ। ਹਾਂ ਕਿ ਸਾਡੇ ਕੋਲ ਕੀ ਅਲਫਾਜ਼ ਮੁੱਕੇ ਨੇ ਉਹਦੇ ਵਾਸਤੇ। अच्छा यार भाई साहब मैं तो आया जी जरा किया क्या जरा भाई मैं सुन नहीं सकता जरा तो आया जी किया क्या जरा भाई साहब ਹਾਂਜੀ ਹਾਂਜੀ ਕਿਨੂੰ ਇਹ ਜਿਹੜੀ ਲਫਾਜ਼ ਨੇ ਕੀ ਕਰਨਾ ਚਾਹੀਦਾ ਬੰਦੇ ਨੂੰ ਮੈਂ ਸੈਫੀ ਸਾਹਿਬ ਦੱਸਿਆ ਇੱਕ ਮਖਸੂਸ ਬੰਦੇ ਵਾਸਤੇ। ਇੱਕ ਮਿੰਟ ਗੱਲ ਕਲੀਅਰ ਕਰ ਲੈਂਦੇ ਹੋ, ਉਹਨਾਂ ਸਾਰਿਆਂ ਦੇ ਬਾਤ ਨਹੀਂ ਜੀ। ਉਹਨਾਂ ਕਿਹਾ ਇੱਕ ਮਖਸੂਸ ਬੰਦੇ ਦੀ ਸਜ਼ਾ ਇਹੀ ਹੈ ਕਿ ਉਹਨੂੰ ਇਗਨੋਰ ਕੀਤਾ ਜਾਏ, ਉਹਦਾ ਨਾਮ ਹੀ ਨਾ ਲਿਆ ਜਾਏ। ਇੱਕ ਨਾ ਸਿਰਫ ਇੱਕ ਮਕਸੂਦ ਦੀ ਕਿ ਜਦੋਂ ਇਗਨੋਰ ਹੀ ਕਰਨਾ ਮੇਰੇ ਭਰਾਵੋ ਗੱਲ ਸੁਣ ਲਓ। ਸੈਫੀ ਸਾਹਿਬ ਨੂੰ ਮੌਕਾ ਇਹਨੂੰ ਕਹਿੰਦੇ ਨੇ ਪਾਵਰ। ਸੈਫੀ ਸਾਹਿਬ ਨੂੰ ਤੁਹਾਡੇ ਨਾਲ ਜ਼ਿਆਦਾ ਉਹਨੇ ਮੈਨੂੰ ਮਾਂ ਭੈਣ ਦੀਆਂ ਗਾਲਾਂ ਕੱਢੀਆਂ। ਮੈਂ ਯਾਰ ਮੇਰੀ ਕਰ ਰਿਹਾ ਗੱਲ ਨਹੀਂ ਜ਼ਿਕਰ ਕਰ ਰਿਹਾ ਯਾਰ, ਗੱਲ ਸੁਣ ਲਓ ਤੁਸੀਂ। ਉਹਦਾ ਨਾਮ ਨਹੀਂ ਲੈਣਾ। ਓਕੇ ਠੀਕ ਨਾਮ ਨਹੀਂ ਲੈਣਾ, ਇਹ ਯਾਦ ਰੱਖੋ। ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ ਯਾਰ। ਇੱਕ ਮਿੰਟ ਮੇਰਾ ਨਾਮ ਸੁਣ ਕੇ ਇਹਨਾਂ ਦੀਆਂ ਨਾ, ਮੇਰਾ ਨਾਮ ਸੁਣ ਕੇ ਹਾਂ ਲੱਤਾਂ ਕੰਬਦੀਆਂ ਨੇ ਤੁਹਾਡੀਆਂ ਹਕੀਕਤ ਤੇ ਉਹ ਡਰ ਕੇ ਮੂਤਰ ਤੁਹਾਡਾ ਸਲਵਾਰਾਂ ਚੋਂ ਨਿਕਲ ਗਿਆ ਸੀ, ਨਾਲ ਹੀ ਫੋਨ ਖੜਕਾਤਾ ਹਜੇ। ਆਵਾਜ਼ ਨਹੀਂ ਆਉਂਦੀ ਪਈ। ਆ ਰਹੀ ਜੱਟ ਸਾਹਿਬ ਆ ਰਹੀ। ਲੱਗਦਾ ਆਈ ਦੀ ਆਵਾਜ਼ ਮੇਰੀ ਤਾਂ ਆਵਾਜ਼ ਨਹੀਂ ਆ ਰਹੀ। ਬੰਦਾ ਹੈ ਜੋ ਫੈਸਲਾ ਕਰਾਓ ਇਸੇ ਗੱਲ ਤੇ। ਉਹ ਜੱਟ ਸਾਹਿਬ ਆ ਰਹੀ ਤੁਹਾਡੀ ਆਵਾਜ਼। ਅੱਲਾ ਦੇ ਉਹ ਬੰਦੇ ਹੋ ਤੁਸੀਂ, ਕੀ ਕੰਨ 'ਚ ਕੀ ਲਾਇਆ ਜੇ? ਟੂਟੀਆਂ ਕਿਹੜੀਆਂ ਲਾਈਆਂ ਜੇ? ਜੱਟ ਸਾਹਿਬ ਮਿਊਟ ਹੋ ਗਏ। ਤੇ ਤੁਸੀਂ ਤੁਹਾਡੀ ਆਵਾਜ਼ ਆ ਰਹੀ ਹੈ ਤੇ ਤੁਸੀਂ ਕਈ ਜਿਹੜੇ ਆਵਾਜ਼ ਆ ਰਹੀ ਹੈ ਨਹੀਂ ਆ ਰਹੀ। ਅੱਛਾ ਨਹੀਂ ਆ ਰਹੀ ਫਿਰ ਨਹੀਂ ਆ ਰਹੀ ਹੈ। ਤੇ 82 ਸਾਲ ਵਾਲੇ ਬਾਬੇ ਵਾਲਾ ਕੰਮ ਕਰ ਰਹੇ ਹੋ। ਉਹ ਮੈਂ ਕਹਿ ਰਿਹਾ ਸੀ ਕਿ ਅਬਦੁੱਲਾ ਦੀਵਾਨਾ ਪਿਆ ਨੱਚਦਾ ਬਰਾਤ ਦੇ ਉੱਤੇ, ਤੇ ਤੁਹਾਨੂੰ ਕੀ ਲੋੜ ਪਈ ਐ ਕੰਮ ਕਰਨ ਦੀ ਯਾਰ? ਲੁਕਾਣਾ ਦੀ ਗੱਲ ਕੀਤੀ। ਤੋਬਾ ਅਸਤਗਫੁਰullah ਕਰੋ ਤੇ ਅੱਲਾ ਨੂੰ ਯਾਦ ਕਰੋ। ਜੇ ਕੋਈ ਨੱਚਦਾ ਤੇ ਪਿਆ ਨੱਚੇ, ਤੁਹਾਨੂੰ ਕੀ ਫਰਕ ਉਹ ਅਲਫਾਜ਼ ਵੀ ਨਹੀਂ ਹੈ, ਸਾਡੇ ਵਾਲੇ ਅਲਫਾਜ਼ ਕਰ ਰਹੇ ਹੋ। ਗੱਲ ਕੀਤੀ ਨਾ, ਗੱਲ ਮੁਕਾਉਣੀ ਗੱਲ ਤੇ ਹੋਈ ਨਾ। ਮਸਲਾ ਬੰਦੇ ਆ ਜਾਂਦੇ ਹੁੰਦੇ ਗਾਲੀ ਸ਼ਾਦੀ में अब्दुल्ला दीवाना ਉਹਨੇ ਨਰਗਸ ਨਾਚ ਕਟੋਰ ਜਾਂਦੀ ਪਿੱਛੋਂ ਕਹਿੰਦੇ ਆਹੋ ਜੀ ਆਹੋ ਜੀ अच्छा सैफी साहब नाराज हो गए चले गए वापस बस और नहीं सैफी साहब ਆਪਣੇ ਮੈਂ ਇੱਕ ਫੋਨ ਕਰਾਂਗਾ, ਸੈਫੀ ਸਾਹਿਬ ਆ ਜਾਣਗੇ। ਉਹ ਮਸਲਾ ਨਹੀਂ ਹੈ। ਸੈਫੀ ਸਾਹਿਬ ਭਾਈ ਨੇ ਆਪਣੇ ਗੱਲ ਇੰਨੀ ਕੁ ਹੋਵੇ ਕਿ ਜਿਹੜੇ ਬੰਦੇ ਨਾਲ ਗੱਲ ਹੈ ਨਾ ਸਾਡੀ, ਠੀਕ ਹੈ, ਸਾਡੀ ਕੀ ਗੱਲ ਹੈ, ਪੂਰੀ ਉਮਤ ਮੁਸਲਮਾਨ ਦੀ ਗੱਲ ਹੈ, ਪੂਰੇ ਅਹਿਮਦੀਆਂ ਦੀ ਗੱਲ ਹੈ, ਹਰ ਗੈਰਤਮੰਦ ਸ਼ਖਸ ਦੀ ਗੱਲ ਹੈ, ਹਰ ਗੈਰਤਮੰਦ ਇਨਸਾਨ ਦੀ ਗੱਲ ਹੈ, ਹਰ ਗੈਰਤ ਇਮਾਨੀ ਰੱਖਣ ਵਾਲੇ ਦੀ ਗੱਲ ਹੈ। ਉਸ ਬੰਦੇ ਨਾਲ ਕੋਈ ਲੜਾਈ ਨਹੀਂ, ਕੋਈ ਝਗੜਾ ਨਹੀਂ, ਕੋਈ ਦੁਸ਼ਮਣੀ ਨਹੀਂ, ਕੋਈ ਗਾਲੀ ਗਲੋਚ ਦਾ ਮੁਕਾਬਲਾ ਨਹੀਂ ਹੋ ਰਿਹਾ। ਸਿਰਫ ਇੱਕ ਛੋਟੀ ਜੀ ਗੱਲ, ਛੋਟੀ ਜੀ ਰਿਕੁਐਸਟ ਰੱਖੀ ਸੀ, ਛੋਟਾ ਜਿਹਾ ਤਰਲਾ ਕੀਤਾ ਸੀ ਤੁਹਾਡੇ ਅੱਗੇ ਕਿ ਸਰ ਤੁਹਾਡੀ ਮਿਹਰਬਾਨੀ ਹੈ, ਤੁਸੀਂ ਕਿਸੇ ਤਰੀਕੇ ਨਾਲ ਆਪਣਾ ਬਿਆਨ ਰਿਕਾਰਡ कराओ ਜਾਂ ਆਪ ਚ ਹੀ ਸ਼ਰਮਿੰਦੇ ਹੋ ਜਾਓ ਕਿ ਮੈਂ ਜਿਹੜੀਆਂ ਗੁਸਤਾਖੀਆਂ ਕਰਾਵਾਂ, ਮੇਰੇ ਉਮੁਲ ਮੋਮਿਨੀਨ ਨੂੰ ਗਾਲਾਂ ਕਰਾਵਾਂ, ਉਹਦੇ ਚ ਸ਼ਰਮਿੰਦਾ ਹੋਵਾਂ। ਨਾਲ ਇਹ ਸ਼ਰਮਿੰਦਗੀ ਥੋੜੀ ਜੀ ਨਾ CCD ਸਾਹਿਬ ਨੂੰ ਚਮਚੀ ਚ ਪਾ ਕੇ ਪਿਲਾਣੀ ਚਾਹੀਦੀ ਹੈ ਕਿ CCD ਸਾਹਿਬ ਤੁਹਾਡੇ ਜ਼ੇਰੇ ਨਿਗਰਾਨੀ ਇਹ ਕੰਮ ਹੋ ਰਹੇ ਨੇ, ਇਹ ਜਿੰਨੇ ਕੰਮ ਹੋ ਰਹੇ ਨੇ ਤੁਸੀਂ ਕਰਵਾ ਰਹੇ ਹੋ। ਕਿਉਂ ਕਰਵਾ ਰਹੇ ਹੋ? ਕਿ ਤੁਸੀਂ ਜਦੋਂ ਇਹ ਗੱਲ ਕਹੋਗੇ ਕਿ ਮੈਂ ਉਹਦਾ ਸਾਥ ਦਿਆਂਗਾ, ਮੈਂ ਉਹਦੇ ਨਾਲ ਖੜਾ ਵਾਂ, ਮੈਨੂੰ ਉਹਦੇ ਤੋਂ ਇਖਤਲਾਫ ਨਹੀਂ ਹੈ, ਉਹ ਮੇਰਾ ਮੋਡੀਏਟਰ ਹੈ, ਉਹ ਮੇਰੀ ਸੱਜੀ ਬਾਂਹ ਹੈ, ਤੇ ਫਿਰ CCD ਸਾਹਿਬ ਤੁਹਾਡੇ ਕਾਰਡ ਅਲਫਾਜ਼ ਉਹਦੇ ਕੋਲ ਜਾਣੇ, ਲੇਕਿਨ ਤੁਹਾਡੇ ਕਿੱਥੇ ਜਾਣੇ ਕਿ ਤੁਸੀਂ ਉਹਦੇ ਕੋਲ ਕਢਵਾ ਰਹੇ ਹੋ। ਇਸ ਲਈ ਨਾ ਛੱਡ ਦਿਓ, ਠੀਕ ਹੈ, ਉੱਤੇ ਛੱਡ ਦਿਓ। ਲੁੱਟਾ ਹੁੰਦਾ ਜਿਹੜਾ ਕਿਸੇ ਜਾ ਕੇ ਕਦੀ ਕਿਸੇ ਕੁੜੀ ਦੀ ਝੋਲੀ 'ਚ ਜਾ ਕੇ ਬਹਿਈਏ, ਕਦੀ ਕਿਸੇ ਮਲਕ ਤਲਤ ਅਵਾਨ ਦੀ ਝੋਲੀ 'ਚ ਜਾ ਕੇ ਬਹਿਈਏ। ਚਲੋ ਉਹਨਾਂ ਕਿਸੇ ਨੇ ਮੂੰਹ ਨਾ ਲਾਇਆ ਹੋਏ, ਆ ਕੇ ਨਾ ਅਲੀ ਅਕਬਰ ਦੀ ਝੋਲੀ 'ਚ ਬਹਿ ਜਾਓ। ਇਹਨੂੰ ਕਹੀਦਾ ਮੁਖੰਨਸ, ਇਹਨੂੰ ਕਹੀਦਾ ਲੋਟਾ। ਸਾਹਮਣਾ ਨਾ ਕਰ ਸਕੇ, ਸਾਹਮਣਾ ਨਾ ਕਰ ਸਕੇ। ਲੋਟਾ ਬਹੁਤ ਮਸ਼ਹੂਰ ਹੋ ਗਿਆ ਭਾਜੀ। ਲੋਟਾ ਚੈੱਕ ਕਰੋ, ਲੋਟਾ ਕਿਹਦੀਆਂ ਮਾਵਾਂ ਭੈਣਾਂ ਦੀਆਂ ਲੋਟਾ ਚੈੱਕ ਕਰੋ, ਲੋਟਾ ਅਗਲੇ ਬੰਦੇ ਲੋਟਾ ਚੈੱਕ ਕਰੋ, ਲੋਟਾ ਬੰਦਾ ਇਹਨੂੰ ਕਹੀਦਾ ਜੀ ਲੋਟਾ। ਲੋਟਾ ਵੇ ਨਾ ਕਿੰਨਾ ਦਰਦ ਦੇ ਰਿਹਾ ਇਹਨਾਂ ਨੂੰ।
ਲੋਟੇ ਦੀ ਝੋਲੀ 'ਚ ਲੋਟਾ। ਦੂਜੇ ਦਿਨ ਬਾਬੇ ਦੀ ਝੋਲੀ 'ਚ, ਤੀਜੇ ਦਿਨ ਜਵਾਨ ਦੀ ਝੋਲੀ 'ਚ। ਹਾਂ ਤੂੰ ਜਿਹੜਾ ਜਾ ਕੇ ਇਹਨੂੰ ਝੋਨੇ ਤੋਂ ਪਹਿਲਾਂ ਭੁੱਲ ਗਿਆ। ਲੋਟਾ ਕਿੰਨੇ ਮੂੰਹ ਬੋਲਦੇ ਨੇ? ਤਿੰਨ ਤਿੰਨਾਂ ਮਹੀਨੇ 5 ਤਿੰਨ ਮਾਹ ਤੁਹਾਨੂੰ ਨਾ ਪੂਰੇ ਲੋਟਾ ਪੂਰਾ ਲੋਟਾ ਸਾਬਤ ਕਰ ਛੜਿਆ ਸੀ। ਅਗਲੇ ਨਾ ਨਜ਼ਰ ਆਏ ਤਾਂ ਦੱਸਿਓ। ਗੱਲ ਸੁਣੋ ਪਿਆਰੇ ਭਾਈਓ, ਤੁਸੀਂ ਕਿਉਂ ਫਿਕਰ ਕਰਦੇ ਹੋ? ਅਬਦੁੱਲਾ ਡਾਂਸ ਕਰ ਰਿਹਾ ਹੈ, ਅਬਦੁੱਲਾ ਸ਼ਾਦੀ ਤੇ। ਮੁਬਸ਼ਰ ਸਾਹਿਬ ਤੁਸੀਂ ਵੀ ਨੱਚ ਲਵੋ। ਅੱਛਾ ਨਹੀਂ ਯਾਰ ਖੁਦਾ ਦੀ ਕਸਮੇ, ਹਰਾਰ ਅੱਲਾ ਦੀ ਕਸਮੇ, ਪਤਾ ਨਹੀਂ ਕਿੱਥੋਂ ਦੀ ਗੱਲ ਬੰਦਾ ਆਪਣੇ ਬੇਬਸੀ ਨਜ਼ਰ ਆ ਰਹੀ ਹੈ। 400 ਦੇ ਹੇਠਾਂ ਲਾ ਕੇ ਨਾ ਮਜ਼ਾ ਆ ਰਿਹਾ ਸਾਨੂੰ ਤੇ। ਇਹ ਲੋਟਾ ਕਿੰਨਾ ਦੁੱਖ ਦੇ ਰਿਹਾ। ਤਾਂ ਲੋਟਾ ਲਾ ਕੇ ਰੱਖੋ ਬਸ। ਇਰਫਾਨ ਜੱਟ ਸਾਹਿਬ ਗੱਲ ਸੁਣੋ, ਤੁਹਾਡੀ ਇਜਾਜ਼ਤ ਨਾਲ ਮੈਂ 1122 ਸਾਹਿਬ ਨੂੰ ਕਵਾਂਗਾ ਉਹ ਗੱਲ ਵਾਲਾ ਲਤੀਫਾ ਦੁਬਾਰਾ ਸੁਣਾ ਦੇਣ, ਪਰ ਪਲੀਜ਼ ਕਿਸੇ ਦਾ ਨਾਮ ਨਹੀਂ ਵਿੱਚ ਲੈਣਾ। ਮੁਬਸ਼ਰ ਭਾਈ ਹਲੇ ਤੁਸੀਂ ਕਿਸੇ ਦਾ ਨਾਮ ਨਹੀਂ ਲੈਣਾ ਵੇ ਤੇ ਮੈਂ 15 ਬੰਦੇ ਦਾ ਨਾਮ ਵਿੱਚ ਆਏ। ਨਹੀਂ ਨਹੀਂ ਯਾਰ ਨਹੀਂ, ਉਹ ਤੁਹਾਨੂੰ ਨਾ ਅਤਾ ਭਾਈ ਬੜਾ ਇੰਟਰਸਟਿੰਗ ਲਤੀਫਾ ਹੈ, ਉਹ ਤੁਹਾਨੂੰ ਸੁਣਾਣਾ ਹੈ। 1122 ਸਾਹਿਬ ਮੌਜੂਦ ਹੋ? ਹਾਂਜੀ ਉਹ ਇਹ ਸੀ ਕਿ ਕੋਈ ਉਹ ਜ਼ਰਾ ਸੁਣਾ ਕੇ, ਲੇਕਿਨ ਪਲੀਜ਼ ਕਿਸੇ ਦਾ ਨਾਮ ਨਹੀਂ ਲੈਣਾ। ਸੀਸੀਡੀ ਸਾਹਿਬ ਸੁਣਾਇਓ ਨੇ। ਉਹ ਇੱਕ ਮਰਾਸੀ ਸੀ ਨਾ, ਮਰਾਸੀ, ਉਹਨੂੰ ਚੌਧਰੀ ਲੈ ਗਏ ਆਪਣੀ ਬਰਾਤ ਦੇ ਨਾਲ। ਉੱਥੇ ਜਾ ਕੇ ਲੜਕੀ ਵਾਲਿਆਂ ਨੇ ਪਾਤੀ ਭੰਡੀ, ਠੀਕ ਹੈ। ਲੜਕੀ ਵਾਲੇ ਕੁੜੀ ਵਾਲੇ ਕੌਣ ਸੀ? ਇਹ ਸੀ 1122। ਆਹੋ ਚੋਰੀਆਂ ਨੇ ਬੜਾ ਵਿੱਚ ਬਜ਼ੁਰਗ ਬੰਦੇ ਸਨ, ਸਾਰਿਆਂ ਨੇ ਆ ਕੇ ਕੁਸਲਾ ਮਸ਼ਵਰਾ ਕੀਤਾ। ਬਿਲਕੁਲ ਹਾਂ ਯਾਰਾਂ ਦੇ ਕੁਸਲਾ ਕਰ। ਕੁੜੀ ਵਾਲੇ ਇਹ ਸਨ, ਉਹ ਮੰਨੇ ਨਾ ਕੁੜੀ ਵਾਲੇ ਇਹ ਸਨ। ਯਾਦ ਰੱਖਿਓ ਲਤੀਫਾ ਯਾਦ ਰੱਖਿਓ, ਭੁੱਲ ਜਾਂਦਾ। ਆਹੋ ਇਹ ਭੁੱਲ ਜਾਂਦਾ ਲਤੀਫਾ ਇਹ ਵਾਲਾ ਨਾ। ਗੱਲ ਤੇ ਵੇ ਕਿ ਇਹ ਲਤੀਫਾ ਭੁੱਲ ਜਾਂਦਾ। ਠੀਕ ਹੈ ਇਹ ਮਰਾਸੀ ਜਿਹੜਾ ਨਾ ਭੁੱਲ ਜਾਂਦਾ ਵੇ ਨਾ। ਮਰਾਸੀਆ ਹਾਂ ਮਰਾਸੀਆ ਮੇਰੀ ਗੱਲ ਸੁਣ। ਉਹ ਜ਼ਾਤੀਆਤ ਨੂੰ ਜਿੰਨਾ ਮਰਜ਼ੀ ਆ 7 ਸਾਲ ਪਹਿਲਾਂ ਵੀ ਮੁਖੰਨਸ ਤੂੰ ਜਿੰਨੀ ਮਰਜ਼ੀ ਜ਼ੋਰ ਲਾ, ਇਸ ਮੁਖੰਨਸ ਗਰੁੱਪ ਚ ਨਹੀਂ ਸ਼ਾਮਲ ਹੋਣਾ। ਉਹ ਮੁਖੰਨਸ ਇਸ ਗਰੁੱਪ ਚ ਨਹੀਂ ਸ਼ਾਮਲ ਹੋਣਾ। ਤੁਸੀਂ ਮੁਖੰਨਸ ਹੋ, ਤੁਸੀਂ ਮੁਖੰਨਸ ਹੋ, ਉਸ ਤੋਂ ਇਲਾਵਾ ਕੱਖ ਨਹੀਂ। ਸਮਝਣਾ ਕਿ ਤੂੰ ਸਾਡੇ ਤੂੰ ਮੁਖੰਨਸ ਹੋ, ਤੁਸੀਂ ਮੁਖੰਨਸ ਤੋਂ ਇਲਾਵਾ ਕੱਖ ਨਹੀਂ। ਤੇਰੇ ਬਾਰੇ ਚ ਜ਼ਿਕਰ ਕਰ ਲਾਂਗੇ। ਉਹ ਕਰਦੇ ਪਏ ਹੋ, ਉਹ ਕਰਦੇ ਪਏ ਹੋ, ਉਹ ਕਰਦੇ ਪਏ ਹੋ। ਬੰਦਾ ਜਿਹੜਾ ਉਹ ਮੁਖੰਨਸ ਕਰਨ ਡਏ ਹੋ। ਹਾਂ ਮੇਰਾ ਕਸਮ ਮੁਖੰਨਸ ਮਜ਼ਾ ਆ ਰਿਹਾ ਮੈਨੂੰ। ਕੋਈ ਬਰਾਦ ਨਹੀਂ ਹੈ। ਮੈਂ ਤੇ ਫਿਰ ਨੱਚਣਾ ਹੀ ਨੱਚਣਾ ਏ। ਮਜ਼ਾ ਆ ਰਿਹਾ ਤੁਹਾਨੂੰ? ਯਾਰ ਕਸਮੇ, ਉਹ ਅੱਲਾ ਦੇ ਬੰਦੇ ਤੈਨੂੰ ਬੰਦਾ ਦੱਸਾਂ ਕੀ ਗੱਲ ਜੀ। ਸਾਡੇ ਆਪਸ ਦੇ ਮੇਰੇ ਦੋਸਤ ਨੇ ਇੱਕ ਵੀਰ, ਮਤਲਬ ਤੁਸੀਂ ਕਿਤੇ ਤੂੰ ਜਾ ਕੇ ਬੈਠਾ ਆਪਣੀ ਬਰਾੜ ਖੋਲ ਕੇ ਬਵ ਅੱਲਾ ਦੇ ਬੰਦੇ ਲੱਭਦੇ ਫਿਰਦੇ ਕਿ ਜਗ੍ਹਾ ਲੱਭੇ ਤੇ ਮੈਂ ਬਵਾ ਤੇ ਫਿਰ ਮੈਂ ਉੱਤੇ ਡਾਂਸ ਕਰਾਂ। ਜਾ ਕਰਿਆ ਕਰੋ ਮੁਬਸ਼ਰ ਸਾਹਿਬ ਇਸ ਤਰ੍ਹਾਂ ਦੇ ਛੱਡ ਦੇ ਚਲਾਕੀਆਂ। ਠੀਕ ਹੈ ਇਹ ਦੇਖੋ, ਇਹਦੇ ਵਿੱਚ ਕਿਸੇ ਦਾ ਨਾਂ ਨਹੀਂ ਲਿਆ ਗਿਆ। ਕੋਈ ਬੰਦਾ ਇੰਜ ਨਾ ਸਮਝੇ ਕਿ ਉਹਨੂੰ ਮੈਂਸ਼ਨ ਕੀਤਾ ਗਿਆ। ਪਲੀਜ਼ ਇਹ ਗੱਲ ਜ਼ਿਹਨ ਚ ਰੱਖੋ। ਤੇ ਸੈਫੀ ਸਾਹਿਬ ਉੱਤੇ ਤਸ਼ਰੀਫ ਮੁਬਸ਼ਰ ਸਾਹਿਬ ਮੇਰਾ ਤੇ ਨੈਟ ਹੀ ਖਰਾਬ ਸੀ, ਕੀ ਗੱਲ ਹੋਈ ਹੈ? ਅੱਛਾ ਤੁਹਾਨੂੰ ਦੁਬਾਰਾ ਸੁਣਾ ਦੇਣੇ ਲਤੀਫਾ? ਨਹੀਂ ਮੈਂ ਕਿਹਾ ਵੈਸੇ ਸੈਫੀ ਆਇਆ ਨਾ ਦੁਬਾਰਾ ਟਾਈਮ ਮੁਕੰਮਲ 3-4 ਮਿੰਟ ਦਿਓ ਪਲੀਜ਼। ਨਹੀਂ ਪੂਰਾ ਟਾਈਮ ਮਿਲੇਗਾ ਸੈਫੀ ਸਾਹਿਬ ਪਲੀਜ਼। ਗੱਲ ਇਹ ਆ ਕਿ ਬੰਦਾ ਨਾਰਾਜ਼ ਹੋ ਕੇ ਵੀ ਜਾਵੇਗਾ, ਤੁਸੀਂ ਇਤਨੇ ਬੇਸ਼ਰਮ ਹੋ। ਮੈਂ ਫੌਰਨ ਸੈਫੀ ਮੈਂ ਫੌਰਨ ਇਹਨੂੰ ਆਖਿਆ, ਸੈਫੀ ਨਾਰਾਜ਼ ਹੋ ਕੇ ਗਿਆ, ਇਹਨੂੰ ਬੁਲਾ ਕੇ ਲਿਆਓ। ਤੇ ਯਾਰਨ ਭਾਈ ਨੇ ਆਖਿਆ ਕਿ ਮੈਂ ਇੱਕ ਕਾਲ ਬਲਕਿ ਮਿਸ ਕਾਲ ਮਾਰਨੀ ਤੇ ਸੈਫੀ ਨੇ ਆ ਜਾਣਾ, ਤੁਸੀਂ ਆ ਗਏ। ਸੈਫੀ ਸਾਹਿਬ ਮਾਦਰਤ, ਮੈਂ ਯਕੀਨ ਮੰਨੋ ਮੈਂ ਦੇਖਣ ਹੀ ਡਿਆ ਸਾਂ ਕਿ ਅਗਰ 2 ਮਿੰਟ ਤੱਕ ਸੈਫੀ ਸਾਹਿਬ ਨਾ ਆਏ ਤੇ ਮੈਂ ਫੋਨ ਕਰਕੇ ਮਨਾ ਕੇ ਲੈ ਕੇ ਆਉਣਾ। ਉਹ ਬੈਠਾ ਚਿਕਨ ਮੈਂ ਸਮੋਸੇ ਲੈਣ ਚਲਾ ਗਿਆ, ਚਿਕਨ ਆ ਗਿਆ। ਨੱਚਣਾ ਵੀ ਹੈ, ਨੱਚਣਾ ਵੀ ਬਗਾਨੀ ਜਾਂਦੀ ਨੇ ਬੰਦਾ ਦੀਵਾਨਾ। ਯਾਰ ਜੱਟ ਸਾਹਿਬ ਨੇ ਚੰਗੀ ਗੱਲ ਬਣੀ। ਅੱਲਾ ਦੀ ਕਸਮ। ਨਹੀਂ ਵੈਸੇ ਗੱਲ ਵੀ ਸੱਚੀ ਹੈ ਇਰਫਾਨ ਜੱਟ ਸਾਹਿਬ ਦੀ ਕਿ ਯਾਰ ਅਸੀਂ ਤੈਨੂੰ ਅੱਜ ਤੋਂ ਪਹਿਲਾਂ ਇਹ ਐਲਾਨ ਕਰ ਚੁੱਕੇ ਸਾਂ ਕਿ ਤੂੰ ਸਾਡੀ ਮਾਵਾਂ ਭੈਣਾਂ ਨੂੰ ਗਾਲਾਂ ਕੱਢ, ਸਾਨੂੰ ਜੋ ਮਰਜ਼ੀ ਕਹਿ, ਜੋ ਮਰਜ਼ੀ ਕਹਿ। ਤੂੰ 2-3 ਜਗ੍ਹਾ ਤੇ ਗਿਆ ਜਿੱਥੇ ਜਿੱਥੇ ਸਾਡੇ ਮੁਖਾਲਫ ਗੱਲ ਹੁੰਦੀ ਹੋਈ ਏ, ਅਸੀਂ ਤੈਨੂੰ ਨਹੀਂ ਜਵਾਬ ਦਿੱਤਾ, ਤੈਨੂੰ ਅੱਗੋਂ ਵੀ ਨਹੀਂ ਜਵਾਬ ਦੇਣਾ। ਤੂੰ ਜੋ ਮਰਜ਼ੀ ਅਗਰ ਤੁਸੀਂ ਯਕੀਨ ਮੰਨੋ ਦੇ ਹੀ ਨਹੀਂ ਸਕਦੇ। ਇੱਕ ਕੀੜੇ ਹੁੰਦੇ ਨੇ ਉਹ ਦੇ ਹੀ ਨਹੀਂ ਸਕਦੇ। ਮੁਖੰਨਸ ਗਰੁੱਪ ਜ਼ਿੰਦਗੀ ਹੁੰਦੀ ਹੈ। ਅਗਰ ਤੁਸੀਂ ਚਾਹੁੰਦੇ ਹੋ ਕਿ ਇਹਦਾ ਟਾਈਮ ਆਉਣ ਤੋਂ ਪਹਿਲਾਂ, ਹਾਂ ਟਾਈਮ ਆਉਣ ਤੋਂ ਪਹਿਲਾਂ ਅਲੀ ਅਕਬਰ ਸਾਹਿਬ ਚਾਹ ਆ ਰਹੀ ਹੈ ਤੇ ਕੀੜੇ ਨੂੰ ਇਗਨੋਰ ਕਰ ਦਿਓ। ਨਾਲ ਨਾ ਮਖਲੂਫ ਹੈ, ਉਹਨਾਂ ਨੂੰ ਪਤਾ ਹੁੰਦਾ ਇਗਨੋਰ ਕਰ ਦਿਓ, ਕੁਛ ਨਹੀਂ ਹੋਣਾ। ਸਾਨੂੰ 4 ਗਾਲਾਂ ਕੱਢ ਲੇਗਾ। ਸਾਡੇ ਕੋਲ ਜਵਾਬ ਵਾਕਈ ਵੀ ਗਾਲਾਂ ਦਾ ਜਵਾਬ ਤੇ ਹੈ ਹੀ ਕੋਈ ਨਹੀਂ ਸਾਡੇ ਕੋਲ, ਠੀਕ ਹੈ। ਤੇ ਅਸਾਂ ਗਾਲਾਂ ਦਾ ਜਵਾਬ ਦੇਣਾ ਵੀ ਕੋਈ ਨਹੀਂ। ਜਾਨੀ ਭਾਈ ਕਰਨੀਆਂ ਨੇ ਸਾਨੂੰ ਕੱਢੋ, ਅਸੀਂ ਸਿਰਫ ਇੰਨੀ ਗੱਲ ਰੱਖਣੇ ਆ। ਬਿਲਕੁਲ ਤੁਸੀਂ ਸਹੀ ਗੱਲ ਕਰ ਰਹੇ ਹੋ, ਤੁਸੀਂ ਇਹ ਬਿਲਕੁਲ ਸਹੀ ਗੱਲ ਕਰ ਰਹੇ ਹੋ। ਜਿਹੜੇ ਸ਼ਖਸੀਅਤ ਜਿਹੜੇ ਨੇ ਨਾ, ਇਹ ਸਫੀਆ ਕੋਲ ਵੀ ਟੁਰ ਗਏ ਸਨ ਇੱਕ ਵਾਰੀ, ਤੇ ਉਹ ਹੋਰਾਂ ਪਾਸੇ ਹਰ ਪਾਸੇ ਹੀ ਚਲੇ ਜਾਂਦੇ ਨੇ। ਪਤਾ ਨਹੀਂ ਇਹਨਾਂ ਨੂੰ ਕੀ ਮਸਲਾ ਹੈ ਯਾਰ। ਵੈਸੇ
ਨਹੀਂ ਮੇਰਾ ਕਿਸੇ ਵੀਰ ਦਾ, ਮੇਰੇ ਭਰਾ ਦਾ ਕਿਸੇ ਦਾ ਨਾਮ ਲੈਣਾ। ਤੇ ਦੋਸਤੋ ਅਗਰ ਤੁਸੀਂ 5-7 ਬੰਦੇ ਉੱਧਰ ਤੁਰ ਜਾਓਗੇ ਤੇ ਚਲੋ ਰੌਣਕ ਲੱਗ ਜਾਏਗੀ। ਅਸੀਂ ਨੱਚਦਾ ਅਬਦੁੱਲਾ यार मिस्टर अक्सर अस्सलाम वालेकुम। मिस्टर अक्सर वालेकुम सलाम रहमतुल्लाह बरकात। मेरे को कल भी गुस्ताखी हो गई थी, मैं बिजी था तो ਤੁਹਾਡਾ ਸਲਾਮ ਦਾ ਜਵਾਬ ਨਹੀਂ ਦੇ ਸਕਿਆ। जब भी पा के मिलना चाहना ਤੁਹਾਨੂੰ ਕਿਤੇ ਮੌਕਾ ਦਿਵੋ ਮੈਨੂੰ। कोरोना तो नहीं जी होया? ਇਸ ਲਈ ਤੇ ਪਾਣੀ। ਅੱਛਾ ਮਿਸਟਰ ਐਕਸ ਸਾਹਿਬ ਮੇਰਾ ਇੱਕ ਸਵਾਲ ਇਹ ਤੁਹਾਡੇ ਸਾਰੇ ਸਵਾਲ ਮੇਰੇ ਨਾਲ ਹੀ ਕਿਉਂ ਹੋ ਰਹੇ? ਲੋਟਾ ਕਿਹਨੂੰ ਆਂਦੇ ਨੇ? ਮੈਂ ਲੋਟਾ ਆਂਦੇ ਕਿਹਨੂੰ ਨੇ? ਮੈਨੂੰ ਨਹੀਂ ਪਤਾ, ਮੈਂ ਵੇਖਿਆ ਤੇ ਮੈਂ ਮਤਲਬ ਸ਼ਬਦ ਯੂਜ਼ ਕਰਨਾ ਮੈਨੂੰ ਨਹੀਂ ਪਤਾ। ਨਹੀਂ ਉਹ ਪੁਰਾਣਾ ਯਾਦ ਕਰੋ ਥੋੜਾ ਜਿਹਾ, ਜਿਹੜਾ ਪੁਰਾਣੀ ਟਾਈਮ ਦੇ ਯਾਦ ਕਰਕੇ ਨਾ, ਜਿਹੜਾ ਹਰ ਪਾਸੇ ਨੂੰ ਘੁੰਮ ਜਾਏ, ਜਦੋਂ ਮਰਜ਼ੀ ਉਹਦਾ ਮੈਂ ਨਾ ਵੀ ਉਹ ਗੱਲ ਇਹ ਵੱਟ ਤੁਸੀਂ ਵੀ ਪੂਰਾ ਕਰਦੇ ਹੋ, ਪੂਰੇ ਤਰੀਕੇ ਨਾਲ ਕਰਦੇ ਹੋ, ਅੱਛੀ ਗੱਲ ਹੈ। ਲੇਕਿਨ ਮੈਂ ਨਾ ਕਿਸੇ ਜਗ੍ਹਾ ਤੇ ਜਾ ਕੇ ਤੇਰੇ ਸਟਾਫ ਹੋਣਾ ਹੀ ਹੈ ਨਾ, ਵੇ ਨਹੀਂ ਹੁਣ ਕਿੰਨੀ ਕੁ ਦੂਰ ਗੱਲ ਜਾਂਦੀ। ਨਹੀਂ ਮੇਰੀ ਗੱਲ ਸੁਣੋ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ, ਮੈਂ ਯਕੀਨ ਮੰਨੋ ਇਹ ਜਿਹੜੀਆਂ ਗੱਲਾਂ ਹੁਣ ਕੀਤੀਆਂ ਨੇ ਨਾ, ਯਕੀਨ ਮੰਨੋ ਪਤਾ ਨਹੀਂ ਕਿਉਂ ਕਰ ਦਿੱਤੀਆਂ ਨੇ ਫਲੋ ਦੇ ਵਿੱਚ ਆ ਕੇ। ਵੈਸੇ ਮੈਂ ਨਹੀਂ ਇਹ ਸ਼ਖਸ ਹੈ, ਯਕੀਨ ਮੰਨੋ ਕਿ ਕਿਸੇ ਕਿਸਮ ਦਾ ਵੀ ਜਵਾਬ ਜਿਹੜਾ ਨਾ ਕਿਸੇ ਹੋਰ ਸ਼ਖਸ ਦੇ ਨਾਲ ਕਰਨ ਦਾ ਮੈਂ ਨਹੀਂ, ਕਹਿ ਲੋ ਕਿ ਮੈਨੂੰ ਜ਼ਰੂਰਤ ਹੀ ਨਹੀਂ ਹੈ। ਇਹ ਐਵੇਂ ਕਹਿ ਲੋ ਕਿ ਫਲੋ ਦੇ ਵਿੱਚ ਚਾਰ ਗੱਲਾਂ ਨਿਕਲ ਗਈਆਂ ਨੇ, ਲੇਕਿਨ ਇਹ ਰੁਕਣੀਆਂ ਨਹੀਂ, ਇਹ ਐਸਾ ਫਲੋ, ਇਹ ਰੁਕਣਾ ਦਾ ਫਲੋ ਹੀ ਨਹੀਂ ਲੱਗਦਾ। ਨਹੀਂ ਮਿਸਟਰ ਐਕਸ, ਮੈਂ ਯਕੀਨ ਮੰਨੋ ਮੈਂ ਹੁਣ ਕੰਟਰੋਲ ਕਰਨਾ ਹੈ। ਮੈਂ ਸੱਚੀ ਗੱਲ ਦੱਸਣਾ ਕਿ ਮੈਂ ਕੋਈ ਵੀ ਐਸੀ ਗੱਲ ਮਿਸਟਰ ਐਕਸ ਸਾਹਿਬ, ਉਹ ਸਾਡੇ ਸਾਰੇ ਭਰਾ ਨੇ ਅੱਲਾ ਦੇ ਬੰਦੇ, ਅਸੀਂ ਤੇ ਖਾਲੀ ਨੱਚਦਾ। ਨਹੀਂ ਜੱਟ ਸਾਹਿਬ ਮੈਂ ਅਗਰ ਰਸਵਾ ਹਾਂਜੀ सही हो गया। जी जट साहब, मेरी जान साहब आए माशाल्लाह। ये क्या है यार, इन लोगों को क्या मुश्किल हो रही भाई, औरतों की तरह बातें कर रहे हैं। मेरी जान साहब, आप उनके स्टाइल देख रहे हैं बोलने की, जैसे औरतें नहीं पेंड की होती। जी बिल्कुल। जैसे वो कुपत्ती औरतें होती, गांव की लड़ाइयां डलवाने वाली और फसाद डलवाने वाली, कभी उसके दरवाजे के पास खड़ी होती, कभी उस दरवाजे पे खड़ी होती है फसाद। अल्लाह की कसम वही महसूस हो रहा है मुझको कि बिल्कुल ये कोई गांव की औरत है। ऐसे ही है जी, ऐसे ही है बिल्कुल। चस आ रही है ना, पूरी चस आ रही मुखनसा नु गलते वे। ठीक है ਸਾਡੇ ਦੱਸੋ ਤਾਂ ਮਾਈਕ ਨੂੰ ਕੀ ਮਤਲਬ, ਸਾਡੀ ਆਵਾਜ਼ ਵਾਪਸ ਕਿਉਂ ਤੁਹਾਡੇ ਮਾਈਕ ਤੋਂ ਆਉਂਦੀ? ਮੇਰੇ ਮਾਈਕ ਚ ਆਉਂਦੀ ਆਵਾਜ਼? ਹਾਂ ਤੁਹਾਡੇ ਤੋਂ ਆਉਂਦੀ, ਡਿਸਟਰਬੈਂਸ ਬੜੀ ਨਾ, ਆਵਾਜ਼ ਗੂੰਜਦੀ ਸਾਡੀ, ਕੋਈ ਡਿਸਟਰਬੈਂਸ ਹੁੰਦੀ ਹੈ ਨਾ। ਤੇ ਮੈਂ ਹਿਸਾਬ ਲਾਓ ਕਿ ਮੈਂ ਇੰਨਾ ਜ਼ਿਆਦਾ ਮਤਲਬ ਕਿ ਉਹ ਕੀ ਉਹ ਨਾ ਹੁੰਦਾ ਸੀਗਾ ਨਾਸਰ ਬਾਟਾ ਵਾਲਾ ਫਿਰ ਸ਼ੁਰੂ ਹੋ ਗਿਆ ਇਹਦੇ ਵਿੱਚ, ਇਹਨੇ ਨਾ ਖਤਮ ਕਰਤਾ। ਬਿਠਾ ਕੇ ਬਹਿਰੀਨ ਤੋਂ ਗਾਲਾਂ ਕਢਵਾਈਆਂ ਨੇ ਤੇ ਬਹਿਰੀਨ ਇਸ ਮੌਕੇ ਦੇ ਇੰਤਜ਼ਾਰ ਵਿੱਚ ਸੀਗਾ। ਫਿਰ ਬਹਿਰੀਨ ਨੇ ਆਪਣੀ ਲਾਈਵ ਦੇ ਉੱਤੇ ਨਾਰੇ ਮਾਰੇ ਨੇ ਕਿ ਚੰਗਾ ਮੈਨੂੰ ਕਾਬੂ ਕਰਕੇ ਦਿੱਤਾ ਹੈ, ਕਾਬੂ ਕਰਕੇ ਮੈਨੂੰ ਪਕੜਾਇਆ ਹੈ। ਬਟ ਮੇਰੀ ਗੱਲ ਦੀ ਸਮਝ ਆਈ? ਕਿੰਨੇ ਦੁੱਖ ਦੀ ਗੱਲ ਹੈ ਯਾਰ ਕਿ ਤੁਸੀਂ ਇੱਕ ਮੁਖਾਲਫ ਬੰਦੇ ਨੂੰ ਜਿਹੜਾ ਮੌਕਾ ਲੱਭ ਰਿਹਾ ਸੀ, ਹੁਣ ਤੁਸੀਂ ਮੌਕਾ ਦਿੱਤਾ ਤੇ ਬਿਠਾ ਕੇ ਤੁਸੀਂ ਗਾਲਾਂ ਕਢਵਾਈਆਂ ਨੇ। ਹੁਣ ਬੱਟ ਸਾਹਿਬ ਨੂੰ ਮਾਫੀ ਮੰਗ ਲਈ, ਮਾਫੀ ਬੱਟ ਸਾਹਿਬ ਨੂੰ ਤਾਂ ਕੋਈ ਨਹੀਂ ਮਾਫੀ ਮੰਗੀ ਬੱਟ ਸਾਹਿਬ ਕੋਲੋਂ ਕਿ ਬੱਟ ਸਾਹਿਬ ਨੂੰ ਇਹ ਕਿਹਾ ਹੈ ਕਿ ਮੈਂ ਬਹਿਰੀਨ ਤੋਂ ਤੁਹਾਡੇ ਨਾਲ ਜ਼ਿਆਦਤੀ ਕਰਵਾਈ ਸੀ, ਮੈਂ ਗਾਲਾਂ ਕਢਵਾਈਆਂ ਸੀ, ਮੈਂ ਉਹਦੀ ਮਾਫੀ ਮੰਗਦਾ। ਇਹ ਕਿਹਾ ਹੈ ਬੱਟ ਸਾਹਿਬ ਨੂੰ? ਕਿਹਾ ਹੀ ਨਹੀਂ। ਮੁੱਦਾ ਤਾਂ ਉੱਥੋਂ ਸਟਾਰਟ ਹੋਇਆ ਸੀ ਨਾ, ਗੱਲ ਤਾਂ ਉੱਥੋਂ ਖਰਾਬ ਹੋਈ ਸੀ ਨਾ। ਮੈਨੂੰ ਦੱਸੋ ਨਾ, ਬੱਟ ਸਾਹਿਬ ਨੂੰ ਇੱਥੇ ਬੁਲਾਓ, ਬੱਟ ਸਾਹਿਬ ਕਿਉਂ ਕਿਹਾ ਹੈਗਾ? ਸਾਫੀ ਸਾਹਿਬ ਨਹੀਂ ਪਤਾ ਕਿ ਤੁਹਾਡੀ ਕਿੱਥੋਂ ਗੱਲ ਖਰਾਬ ਹੋਈ ਹੈ, ਕਿੱਥੋਂ ਨਹੀਂ ਗੱਲ ਖਰਾਬ ਹੋਈ। ਮੈਂ ਤੇ ਇੱਕ ਦਿਨ ਹੀ ਗਿਆ ਵਾਂ ਦੇ ਉੱਤੇ ਜਿੱਥੇ ਅਲੀ ਅਕਬਰ ਸਾਹਿਬ ਤੇ ਸੀਸੀ ਸਾਹਿਬ ਲੋਕਾਂ ਦੀਆਂ ਮਾਵਾਂ ਭੈਣਾਂ ਨੂੰ ਗਾਲਾਂ ਕੱਢਦੇ ਨੇ ਤੇ ਹਰ ਅਹਿਮਦੀ ਨੂੰ ਆਏ ਜਾਏ ਨੂੰ ਗਾਲਾਂ ਕੱਢ ਦਿੰਦੇ ਨੇ। ਅਹਿਮਦੀ ਨਾਲ ਲੱਭਣ ਗੈਰ ਅਹਿਮਦੀਆਂ ਨੂੰ ਗਾਲਾਂ ਕੱਢ ਦਿੰਦੇ ਨੇ, ਗੈਰ ਅਹਿਮਦੀ ਨਾਲ ਲੱਭਣ ਤੇ ਹੋਰ ਕੋਈ ਵੀ ਨਾ ਲੱਭੇ ਤੇ ਉਮੁਲ ਮੋਮਿਨੀਨ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦੇ ਨੇ। ਇਹ ਕਾਰਡ ਖੇਡ ਰਹੇ ਹੋ, ਖੇਡੋ ਕਾਰਡ। ਆਵਾਮ ਨੂੰ ਪਤਾ, ਆਵਾਮ ਨੂੰ ਪਤਾ ਵਾਸਤੇ ਥੱਲੋਂ ਕਿਤੇ ਗਲਤੀ ਨਾਲ ਲੰਘ ਪਿਆ ਸਾਂ ਤੇ ਇਹ ਉੱਤੇ ਕੱਢ ਕਾਰਡ ਪੂਰਾ ਖੇਡਣਾ ਖੇਡ ਨਾ। ਠੀਕ ਹੈ, ਇਹ ਬਾਕੀ ਅਹਿਮਦੀਆਂ ਨੂੰ ਜੋ ਗਾਲਾਂ ਕੱਢ ਰਹੇ ਨੂੰ ਥੱਲੇ ਵੇਖ ਕੇ ਨਾ, ਮੈਂ ਨਹੀਂ ਕੁਛ ਕਹਿ ਰਿਹਾ, ਮੈਨੂੰ ਵੇਖ ਕੇ ਇੰਨੀਆਂ ਚੀਕਾਂ ਇੰਜੋਏ ਕਰ ਰਹੇ ਸੀ। ਮੈਨੂੰ ਬੜਾ ਗੁੱਸਾ, ਮੇਰਾ ਬੜਾ ਦਿਲ ਕਰੇ ਕਿ ਮੈਂ ਉੱਥੇ ਜਾ ਕੇ ਇਹ ਅਲਫਾਜ਼ ਕਵਾਂ ਕਿ ਮੈਂ ਤੁਹਾਡੇ ਮੂੰਹ ਤੇ ਥੁੱਕਣਾ,
ਤੁਸੀਂ ਮੈਨੂੰ ਆਖਣ ਦਿਓ ਮੈਂ ਮਾਫੀ ਮੰਗਾ ਤੁਹਾਡੇ ਕੋਲ? ਗੁਸਤਾਖੋ, ਅਸੀਂ ਨਹੀਂ ਇਹ ਕਹਿਣਾ, ਤੁਹਾਡੇ ਮੂੰਹ ਤੋਂ ਅਸੀਂ ਮੈਂ ਨਹੀਂ ਇਹ ਪਿਛਲੀਆਂ ਕਹਿਣਾ ਕਿ ਗਾਲਾਂ ਮੂੰਹ ਭੁੱਲ ਤੇ ਗਿਆ ਥੁੱਕਣਾ ਜਿਹੜੀਆਂ ਹੈ। ਉਮੁਲ ਮੋਮਿਨੀਨ ਨੂੰ ਕੱਢੀਆਂ ਨੇ। ਮੈਂ ਭੁੱਲ ਗਿਆ ਸਰ, ਨਹੀਂ ਸਭ ਭੁੱਲਿਆ। CCD ਇਹ ਸਾਹਿਬ, ਸਮਝੋ ਕਿ ਮੈਂ ਤੁਹਾਡੇ ਮੂੰਹ ਤੇ ਥੁੱਕਣ ਆਇਆ। ਅਸੀਂ ਨਹੀਂ ਕਹਿਣਾ ਕਿ ਤੁਹਾਡੇ ਮੂੰਹ ਤੇ ਥੁੱਕਣਾ ਅਸੀਂ ਨਾ। ਥੁੱਕਣ ਆਇਆ ਵਾਂ, ਥੁੱਕ ਮੈਂ ਤੁਹਾਡੇ ਮੂੰਹ ਤੇ ਸੁੱਟਿਆ ਹੈ। ਤੁਸੀਂ ਅੱਗੋਂ ਕਿਹਨਾਂ ਲੈਦਾ ਵਾਪਸ ਦੇਖਣਾ ਇਹਨਾਂ ਦੇ ਮੂੰਹ ਤੇ ਆਪ ਇਹਨਾਂ ਦਾ ਥੁੱਕ ਡਿੱਗਦਾ। ਇਹ ਤੁਹਾਨੂੰ ਪਤਾ ਨਾ ਕੀ ਫਤਵਾ ਇਹਦੇ ਉੱਤੇ? ਸਖਤ ਲਫ਼ਜ਼ ਨਹੀਂ, ਸਖਤ ਲਫ਼ਜ਼ ਪਲੀਜ਼। ਇਹ ਥੱਲੇ ਮੂਨ ਸਾਹਿਬ ਬੈਠੇ ਨੇ, ਉਧਰੋਂ ਆ ਗਏ ਤੇ ਇਹਨਾਂ ਉੱਤੇ ਚੁੱਕ ਲਓ। ਅਗਰ ਮੇਰੀ ਗੱਲ ਹੋ ਜਾਂਦੀ ਹੈ ਰਹਿਣ ਦਿਓ ਮੋਹਨ ਭਾਈ, ਰਹਿਣ ਦਿਓ। ਤੂੰ ਬਹਿਮੇ ਹੋ ਜਾਂਦੀ ਹੈ ਤੇ ਵਿੱਚ ਬਸ਼ਰ ਕਿਉਂ ਨੱਚਦਾ? ਮੈਨੂੰ ਇਹ ਨਹੀਂ ਗੱਲ ਸਮਝ ਲੱਗੀ ਯਾਰ। ਗੱਲ ਜੋ ਨਾ ਸਾਡੀ ਹੋ ਜਾਂਦੀ ਹੈ, ਭਰਾਵਾਂ ਦੇ ਆਪਸ ਚ ਲੜਾਈ ਵੀ ਹੋ ਜਾਂਦੀ ਹੈ, ਕੋਈ ਵਾਧਾ ਘਾਟਾ ਹੋ ਜਾਂਦਾ, ਵੀ ਤੀਸਰਾ ਬੰਦਾ ਆ ਕੇ ਬਹਿ ਕੇ ਨੱਚਦਾ। ਹਾਂ ਨਹੀਂ ਉਹ ਨਾ, ਅਗਰ ਦੇਖੋ ਤੁਹਾਡਾ ਜ਼ਿਕਰ ਨਹੀਂ ਕਰ ਰਹੇ ਅਸੀਂ, ਤੁਹਾਡਾ ਜ਼ਿਕਰ ਯਾਰ ਮੈਂ ਤੇ ਹੁਣ ਆਇਆ, ਤੁਸੀਂ ਮਾਵਾ ਭੈਣਾਂ ਦੀਆਂ ਇੱਕ ਮਿੰਟ ਰਾਣਾ ਸਾਹਿਬ ਹੁਣ ਯਾ ਮੈਨੂੰ ਨਾ ਕਰੋ, ਸੁਣ ਲਓ। ਯਾਰ ਨੇ ਬੋਲਿਆ ਯਾਰ, ਮੈਂ ਕਿੰਨੀ ਦੇਰ ਬਾਅਦ ਬੋਲਿਆ, ਪਤਾ ਮਾਈਕ ਨਾ ਖੋਇਆ ਕਰੋ। ਅੱਛਾ ਲੱਗਾ ਅੱਛਾ ਇੱਕ ਮਿੰਟ ਪਲੀਜ਼, ਮਿਹਰਬਾਨੀ ਰਾਣਾ ਸਾਹਿਬ, ਮੈਨੂੰ ਪਤਾ ਯਾਰ ਲੋਕੀ ਨੇ ਤਾਂ ਨਾਰਾਜ਼ ਹੋ ਜਾਂਦੇ ਨੇ। ਮੈਂ ਯਕੀਨ ਮੰਨੋ, ਮੈਂ ਨਾ ਸਿਰਫ ਇੱਕ ਚੀਜ਼ ਤੁਹਾਡੇ ਕੰਨੀ ਪਾਣਾ ਚਾਹਨਾ, ਠੀਕ ਹੈ, ਕਿ ਤੁਸੀਂ ਲੋਕ ਜਿਹੜੇ ਹੋ ਨਾ, ਜਿਹੜੇ ਚਾਹੁੰਦੇ ਹੋ ਪਏ ਕਿ ਸਾਡਾ ਜ਼ਿਕਰ ਹੋਏ, ਸਾਨੂੰ ਤੁਹਾਨੂੰ 2 ਮਿੰਟ ਤੁਹਾਡੇ ਨਾਲ ਗੱਲ ਕਰੀ ਨਾ, ਤੀਜੇ ਮਿੰਟ ਤੁਸੀਂ ਮਾਂ ਭੈਣ ਦੀ ਗਾਲ ਕੱਢਦੇ ਹੋ ਤੇ ਚੌਥੇ ਮਿੰਟ ਤੁਹਾਡੇ ਮੂੰਹ ਤੋਂ ਝਿੱਗ ਨਿਕਲ ਆਉਂਦੀ ਹੈ। ਉਹ ਪਤਾ ਲੱਗਣ ਡਿਆ ਕਿ ਡਿਬੇਟ ਉਹ ਪਤਾ ਲੱਗਣ ਡਿਆ ਕਿ ਕਾਰਡ ਤੋਂ ਬਗੈਰ ਤੁਸੀਂ ਗੱਲ ਕਰ ਨਹੀਂ ਸਕਦੇ। ਕਾਰਡ ਤੋਂ ਬਗੈਰ ਇੱਕ ਮਿੰਟ ਓਏ ਰਾਣਾ ਸਾਹਿਬ ਆਏ ਨੇ, ਥੱਲੇ ਨਾ ਕਰੋ ਯਾਰ ਇਹੋ ਜਿਹੀ ਕੋਈ ਗੱਲ, ਹੁਣ ਛੱਡਿਓ। ਬਿਲਕੁਲ ਹਾਂਜੀ ਰਾਜੀ ਸਾਹਿਬ ਆਏ ਨੇ। अस्सलाम वालेकुम राजी साहब। वालेकुम अस्सलाम। ਅਮਨ ਕਮੇਟੀ ਦੇ ਸਦਰ ਆ ਗਏ ਨੇ। मैं बस यही चेक करना है, सब दी ओरिजिनल आईडी बैठी है, मैं फिर वो हुन गौर कीता। अच्छा जी की हाल है राजी? माशाल्लाह, जारी रखें गुफ्तगू, मजा आ रहा है। जी हाँ जी। अच्छा 1122 भाई, यार इसी औरत में ना बात करें अभी, रमजान का पहला अशरा है तो रहमत और मग़फ़िरत माशाल्लाह जारी रखें। ਇੱਕ ਮਿੰਟ ਯਾਰ ਗੱਲ ਤੇ ਦੱਸ ਲੈਣ ਦਿਓ ਰਾਣਾ ਸਾਹਿਬ ਨੂੰ। ਐਕਸ ਭਾਈ ਮੈਂ ਗੱਲ ਮੁਕਾ ਗਿਆ, ਜੋ ਗੱਲ ਮੁੱਕ ਨਹੀਂ ਗਈ ਕਿ ਫਿਰ ਉੱਥੇ ਹੀ ਇਹ ਗੱਲ ਮਾਸ਼ਾਅੱਲਾ ਦੱਸੋ। ਮੈਂ ਇਹ ਜਿਹੜੀ ਤੁਹਾਡੀ ਬਰਾਤ ਹੈ ਇਹ ਮਾਸ਼ਾਅੱਲਾ ਖਤਮ ਹੋ ਗਈ। ਇਹ ਪੂਰੀ ਜਿਹੜੀ ਜਮਾਤ ਅਹਿਮਦੀਆ ਹੈ ਨਾ ਟਿਕਟੌਕ ਤੇ, ਉਹਦੀ ਤਰਬੀਅਤ ਲਈ ਜਿਹੜੀ ਇਹਨੂੰ ਡੈਜ਼ਿਗਨੇਟ ਕੀਤਾ ਗਿਆ। ਤੇ ਸਭ ਅਸੀਂ ਕਿਸੇ ਨੂੰ ਕੋਈ ਗਾਲ ਨਹੀਂ, ਅਸੀਂ ਕਿਸੇ ਨਹੀਂ ਰਾਣਾ ਸਾਹਿਬ ਤੁਸੀਂ ਵੀ ਉਹਦੇ ਰੂਹੇ ਰਵਾਓ ਮਾਸ਼ਾਅੱਲਾ। ਛੱਡਦੇ ਰਾਣਾ ਸਾਹਿਬ ਇਸ ਟਾਈਮ ਮੇਰੀ ਵੀ ਤਰਬੀਅਤ ਮੈਨੂੰ ਤੇ ਯਕੀਨ ਕਰੋ ਐਸਾ, ਪਿਛਲੇ 5 ਦਿਨਾਂ ਤੋਂ ਇੰਨੀਆਂ ਗਾਲਾਂ ਪਈਆਂ ਨੇ, ਮੈਂ ਇੱਕ ਗੱਲ ਦਾ ਜਵਾਬ ਨਹੀਂ ਦਿੱਤਾ। ਮੈਂ ਤਾਂ ਜਵਾਬ ਦਿੰਦਾ ਹੀ ਨਹੀਂ ਗੱਲ ਦਾ, ਕੱਢੀ ਅੱਛਾ ਚਲੋ ਛੱਡ ਦਿਓ, ਹੁਣ ਛੱਡ ਦਿਓ ਯਾਰ, ਨਾ ਹੋਰ ਮੌਜੂ ਤੇ ਕਿਸੇ ਤੇ ਕਰ ਲੈਣੇ ਆ। ਕੀ ਕਰਦੇ ਹੋ, ਨਾ ਕਰੋ ਪਲੀਜ਼। ਹੋਰ ਮੌਜੂ ਬਥੇਰੇ ਹੁੰਦੇ ਨੇ। ਇਹਨੂੰ ਕਹਿੰਦੇ ਨੇ ਮੁਖਨਸਪਨ। जी राजा साहब अस्सलाम वालेकुम रहमतुल्लाह। वालेकुम अस्सलाम रहमतुल्लाह। क्या हाल है राजा साहब, ठीक हो? ठीक, अल्लाह का शुक्र। सारे भाइयों ਨੂੰ ਪਿਆਰ ਭਰਾ ਸਲਾਮ। ਹਾਂਜੀ ਜਜ਼ਾਕੱਲਾ ਰਾਜਾ ਸਾਹਿਬ, ਤੁਸੀਂ ਵੱਡੇ ਭਾਈ ਹੋ ਸਾਡੇ ਬੜੇ। ਅਗਰ ਕਿਤੇ ਮੈਂ ਤੇ ਕਹ ਲੋ ਕਿ ਆਮ ਜਿਹੜੇ ਬੰਦੇ ਨੇ, ਜਿਹੜੇ ਕਿ ਤੁਹਾਡੇ ਵਾਂਗੂ ਪੁਰਾਣੇ ਨਹੀਂ ਹੈ, ਨਵੇਂ ਨੇ, ਠੀਕ ਹੈ, ਉਹ ਸਾਡੇ ਤੋਂ ਵੱਡੇ ਨੇ, ਮੋਤਬਰ ਨੇ, ਆਪਣੇ ਆਪ ਨੂੰ ਅਗਰ ਅਕਲਮੰਦ ਸਮਝਦੇ ਨੇ, ਅਸੀਂ ਤੇ ਉਹਨਾਂ ਨੂੰ ਵੀ ਹੱਕ ਦਿੰਦੇ ਹਾਂ ਕਿ ਰਿਕਾਰਡਿੰਗ ਕਰਿਓ ਰਾਜਾ ਸਾਹਿਬ ਦਾ, ਸਾਨੂੰ ਰੋਕੋ, ਸਾਨੂੰ ਸਾਡੀ ਗਲਤੀ ਦਾ ਅਹਿਸਾਸ ਦਿਲਾਓ ਦਾ ਕਹ ਲੋ ਕਿ ਹੱਕ ਦੇਣੇ ਆ, ਹਰ ਇੱਕ ਨੂੰ ਹੱਕ ਦੇਣੇ ਆ। ਮੈਂ ਤੇ ਆਜ਼ਾਦੀ ਤੌਰ ਤੇ ਇਹੀ ਕਰਨਾ ਵਾ, ਲੇਕਿਨ ਮੈਂ ਇਹ ਨਹੀਂ ਕਹਿੰਦਾ ਕਿ ਅਗਰ ਇਹੀ ਗੱਲ ਮੈਂ ਤੁਹਾਡੇ ਨਾਲ ਜਾਂ ਕਿਸੇ ਦੇ ਨਾਲ ਕਰਾਂ ਤੇ ਤੁਸੀਂ ਅੱਗੋਂ ਮੈਨੂੰ ਮੇਰੀ ਮਾਂ ਭੈਣ ਦੀਆਂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿਓ ਰਮਜ਼ਾਨ ਦੇ ਪਹਿਲੇ ਅਸ਼ਰੇ ਤੇ, ਬਲਕਿ ਇਹ ਪਹਿਲੇ ਰੋਜ਼ੇ ਜਾਂ ਦੂਜੇ ਰੋਜ਼ੇ ਦੀ ਗੱਲ ਹੈ, ਠੀਕ ਹੈ। ਅਗਰ ਕੋਈ ਗੱਲ ਬੰਦਾ ਕਰ ਰਿਹਾ ਤੁਹਾਡੇ ਨਾਲ ਤੇ ਤੁਸੀਂ ਥੱਲੇ ਮੈਂ ਕਮੈਂਟ ਕਰ ਰਿਹਾ ਸਾਂ ਤੇ ਇਹ ਬੰਦਾ ਉੱਤੇ ਮੈਨੂੰ ਮਾਵਾਂ ਭੈਣਾਂ ਦੀਆਂ ਗਾਲਾਂ ਕੱਢ ਰਿਹਾ ਸੀ, ਜਿਨ੍ਹਾਂ ਦਾ ਨਾਮ ਜਿਨ੍ਹਾਂ ਨੂੰ ਇਹ ਲਕਬ ਦਿੱਤਾ ਗਿਆ ਸੀ ਸਾਡੇ ਪਿਆਰੇ मोहतरम भाई ने, एक ਉਹਨਾਂ ਦੀ ਤਰਫੋਂ हजरत वाला ना, सही है कि फलां फलां हजरत वाले ना, हजरत कहना शुरू उन्होंने किया ही सब तो पहले, हजरत अली अकबर रजी अल्लाह अन्हो। ठीक है सर, ਅਸੀਂ ਵੀ कह लो कि ਹੁਣ ਬਰਦਾਸ਼ਤ ਇੱਕ ਹੱਦ ਤੱਕ ਰੱਖੀ ਦੀ ਹੈ, ਠੀਕ ਹੈ, ਇੱਕ ਟਾਈਮ ਤੱਕ ਰੱਖੀ ਦੀ ਹੈ, ਇੱਕ ਲਿਮਿਟ ਤੱਕ ਰੱਖੀ ਦੀ ਹੈ। ਹੁਣ ਇੰਨਾ ਨਹੀਂ ਬਰਦਾਸ਼ਤ ਕਰ ਸਕਦੇ ਕਿ ਇੱਕ ਬੰਦਾ ਸਿਰ ਤੇ ਚੜ ਕੇ ਨੱਚਣ ਲੱਗ ਪਏ ਤੇ ਅਸੀਂ ਫੇਰ ਵੀ ਚੁੱਪ ਕਰਕੇ ਤੇ ਉਹਦੀ ਗੱਲ ਸੁਣਦੇ ਰਹੀਏ ਤੇ ਉਹ ਇੱਥੋਂ ਤੱਕ ਹੱਦ ਵੱਧ ਜੇ ਕਿ ਉਹ ਮੁਕੱਦਸਾਤ ਨੂੰ ਹੀ ਗਾਲਾਂ ਕੱਢਣੀਆਂ ਸ਼ੁਰੂ ਕਰ ਦੇ।
ਇੱਥੇ ਫਿਰ ਸਬਰ ਟੁੱਟ ਗਿਆ ਸੀ, ਜਿਹਦੀ ਵਜ੍ਹਾ ਤੋਂ ਇਹ ਕੰਮ ਥੋੜਾ ਕੁ ਕਹਿ ਲੋ ਕਿ ਇਹ ਪੀਕ ਫੜੀ ਇਸ ਕੰਮ ਨੇ। ਵਰਨਾ ਯਕੀਨ ਮੰਨੋ ਅਗਰ ਸਿਰਫ ਉਹ ਦੋ ਅਲਫਾਜ਼ ਨਾ ਹੁੰਦੇ ਨਾ ਵਿੱਚ ਜਿਹੜੇ ਕਿ ਉਮੁਲ ਮੋਮਿਨੀਨ ਨੂੰ ਗਾਲ ਪਈ ਸੀ। ਇਹ ਗੱਲ ਇਮਤਿਆਜ਼ ਭਾਈ ਉਹ ਕਿ ਗੱਲ ਕੀ ਹੈ, ਕਿਹਦੀ ਕਿੱਥੇ ਗਲਤੀ ਹੈ, ਜਾਂ ਉਹ ਇਹਨੂੰ ਸਾਈਡ ਤੇ ਰੱਖ ਕੇ ਜਿਸ ਤਰੀਕੇ ਦੇ ਨਾਲ ਬਾਰ-ਬਾਰ ਸਮਝਾਣੇ ਦੇ ਬਾਵਜੂਦ ਜਾਂ ਤਵੱਜੋ ਦਿਵਾਣੇ ਦੇ ਭਾਈਆਂ ਦੀ ਇੱਕ ਦੂਸਰੇ ਨੂੰ ਉਹਦੇ ਬਾਵਜੂਦ ਇਸ ਟਾਈਮ ਜਦੋਂ ਹੁਣ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਨਤੀਜਾ ਕੀ ਹੈ? ਉਹ ਨਤੀਜਾ ਮੈਨੂੰ ਅਗਰ ਤੁਸੀਂ ਦੱਸ ਦਿਓ। ਮੈਂ ਦੱਸ ਦੇਣਾ ਇਹ ਵੇ ਕਿ ਅਗਰ ਛੋਟੀ ਜੀ ਗੱਲ ਹੈ ਜਿਵੇਂ ਮਿਸਟਰ ਐਕਸ ਸਾਹਿਬ ਨੇ ਨਤੀਜੇ 'ਚ ਮਕਸਦ ਹਾਸਲ ਹੋ ਗਿਆ। ਹਾਂ ਨਹੀਂ ਮੈਂ ਉਹੀ ਦੱਸਣ ਲੱਗਾ, ਮੈਂ ਉਹੀ ਤੁਹਾਨੂੰ ਦੱਸਣ ਲੱਗਾ ਕਿ ਮਕਸਦ ਜਿਹੜਾ ਨਿਕਲਿਆ ਜੇ ਥੱਲੇ ਆਜ਼ਾਦ ਰਾਜਪੂਤ ਸਾਹਿਬ ਬੈਠੇ ਨੇ ਜਿਹੜੇ ਮੈਨੂੰ ਕਹਿ ਰਹੇ ਨੇ ਮੈਂ ਸ਼ੈਤਾਨੀ ਕਰ ਰਿਹਾ। ਇਹੋ ਜਿਹੇ ਬੰਦੇ 4-5 ਉਹਦੇ ਕੋਲ ਅੱਜ ਗਏ ਨੇ, ਜਾ ਕੇ ਮੈਂ ਤੁਹਾਨੂੰ ਵੀਡੀਓ ਸੁਣਾਵਾਂ, ਉਹ ਇਹ ਗੱਲ ਕਰ ਰਹੇ ਨੇ ਯਾਰ ਇਹਨੇ ਤੇ ਉਮਰ ਮੋਮਿਨੀਨ ਨੂੰ ਗਾਲ ਹੀ ਨਹੀਂ ਕੱਢੀ, ਇਹਨੇ ਤੇ ਸਿਆਣੀ ਨੂੰ ਕੱਢੀ ਇਹ ਗਾਲ। ਅਸਤਗਫੁਰੁल्लाह ਨਊਜ਼ ਬਿल्ला ਕਿ ਉਹਨਾਂ ਨੂੰ ਅਗਰ ਉਹ ਜਿਹੜੇ ਗੱਲ ਨੇ ਇਹੋ ਜਿਹੇ ਕੋਈ ਵੀ ਦੁਹਰਾਣੇ ਦੀ ਪਲੀਜ਼ ਜ਼ਰੂਰਤ ਨਹੀਂ। ਜਿਹੜੇ ਮੁਕੱਦਸਾਤ ਦੇ ਬਾਰੇ ਚ ਕਿਸੇ ਨੇ ਬਕਵਾਸ ਅਗਰ ਕੋਈ ਕੀਤੀ ਹੈ ਨਾ, ਕਿਸੇ ਨੇ ਵੀ ਕੀਤੀ ਹੈ, ਉਹ there is no need to repeat it। ਠੀਕ ਹੈ। ਮੈਂ ਇੱਕ ਗੱਲ ਸਿਰਫ ਜੇ 1122 ਸਾਹਿਬ ਮੈਂ ਅਲਾਓ ਕਰੋ ਮੈਨੂੰ, ਮੈਂ ਰਾਜਾ ਸਾਹਿਬ ਨੂੰ ਸਿਰਫ ਇੱਕ ਗੱਲ ਦੱਸਣਾ ਚਾਹੁੰਦਾ। ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਖਾਸ ਤੌਰ ਤੇ, ਮਾਈਕ ਇੱਕ ਮਿੰਟ ਬੰਦ ਕਰਨਾ ਕਿਸੇ ਦਾ ਖੁੱਲਾ, ਮੈਨੂੰ ਮੇਰੀ ਆਵਾਜ਼ ਵਾਪਸ ਆ ਰਹੀ ਹੈ। ਕੋਈ ਵੀ ਬੰਦਾ ਉਹਦਾ ਕਿਸੇ ਮਜ਼ਹਬ ਮਸਲਕ ਦੇ ਨਾਲ ਤਾਲੁਕ ਹੈ ਜਾਂ ਆਪਣੇ ਆਪ ਨੂੰ ਜਿੱਥੇ ਵੀ ਆਇਡੈਂਟੀਫਾਈ ਕਰਦਾ, ਜਿਹੜਾ ਬੰਦਾ ਸਈਦਨਾ ਰਸੂਲ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਦੇ ਹਵਾਲੇ ਦੇ ਨਾਲ ਲਹਿਜਾ ਵੀ ਆਪਣਾ ਇਸ ਕਿਸਮ ਦਾ ਰੱਖਣਾ ਨਾ ਜਿਹਦੇ ਤੇ ਬੇਅਦਬੀ ਦਾ ਸ਼ਾਇਬਾ ਵੀ ਹੈ, ਉਹ ਅਨਕੰਡੀਸ਼ਨਲੀ ਕੰਡੈਮੇਬਲ ਹੈ ਔਰ ਕਾਬਿਲ ਮੁਜ਼ੰਮਤ ਹੈ ਹਰ ਲਿਹਾਜ਼ ਦੇ ਨਾਲ। ਔਰ ਉਹ ਇਨਸਾਨ ਅੱਲਾਹ ਤਾਲਾ ਦੇ ਖੁਦਾ ਦਾ ਵਾਦਾ ਸਭ ਤੋਂ ਜ਼ਿਆਦਾ ਗੈਰਤ ਆਪਣੇ ਨਬੀ ਅੰਬੀਆਂ ਦੀ ਅੱਲਾਹ ਤਾਲਾ ਰੱਖਦਾ, ਉਹ ਕਾਬਿਲ ਮੁਆਖਜ਼ਾ ਹੈ। ਉਸ ਬੰਦੇ ਤੋਂ ਦੂਰ ਰਹਿਣਾ ਚਾਹੀਦਾ। ਇੱਕ ਦਫਾ ਅੱਛੇ ਤਰੀਕੇ ਦੇ ਨਾਲ, ਇੱਕ ਦੋ ਦਫਾ ਅੱਛੀ ਤਰ੍ਹਾਂ ਨਸੀਹਤ ਕਰਕੇ ਉਸ ਤੋਂ ਬਾਅਦ ਉਸ ਬੰਦੇ ਜਦ ਤੱਕ ਉਹ ਰਜੂ ਨਾ ਕਰ ਲੈ ਉਹਦੇ ਕਰੀਬ ਨਹੀਂ ਜਾਣਾ ਚਾਹੀਦਾ। ਇਸੇ ਤਰ੍ਹਾਂ ਹੀ ਜਿਹੜਾ ਅਕਾਬਰੀਨ ਨੇ ਉਮਤ ਨੇ ਜਿਹਦੇ ਚ ਸਹਾਬਾ ਇਕਰਾਮ ਰਜ਼ੀ ਅੱਲਾਹ ਤਾਲਾ ਅਨਹੁਮ ਨੇ, ਉम्महातुल मोमिनीन रज़ी अल्लाह ताला अन्हुमा ने, हज़रत मसीह मौऊद अलैहिस्सलाम ने, खुलफाए मसीह मौऊद अलैहिस्सलाम ने, ਤੇ ਇਹਨਾਂ ਸਾਰਿਆਂ ਦੇ ਬਾਰੇ ਚ ਇਹੀ ਰਵੱਈਆ ਸਾਡਾ ਰਹਿਣਾ ਚਾਹੀਦਾ। ਜਿੱਥੇ ਵੀ ਕਿਤੇ ਕੋਈ ਫਰਦ ਜਾਂ ਗਰੋਹ ਐਸੀ ਗੁਫ਼ਤਗੂ ਕਰਦਾ ਉਹਦਾ ਹਿੱਸਾ ਬਣਨ ਦੀ ਜ਼ਰੂਰਤ ਨਹੀਂ। ਕਿਉਂ ਕਿ ਇਹ ਮੇਰੇ ਇਖਤਿਆਰ ਚ ਇੰਨਾ ਕੁ ਹੈ ਕਿ ਜਿੱਥੇ ਮੈਂ ਨਸੀਹਤ ਕਰ ਸਕਣਾ ਉਹ ਕਰ ਦਿਆਂ, ਲੇਕਿਨ ਉਹਦਾ ਹਿੱਸਾ ਨਾ ਬਣਨਾ ਇਹ ਮੇਰੇ ਇਖਤਿਆਰ ਚ। ਔਰ ਅਗਰ ਮੈਂ ਉਸ ਐਸੀ ਬਰਾੜ ਤੇ ਜਿਹੜੀ ਅਹਿਮਦੀ ਹੈ ਜਿਸ ਤਰ੍ਹਾਂ ਮੁਬਸ਼ਰ ਭਾਈ ਦੀ ਹੈ, ਇਹ ਸਾਡੇ ਇਖਤਿਆਰ ਚ ਕਿ ਅਸੀਂ ਐਸੇ ਬੰਦੇ ਦੀ ਗੁਫ਼ਤਗੂ ਨਾ ਸੁਣੀ, ਉਹਦੇ ਤੋਂ ਕਿਨਾਰਾ ਕਸ਼ੀ ਕਰੀਏ। ਇਸ ਲਈ ਇਹ ਕਿਸੇ ਨਾ ਕਿਸੇ ਹੱਦ ਤੱਕ ਸਾਨੂੰ ਆਪਣਾ ਵੀ ਜਾਇਜ਼ਾ ਲੈਣਾ ਚਾਹੀਦਾ ਕਿ ਉਹ ਤੇ ਜਿਹੜੇ ਕਰਨ ਡਏ ਨੇ ਲੇਕਿਨ ਅਸੀਂ ਉਹਦੇ ਚ ਕਿੰਨੀ ਕੁ ਕੰਟਰੀਬਿਊਸ਼ਨ ਭਾਵੇਂ ਅਨਨੋਇੰਗਲੀ ਅਗਰ ਕਰ ਰਹੇ ਹਾਂ। ਇੱਕ ਬੰਦਾ ਹੈ ਜਾਂ ਦੋ ਬੰਦੇ ਨੇ ਜਾਂ ਤਿੰਨ ਬੰਦੇ ਨੇ ਜਾਂ ਇੱਕ ਮਜਲਿਸ ਹੈ, ਉਹਦੇ ਚ ਜਦ ਵਾਜ਼ੇ ਹੋ ਗਿਆ ਕਿ ਇਹਨਾਂ ਨੂੰ ਨਾ ਸਈਦਨਾ ਰਸੂਲ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਦੀ ਹਯਾ ਹੈ, ਨਾ ਕਿਸੇ ਬਾਕੀ ਬਜ਼ੁਰਗਾਂ ਚੋਂ ਈਵਨ ਖਵਾਤੀਨ ਦੀ ਵੀ ਨਹੀਂ, ਉਹਦੀ ਉਸ ਮਜਲਿਸ ਦਾ ਹਿੱਸਾ ਬਣਨੇ ਦੀ ਜ਼ਰੂਰਤ ਹੀ ਨਹੀਂ ਕਿਸੇ ਵੀ ਲਿਹਾਜ਼ ਦੇ ਨਾਲ, ਕਿਉਂਕਿ ਫਿਰ ਮੈਂ ਵੀ ਜ਼ਿੰਮੇਦਾਰ ਹਾਂ। ਜੀ ਮੁਬਸ਼ਰ ਭਾਈ। ਜੀ ਠੀਕ ਹੈ ਰਾਜ ਸਾਹਿਬ। ਮੈਂ ਵੀ ਅਸੀਂ ਦੇਖੋ, ਮੈਂ ਤੁਸੀਂ ਉਹ ਇੱਕ ਗੱਲ ਕੀਤੀ ਹੈ, ਮੈਂ ਬਿਲਕੁਲ ਵੀ ਰਾਜਾ ਸਾਹਿਬ ਤੁਹਾਡੀ ਕਿਸੇ ਗੱਲ ਨਾਲ ਡਿਸਐਗਰੀ ਨਹੀਂ ਕਰਦਾ, ਕਿਸੇ ਵੀ ਗੱਲ ਨਾਲ। ਤੁਸੀਂ ਮਤਲਬ ਸਾਡੇ ਵੱਡੇ ਭਾਈ ਹੋ, ਜਿਸ ਤਰ੍ਹਾਂ ਤੁਸੀਂ ਫਰਮਾਓਗੇ ਅਸੀਂ ਉਸ ਤਰ੍ਹਾਂ ਹੀ ਇਹਨੂੰ ਲੈ ਕੇ ਚੱਲਾਂਗੇ ਤੇ ਉਸ ਤਰ੍ਹਾਂ ਹੀ ਇਹਨੂੰ ਚੱਲਣਾ ਵੀ ਚਾਹੀਦਾ। ਲੇਕਿਨ ਰਾਜਾ ਸਾਹਿਬ ਕੰਟੀਨਿਊਸਲੀ ਇੱਕ ਕਰੈਕਟਰ ਅਸੈਸੀਨੇਸ਼ਨ, ਇੱਕ ਥ੍ਰੈਟਨਿੰਗ ਬਿਹੇਵੀਅਰ ਔਰ ਇੱਕ ਬਿਲੋ ਦ ਬੈਲਟ ਜਿਹੜਾ ਨਾ ਟਾਰਗੇਟਡ ਕਿਸਮ ਦੀ ਅਬਿਊਜ਼ਿਵ ਲੈਂਗੁਏਜ ਇਸਤੇਮਾਲ ਹੋ ਰਹੀ ਹੈ। ਔਰ ਕੰਟੀਨਿਊਸਲੀ ਸੁਬਾਹ ਮਤਲਬ ਉੱਠੀਦਾ, ਮੈਂ ਤੇ ਨਾਸਰ ਭੱਟ ਸਾਹਿਬ ਦੇ ਤੇ ਫਾਈਟਰ ਦੀ ਬਰੋਡ ਤੇ ਬੈਠਾ ਸਾਂ, ਉੱਥੇ ਉਹ ਦੋਸਤ ਸਾਡੇ ਤਸ਼ਰੀਫ ਲਿਆਇਆ, ਉਹਨਾਂ ਕਿਹਾ ਜੀ ਗੱਲ ਬਿਲਕੁਲ ਮੁੱਕ ਗਈ ਸਾਡੇ ਵੱਲੋਂ ਹੀ। ਮੈਂ ਅਲਹਮਦੁਲਿਲਾ ਸ਼ੁਕਰ ਦਾ ਕਲਮਾ ਪੜਿਆ ਜਨਾਬ, ਕੰਮ ਤੇ ਚਲਾ ਗਿਆ। ਤੇ ਐਵੇਂ ਕੰਮ ਦੇ ਦੌਰਾਨ ਉਹ ਟਿਕਟੌਕ ਔਨ ਕੀਤੀ ਹੈ ਤੇ ਉਹੀ ਹਰਜ਼ਾ ਸਰਾਈ ਜਾ ਰਹੀ ਹੈ। once again the same attitude over and over again। ਮਤਲਬ ਇਹ ਵੇ ਕਿ ਇਹ ਔਰ ਫਿਰ ਇਹ ਤੁਹਾਡੇ ਸਾਹਮਣੇ 1122 ਸਾਹਿਬ ਨੇ ਜਿਹੜਾ ਮੌਕਫ ਪੇਸ਼ ਕੀਤਾ ਹੈ ਔਨ ਟੌਪ ਆਫ ਇਟ, ਤੇ ਉਹਦੇ ਵਾਸਤੇ ਜੇ ਕੋਈ ਅਸੀਂ ਕੋਈ ਮਤਲਬ ਉਹ ਵੀ ਤੁਹਾਡੇ ਸਾਹਮਣੇ ਮੈਂ ਤੁਸੀਂ ਦੇਖਿਆ ਹੋਣਾ ਕਿ ਸਾਡੇ ਵੱਲੋਂ ਬਿਲਕੁਲ ਜ਼ੀਰੋ ਟੋਲਰੈਂਸ ਹੈ ਗਾਲੀ ਦੇ ਖਿਲਾਫ, ਜ਼ੀਰੋ ਟੋਲਰੈਂਸ।
ਕਿਸੇ ਵੀ ਦੋਸਤ ਨੂੰ ਈਵਨ ਕਿ ਕੁਝ ਸਖਤ ਲਫ਼ਜ਼ ਵੀ ਨਹੀਂ ਇਸਤੇਮਾਲ ਕਰਨ ਦਿੱਤਾ ਤੇ ਨਾ ਹੀ ਅੱਗੋਂ ਵੀ ਕਰਨ ਦਿਆਂਗੇ। ਤੇ ਇਹ ਮਤਲਬ ਇਸ ਗੱਲ ਤੇ ਕੋਈ ਕੰਪਰੋਮਾਈਜ਼ ਨਹੀਂ ਹੈ ਕਿਸੇ ਕਿਸਮ ਦਾ ਵੀ ਕਿ ਗਾਲ ਇੱਥੇ ਨਿਕਲੇਗੀ ਜਾਂ ਕਿਸੇ ਕਿਸਮ ਦੀ ਕੋਈ। ਲੇਕਿਨ ਮਤਲਬ ਮਾੜਾ ਜਿਹਾ ਕਿਸੇ ਨੂੰ ਦੱਸਣਾ ਕਿ ਯਾਰ ਦੇਖੋ ਤਾਂ ਸਹੀ ਤੁਸੀਂ ਕੀ ਕਰ ਰਹੇ ਹੋ, ਇਨ ਅ ਵੈਰੀ ਗੁੱਡ ਵੇ, ਟਰਾਈਂਗ ਟੂ ਬੀ ਵੈਰੀ ਗੁੱਡ ਵੇ। ਸਰ ਭਾਈ ਜੀ ਅੱਜ ਪਹਿਲੀ ਦਫਾ ਇਹ ਗੱਲ ਕਰਨ ਲੱਗਾ, ਮੈਂ ਅੱਜ ਤੱਕ ਇਸ ਬਾਰੇ ਕਦੇ ਗੱਲ ਵੀ ਨਹੀਂ ਕੀਤੀ, ਲੇਕਿਨ ਤੁਸੀਂ ਇਹ ਕਹਿ ਰਹੇ ਹੋ ਨਾ ਕਿ ਗਾਲੀਆਂ ਕੱਢਦੇ ਨੇ ਤੇ ਬਰਦਾਸ਼ਤ ਦੀ ਆਦਤ ਹੁੰਦੀ, ਇਹ ਗੱਲ ਦਰੁਸਤ ਹੈ। ਜ਼ਾਹਿਰ ਹੈ ਸਾਡੇ ਚ ਵੀ ਕੋਈ ਗੈਰ ਜਮਾਤ ਕਰਦਾ ਜਾਂ ਕੋਈ ਆਪਣਾ ਭਰਾ ਉਹ ਨਾ ਸਮਝੀ ਚ ਅਗਰ ਇਹੋ ਜਿਹੀ ਹਰਕਤ ਕਰਦਾ ਤੇ ਸਾਡੇ ਚ ਵੀ ਜ਼ਾਹਿਰ ਹੈ ਉਹੀ ਖੂਨ ਹੈ, ਉਹੀ ਜਜ਼ਬਾਤ ਨੇ ਜਾਂ ਸ਼ਾਇਦ ਵੱਧ ਕੇ ਹੀ ਹੋਣਗੇ। ਔਰ ਇਹਦੇ ਚ ਚੁੱਕੇ ਜ਼ਾਤ ਆ ਜਾਂਦੀ ਹੈ ਨਾ, ਤੇ ਤੁਹਾਨੂੰ ਯਾਦ ਹੋਣਾ ਇਹ ਹੁਣ ਸਿਰਫ ਪਹਿਲੀ ਔਰ ਸ਼ਾਇਦ ਆਖਰੀ ਦਫਾ ਇਹ ਕਰਾਂਗਾ ਸਿਰਫ ਇਸ ਲਈ ਕਿ ਗੱਲ ਸਮਝਾਈ ਜਾ ਸਕੇ, ਸਮਝ ਸਕੀਏ ਅਸੀਂ ਵੀ, ਮੈਂ ਵੀ, ਤੁਸੀਂ ਵੀ। ਤੁਹਾਨੂੰ ਯਾਦ ਹੋਣਾ ਕਿ ਕੁਛ ਅਰਸਾ ਪਹਿਲਾਂ ਇਸੇ ਤਰ੍ਹਾਂ ਗੈਰ ਅਹਿਮਦੀਆਂ ਦੀ ਤਰਫੋਂ ਇੱਕ ਦਫਾ ਬਗੈਰ ਕਿਸੇ ਵਜ੍ਹਾ ਤੇ ਜਦੋਂ ਉਹਨਾਂ ਨੇ ਮੈਨੂੰ ਟਾਰਗੇਟ ਕੀਤਾ ਸੀ ਪਰਸਨਲੀ ਜੀ, ਤੇ ਮੇਰੇ ਲਈ ਬਿਲਕੁਲ ਨਵੀਂ ਗੱਲ ਸੀ। ਮਤਲਬ ਮੈਂ ਟਵਿੱਟਰ ਤੇ ਬੜੇ ਬਾਵਕਾਰ ਕਿਸਮ ਦੇ ਮੁਆਨਦੀਨ ਨਾਲ ਵਾਸਤਾ ਰਿਹਾ। ਅੱਜ ਵੀ ਜਿਹੜੀ ਆਮ ਜ਼ਿੰਦਗੀ ਚ ਨੇ ਗੈਰ ਅਹਿਮਦੀ ਦੋਸਤ ਨੇ ਬੜੇ ਯਾਨੀ ਮਜ਼ਹਬੀ ਆਪਣੇ ਇਖਤਲਾਫਾਤ ਆਪਣੀ ਜਗ੍ਹਾ, ਲੇਕਿਨ ਬੜੇ ਪੁਰਵਕਾਰ ਮਿਊਚੁਅਲ ਰਿਸਪੈਕਟ ਦੇ ਨਾਲ ਮਾਮਲਾ। ਇੱਥੇ ਵੀ ਬਹੁਤ ਸਾਰੇ ਲੋਕ ਐਸੇ ਆਏ ਨੇ, ਲੇਕਿਨ ਇਹ ਇੱਕ ਐਸੀ ਚੀਜ਼ ਸੀ ਕਿ ਜਿਹੜੀ ਯਾਨੀ ਇੱਕ ਨਾਕਾਬਲੇ ਬਰਦਾਸ਼ਤ ਸੀ। ਠੀਕ ਹੈ ਜੀ। ਔਰ ਤੁਹਾਨੂੰ ਯਾਦ ਤੁਸੀਂ ਉਦੋਂ ਇਹ ਇਸ਼ਾਰਾ ਦੇ ਰਿਹਾ ਕਿ ਕਿੰਨੇ ਲੋਕਾਂ ਨੇ ਉਦੋਂ ਇਹ ਕਿਹਾ ਸੀ ਕਿ ਭਾਈ ਨੇ ਉਹਨਾਂ ਦੀ ਮੁਹੱਬਤ ਆਊਟ ਆਫ ਲਵ ਹੀ ਸਾਰਿਆਂ ਨੇ ਕਿਹਾ ਸੀ ਕਿ ਉਹ ਜਿਹੜੇ ਲੋਕ ਉਹਦੇ ਚ ਮੁਲਵਸ ਸੀ ਕਿ ਇਸ ਤਰ੍ਹਾਂ ਕਰ ਦਿੰਦੇ ਉਹਨਾਂ ਨੂੰ ਇਸ ਤਰ੍ਹਾਂ ਕਰ ਦਿੰਦੇ। ਤੇ ਲੇਕਿਨ ਮੇਰੇ ਅਲਫਾਜ਼ ਕੀ ਸੀ ਕਿ ਗੁੱਸਾ ਹੈ, ਜਜ਼ਬਾਤ ਹੈ ਨੇ, ਲੇਕਿਨ ਮੈਂ ਆਪਣੇ ਵਾਲੇ ਦੇ ਨਾਲ ਵੀ ਤੇ ਅਸੀਂ ਇੱਕ ਬਤੌਰੇ ਅਹਿਮਦੀ ਵੀ ਅਗਰ ਗੱਲ ਕਰੀ, ਮੈਂ ਆਪਣੀ ਚਲੋ ਮਿਸਾਲ ਦੇਣਾ ਕਿ ਗੱਲ ਕੀਤੀ ਸੀ ਕਿ ਸਈਦਨਾ ਹਜ਼ਰਤ ਅਲੀ ਰਜ਼ੀ ਅੱਲਾਹ ਤਾਲਾ ਅਨਹੂ ਦੀ ਜਿਹੜੀ ਹੈ ਉਹਨੂੰ ਤੁਸੀਂ ਸੁन्नत ਕਹਿ ਲਓ ਜਾਂ ਉਹਨਾਂ ਦਾ ਤਰਜ਼ੇ ਅਮਲ ਕਹਿ ਲਓ ਕਿ ਜਦੋਂ ਆਪਣੀ ਜ਼ਾਤ ਤੇ ਗੱਲ ਆਈ ਤੇ ਉਹਨਾਂ ਨੇ ਦਰਗੁਜ਼ਰ ਕੀਤਾ। ਠੀਕ ਹੈ। ਤੇ ਅਸੀਂ ਹਜ਼ਰਤ ਮਸੀਹ ਮੌਦ ਅਲੈਹਿਸਸਲਾਤੁ ਵਸਲਾਮ ਜਿਹੜੇ ਸਾਨੂੰ ਆਪਣੇ ਮਾਂ ਬਾਪ ਭੈਣਾਂ ਭਾਈਆਂ ਔਲਾਦ ਹਰ ਚੀਜ਼ ਤੋਂ ਵੱਧ ਕੇ ਨੇ, ਉਹਨਾਂ ਦੇ ਬਾਰੇ ਚ ਅਗਰ ਇਹੋ ਜਿਹੀਆਂ ਗੱਲਾਂ ਕਰਦੇ ਨੇ ਔਰ ਅਸੀਂ ਸੁਣ ਲਈ ਦੀਆਂ ਨੇ, ਬਰਦਾਸ਼ਤ ਕਰੀ ਦੀਆਂ ਨੇ, ਇਹਨਾਂ ਨਾਲ ਅੰਗੇਜ ਕਰੀਦਾ, ਤੇ ਫਿਰ ਮੇਰੀ ਜ਼ਾਤ ਦੀ ਕੋਈ ਹਸੀਅਤ ਨਹੀਂ। ਹਾਂ ਇੱਕ ਕੰਮ ਲੇਕਿਨ ਕੀਤਾ ਸੀ ਉਸ ਦਿਨ, ਔਰ ਉਹ ਦਿਨ ਔਰ ਅੱਜ ਦਾ ਦਿਨ ਜਿਹੜੇ ਲੋਕ ਉਹਦੇ ਚ ਸ਼ਾਮਲ ਸੀ ਉਹਨਾਂ ਦੇ ਨਾਲ ਦੁਬਾਰਾ ਇੱਕ ਦੋਨੋਂ ਗੈਰਤ ਦੇ ਤਕਾਜ਼ੇ ਕੀ ਨੇ। ਦੀਨੀ ਗੈਰਤ ਦਾ ਫਿਰ ਉੱਥੇ ਇਹ ਹੈ ਕਿ ਦੇਖਣਾ ਇਹ ਹੈ ਕਿ ਸਈਦਨਾ ਰਸੂਲ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਔਰ ਉਹਨਾਂ ਦੇ ਆਸ਼ਿਕ ਸਾਦਕ ਹਜ਼ਰਤ ਮਸੀਹ ਮੌਦ ਅਲੈਹਿਸਸਲਾਮ ਦਾ ਇਸ ਜ਼ਮਾਨੇ ਚ ਕੀ ਨਮੂਨਾ ਸੀ। ਅਸੀਂ ਤੇ ਉਹਨਾਂ ਦੇ ਕਦਮਾਂ ਦੀ ਖਾਕ ਵੀ ਨਹੀਂ, ਲੇਕਿਨ ਅਸੀਂ ਕੋਸ਼ਿਸ਼ ਕਰ ਸਕਦੇ ਹਾਂ ਨਾ। ਉਹ ਫਿਰ ਇਹ ਸੀ ਕਿ ਸਬਰ। ਦੂਜੀ ਕੀ ਹੈ ਕਿ ਫਿਰ ਐਸੇ ਲੋਕਾਂ ਤੋਂ ਹਟ ਜਾਓ। ਉਹ ਜਿਹੜੇ ਲੋਕ ਉਹਦੇ ਚ ਮੁਲਵਸ ਸੀ, ਇਹ ਕੋਈ ਜ਼ਾਤੀ ਅਨਾਹ ਦਾ ਮਸਲਾ ਨਹੀਂ। ਇਹ ਫਿਰ ਇਹ ਹੈ ਕਿ ਐਸੇ ਲੋਕ ਜਦ ਤੱਕ ਰਜੂ ਨਾ ਕਰਨ, ਐਲਾਨ ਕਰਕੇ ਕੀਤਾ ਸੀ ਜਦੋਂ ਤੱਕ ਇਹ ਸਈਦਨਾ ਮਸੀਹ ਮੌਦ ਅਲੈਹਿਸਸਲਾਮ ਚੂੰਕਿ ਸਭ ਤੋਂ ਪਹਿਲਾਂ ਉਹਨਾਂ ਨੂੰ ਹੀ ਟਾਰਗੇਟ ਕੀਤਾ ਸੀ, ਉਹ ਉਹਨਾਂ ਦੇ ਹਵਾਲੇ ਦੇ ਨਾਲ ਔਰ ਆਪਣੇ ਇਸ ਰਵੱਈਏ ਤੇ ਰਜੂ ਨਾ ਕਰਨ, ਸਾਡੀ ਉਹਨਾਂ ਨਾਲ ਕੋਈ ਕਲਾਮ ਨਹੀਂ ਔਰ ਅੱਜ ਤੱਕ ਨਹੀਂ ਕੀਤੀ, ਮੁੜ ਕੇ ਦੇਖਿਆ ਵੀ ਨਹੀਂ, ਸੋਚਿਆ ਵੀ ਨਹੀਂ, ਹਿਸਟਰੀ ਕਰ ਦਿੱਤੇ, ਸਫਾ ਫਾੜ ਦਿੱਤਾ ਉਹਨਾਂ ਲੋਕਾਂ ਦਾ ਆਪਣੀ ਜ਼ਿੰਦਗੀ ਚੋਂ। ਲੇਕਿਨ ਅਗਰ ਫਿਰ ਮੈਂ ਜਾ ਕੇ ਉਹਨਾਂ ਨਾਲ ਗੱਲਾਂ ਕਰਾਂ, ਉਹਨਾਂ ਨਾਲ ਬੈਠਾਂ, ਇਹਦਾ ਮਤਲਬ ਇਹ ਹੈ ਕਿ ਫਿਰ ਕਿਤੇ ਨਾ ਕਿਤੇ ਮੈਨੂੰ ਆਪਣਾ ਜਾਇਜ਼ਾ ਲੈਣ ਦੀ ਵੀ ਜ਼ਰੂਰਤ। ਇਸ ਲਈ ਮੈਂ ਜਦੋਂ ਇਹ ਅਰਜ਼ ਕਰੀ ਦੀ ਹੈ ਕਿ ਇਹ ਗੱਲ ਦਰੁਸਤ ਹੈ, ਤਕਲੀਫ ਹੁੰਦੀ ਹੈ, ਦੁੱਖ ਹੁੰਦਾ, ਲੇਕਿਨ ਫਿਰ ਇਹ ਹੀ ਹੈ ਇੱਕ ਤੇ ਸਬਰ ਕੀਤਾ ਜਾਏ, ਲੇਕਿਨ ਫਿਰ ਐਸੀ ਮਜਲਿਸ ਦਾ ਹਿੱਸਾ ਨਾ ਬਣਿਆ ਜਾਏ ਔਰ ਇਹਨਾਂ ਲੋਕਾਂ ਨੂੰ ਆਪਣੀ ਜ਼ਿੰਦਗੀ ਚੋਂ ਅਲੱਗ ਕਰ ਦਿੱਤਾ ਜਾਏ। ਇਸ ਹੱਦ ਤੇ ਕੋਈ ਐਸਾ ਮਸਲਾ ਨਹੀਂ। ਹਾਂ ਅਲਬੱਤਾ ਉਹ ਅਗਰ ਆਪਣੀ ਗਲਤੀ ਦਾ ਅਹਿਸਾਸ ਕਰ ਲੈਣ, ਅੱਲਾਹ ਕੋਲੋਂ ਮਾਫੀ ਮੰਗਣ, ਬੰਦੇ ਕੋਲੋਂ ਮਾਫੀ ਮੰਗ ਲੈਣ, ਆਇੰਦਾ ਲਈ ਇਰਾਦਾ ਕਰ ਲੈਣ ਕਿ ਅਸੀਂ ਨਹੀਂ ਕਰਾਂਗੇ, ਫਿਰ ਦੁਬਾਰਾ ਉਹਦੇ ਨਾਲ ਬਹਿ ਜਾਓ। ਲੇਕਿਨ ਅਗਰ ਇਹ ਨਹੀਂ ਉਹ ਕਰਦੇ ਤੇ ਅਸੀਂ ਜ਼ਬਰਦਸਤੀ ਉਹਨਾਂ ਦੀ ਇਸਲਾਹ ਨਹੀਂ ਫਿਰ ਕਰ ਸਕਦੇ। ਜਿਹਦੀ ਨਹੀਂ ਹੋਣੀ ਉਹਦੀ ਨਹੀਂ ਹੋਣੀ, ਉਹਨੂੰ ਫਿਰ ਉਹਦੇ ਹਾਲ ਤੇ ਛੱਡ ਦੇਣਾ ਚਾਹੀਦਾ। ਜੀ ਰਾਜਾ ਸਾਹਿਬ, ਇੱਕ ਮੈਂ ਗੱਲ ਕਰਨਾ ਚਾਹੁੰਦਾ ਕਿ ਜਿਸ ਤਰ੍ਹਾਂ ਤੁਸੀਂ ਇਹ ਗੱਲ ਕੀਤੀ ਹੈ, ਠੀਕ ਹੈ, ਇਹ ਵੀ ਤੁਹਾਡੀ ਕਹਿ ਲਓ ਕਿ ਜਿਹੜਾ ਕਹਿ ਲਓ ਕਿ ਮਸ਼ਵਰਾ ਹੈ, ਇੱਕ ਸੁੱਟਣ ਵਾਲਾ ਨਹੀਂ, ਇੱਕ ਨਸੀਹਤ ਦੇ ਤਹਿਤ ਮੈਂ ਲੈਣਾ ਇਹਨੂੰ। ਤੇ ਇੱਕ ਮੈਂ ਆਪਣੇ ਤੌਰ ਤੇ ਜਾਂ ਆਪਣੇ ਜਿਨ੍ਹਾਂ ਦੋਸਤਾਂ ਨੂੰ ਤੁਸੀਂ ਸਮਝਾ ਰਹੇ ਹੋ ਇਹਨਾਂ ਦੇ ਤੌਰ ਤੇ ਕਿਆ ਅਸੀਂ ਇੱਕ ਫੈਸਲਾ ਇੱਥੇ ਬਹਿ ਕੇ ਲੈ ਸਕਦੇ ਹਾਂ ਕਿ ਇਹ ਬੰਦਾ ਕੋਈ, ਮੈਂ ਕਿਸੇ ਦਾ ਨਾਮ ਨਹੀਂ ਲੈਂਦਾ, ਮੈਂ ਰੈਂਡਮ ਕਰ ਦਿੰਦਾ ਗੱਲ ਨੂੰ, ਕਿ ਅਗਰ ਕੋਈ ਵੀ ਬੰਦਾ ਜਿਹਨੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਬਾਰੇ ਚ ਗਲਤ ਅਲਫਾਜ਼ ਯੂਜ਼ ਕੀਤੇ ਨੇ, ਉਮਹਾਤੁਲ ਮੋਮਿਨੀਨ ਦੇ ਬਾਰੇ ਚ ਗਲਤ ਅਲਫਾਜ਼ ਯੂਜ਼ ਕੀਤੇ ਨੇ, ਉਹਦੀ ਸਾਈਡ ਲੈਣ ਵਾਲਾ, ਠੀਕ ਹੈ,
ਉਹ ਬੰਦਾ, ਉਹਦੇ ਉਸ ਅਮਲ ਨੂੰ ਸਹੀ ਕਹਿਣ ਵਾਲਾ ਬੰਦਾ ਸਾਡੇ ਤੋਂ ਬਰਾਏ ਮਿਹਰਬਾਨੀ ਦੂਰ ਰਵੇ, ਠੀਕ ਹੈ। ਅਸੀਂ ਉਹਦੇ ਤੋਂ ਦੂਰੀ ਇਖਤਿਆਰ ਕਰਨੀ ਆ, ਠੀਕ ਹੈ, ਤੇ ਉਹ ਸਾਡੇ ਤੋਂ ਦੂਰ ਰਵੇ, ਅਸੀਂ ਉਹਨੂੰ ਆਪਣੇ ਹੁਣ ਜਾਨ ਛਡਾਓ। ਹੁਣ ਕਿਸੇ ਤਰੀਕੇ ਨਾਲ ਜਾਨ ਛਡਾ ਦਿਓ ਸਾਡੀ, ਅੱਲਾ ਦਾ ਵਾਸਤਾ ਜੀ ਨਾ, ਮਾਫੀ ਨਾ ਮੰਗ ਲੈ, ਰਜੂ ਨਾ ਜਾਨ ਛਡਾ ਦਿਓ, ਆਪਣੀ ਜਾਨ ਛਡਾ ਦਿਓ, ਜਾਨ ਛਡਾ ਦਿਓ। ਹੁਣ ਦੇਰ ਤੱਕ ਉਹ ਬੰਦਾ ਸਾਡੇ ਤੋਂ ਦੂਰ ਉਹ ਮਖੰਨਸ ਜਾਨ ਨਹੀਂ ਛੁੱਟਣੀ ਹੁਣ। ਮਖੰਨਸ ਇਹ ਅਲਫਾਜ਼ ਜਿਹੜੇ ਨਾ ਇਹ ਮੈਂ ਕਹ ਲੂ ਕਿ ਆਪਣੇ ਕੋਲ ਐਡ ਕਰ ਮਖੰਨਸ, ਬਾਕੀ ਤਾਂ ਨਸੀਹਤ ਹਾਂ ਸਪੋਰਟ ਮਖੰਨਸ ਤੈਨੂੰ ਵੀ ਪਤਾ ਹੈ ਕਾੜ ਕੇ ਮਖੰਨਸ, ਜਿਹੜਾ ਮਖੰਨਸ ਤੁਹਾਡੇ ਗਰੁੱਪ ਚ ਸੁਣਨ ਡਿਆ ਮਖੰਨਸ ਹੋ ਤੁਸੀਂ। ਕੱਲ ਦੇ ਦਿਨ ਦੇ ਵਿੱਚ ਮੈਂ ਬਹੁਤ ਸਾਰੇ ਐਸੇ ਦੋਸਤ ਵੇਖੇ ਨੇ ਜਿਹੜੇ ਇੰਜ ਦੇ ਅਮਲ ਨੂੰ ਸਪੋਰਟ ਕਰਦੇ ਨੇ, ਤੇ ਉਹ ਆ ਕੇ ਸਾਡੇ ਨਾਲ ਇੰਜ ਬੈਠੇ ਹੁੰਦੇ ਨੇ ਜਿਵੇਂ ਸਾਡੇ ਬਹੁਤ ਅੱਛੇ ਦੋਸਤ ਨੇ, ਠੀਕ ਹੈ। ਹਾਲਾਂਕਿ ਅਸੀਂ ਇਹ ਜਿਹੜਾ ਤਸਵੀਰ ਹੈ ਨਾ, ਇਹ ਆਮ ਦੁਨੀਆ ਦੀ ਆਮ ਜਿਹੜੀ ਇੱਥੇ ਜਨਤਾ ਹੈ ਉਹਨੂੰ ਇਹ ਨਹੀਂ ਵਿਖਾਣਾ ਚਾਹੁੰਦੇ ਕਿ ਪਿੱਛੇ ਗੱਲ ਹੋ ਗਈ ਹੈ ਸਾਰੀ। ਵੀ ਸਾਡਾ ਦੋਸਤ ਹੈ, ਐਸੇ ਬੰਦੇ ਦੀ ਸਪੋਰਟ ਕਰਨ ਵਾਲਾ ਵੀ ਸਾਡਾ ਭਾਈ ਹੋ ਸਕਦਾ ਸਾਡੇ ਨਾਲ। ਕਰਦੇ ਹੋ ਇਤਿਹਾਸ ਭਾਈ, ਆਈ ਫੁਲੀ ਐਗਰੀ। ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਇਹੀ ਮੈਂ ਗੱਲ ਕੀਤੀ, ਮੈਂ ਆਪਣੇ ਲਈ ਕਰ ਰਿਹਾ ਤੇ ਤੁਹਾਡੇ ਲਈ ਵੀ ਮੈਂ ਇਹੀ ਰੱਖ ਰਿਹਾ ਕਿ ਜਿੱਥੇ ਮਤਲਬ ਮੇਰੀ ਜ਼ਾਤ ਦੀ ਹਸੀਅਤ ਨਹੀਂ, ਮੇਰਾ ਸਕਾ ਭਰਾ ਵੀ, ਸਕਾ ਮੇਰਾ ਭਰਾ ਵੀ, ਅਗਰ ਮੇਰਾ ਸਕਾ ਬਾਪ ਵੀ ਆਪ ਸੱਲੱਲਾਹੁ ਅਲੈहि ਵਸੱਲਮ ਦੇ ਹਵਾਲੇ ਨਾਲ ਅਗਰ ਐਸੀ ਗੁਫ਼ਤਗੂ ਕਰੇਗਾ ਨਾ ਤੇ ਮੇਰਾ ਉਹਦੇ ਨਾਲ ਕੋਈ ਤਾਲੁਕ ਨਹੀਂ ਜਦੋਂ ਤੱਕ ਉਹ ਰਜੂ ਨਹੀਂ ਕਰ ਲੈਂਦਾ। ਖਤਮ ਹੋ ਗਈ ਗੱਲ। ਤੇ ਤੁਸੀਂ ਕਿਉਂ ਬਿਠਾਣਾ ਐਸੇ ਬੰਦੇ? ਬਸ ਸਹੀ ਹੋ ਗਿਆ, 1 1 2 ਗੱਲ ਖਤਮ ਕਰ ਦਿਓ। ਹੁਣ ਗੱਲ ਕਰੀ ਠੀਕ, ਕੋਈ ਮਸਲਾ ਨਹੀਂ, ਠੀਕ ਹੋ ਗਿਆ ਰਾਜਾ ਸਾਹਿਬ। ਹਾਂ, ਦੂਸਰੀ ਇੱਕ ਮੈਂ ਹੋਰ ਚੀਜ਼ ਗੱਲ ਕਰਨੀ ਹੈ ਕਿ ਮੈਂ ਅੱਜ ਬਰਾੜ ਲਗਾਈ ਸੀ ਰਾਜਾ ਸਾਹਿਬ, ਤੇ ਕੁਝ ਬੰਦੇ ਗੈਰ ਅਹਿਮਦੀ ਜਿਹੜੇ ਨੇ ਉਹ ਮੇਰੀਆਂ ਗੱਲਾਂ ਤੋਂ ਗਲਤ ਕੋਟ ਕਰ ਰਹੇ ਨੇ ਨਾ। ਹਾਲਾਂਕਿ ਉਹ ਐਸੀ ਕੋਈ ਗੱਲ ਨਹੀਂ, ਉਹ ਆਖੋਗੇ ਕਿ ਮੈਂ ਤੁਹਾਨੂੰ ਫੋਨ ਤੇ ਵੀ ਸਮਝਾ ਦਿਆਂਗਾ, ਉਹ ਮੇਰੀਆਂ ਗੱਲਾਂ ਨੂੰ ਗਲਤ ਕੋਟ ਤੇ ਇਸਲਾਮ ਸਾਹਿਬ ਉੱਥੇ ਬੈਠੇ ਨੇ ਖਾਸ ਤੌਰ ਤੇ ਉਹ ਗਰੁੱਪ ਵਾਲੀ ਗੱਲ ਨੂੰ ਲੈ ਕੇ, ਤੇ ਉਹ ਐਸੀ ਵੈਸੀ ਗੱਲ ਨਾ ਮੈਂ ਕੋਈ ਬਰਾੜ ਤੇ ਕੀਤੀ, ਸ਼ਾਇਦ ਤੁਸੀਂ ਸੁਣੀ ਵੀ ਹੋਏ, ਤੇ ਐਸੀ ਵੈਸੀ ਕੋਈ ਮੈਂ ਗੱਲ ਨਹੀਂ ਕੀਤੀ। ਉਹ ਲੋਕ ਗਲਤ ਕੋਟ ਕਰ ਰਹੇ ਨੇ, ਇੱਕ ਗਲਤ ਰੰਗ ਉਹਨੂੰ ਬਣਾ ਕੇ ਗਲਤ ਤਸਵੀਰ ਬਣਾ ਕੇ ਪੇਸ਼ ਕਰ ਰਹੇ ਨੇ ਲੋਕ ਨਾ, ਤਾਂ ਕਿ ਆਪਸ ਦੇ ਵਿੱਚ ਸਾਡੇ ਵਿੱਚ ਥੋੜਾ ਜਿਹਾ ਉਹਦੇ ਨਾਲ ਕੋਈ ਐਸੀ ਗਲਤਫਹਿਮੀ ਨਹੀਂ ਹੋਏਗੀ। ਉਹ ਮੈਂ ਸੁਣੀ ਹੈ ਗੱਲ ਥੋੜੀ ਜੀ, ਲੇਕਿਨ ਬਹਰਹਾਲ ਇਹ ਹੈ ਕਿ ਉਹਦੇ ਚ ਵੀ ਇhtiyat ਕਰਨੀ ਚਾਹੀਦੀ ਹੈ। ਕੁਝ ਚੀਜ਼ਾਂ ਜਿਹੜੀਆਂ ਆਫ ਦਾ ਰੈਕੋਰਡ ਹੁੰਦੀਆਂ ਨੇ ਉਹਨੂੰ ਚੁੱਕ ਕੇ ਪੂਰਾ ਕੰਟੈਕਸਟ ਬਾਅਦ ਜਦੋਂ ਤੁਸੀਂ ਗੱਲ ਕਰਦੇ ਹੋ ਦੁਸ਼ਮਣ ਉਹਨੂੰ ਫਿਰ ਤੁਸੀਂ ਦੇਖ ਹੀ ਲਿਆ ਹੋਣਾ ਹੈ। ਹਾਂ, ਮੈਂ ਉਹ ਸਮਝ ਗਿਆ। ਹਾਂ, ਉਹ ਮੈਂ ਸਮਝ ਗਿਆ। ਲੇਕਿਨ ਇਹ ਹੈ ਕਿ ਉਹ ਦੁਸ਼ਮਣ ਦੀ ਗੱਲ ਦੀ ਪਰਵਾਹ ਨਹੀਂ ਹੈ। ਹਾਂ, ਉਹਦੇ ਨਾਲ ਫਰਕ ਨਹੀਂ ਪੈਂਦਾ। ਦੁਸ਼ਮਣ ਸਾਡੇ ਚ ਆਪਸ ਚ ਇਖਤਲਾਫ ਨਹੀਂ ਪੈਦਾ ਕਰ ਸਕਦਾ ਕਿਉਂਕਿ ਸਾਨੂੰ ਹਕੀਕਤ ਹਾਲ ਦਾ ਪਤਾ ਹੈ। ਲੇਕਿਨ ਇਹ ਹੈ ਕਿ ਫਿਰ ਵੀ ਇਹਨਾਂ ਚੀਜ਼ਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ, ਇਹਦੇ ਤੋਂ ਵੀ ਸਿੱਖਣਾ ਚਾਹੀਦਾ। ਜੀ ਜੀ, ਬਿਲਕੁਲ ਬਿਲਕੁਲ। ਫਤਿਹ ਸਲਾਮ ਭਾਈ ਵੀ ਆਏ ਨੇ। ਹਾਂਜੀ, ਫਤਿਹ ਸਲਾਮ ਭਾਈ, ਤੁਸੀਂ ਅਗਰ ਗੱਲ ਕਰਨੀ ਹੈ ਤੇ ਬਿਸਮਿਲ੍ਲਾ ਮਾਈਕ ਖੋਲੋ ਤੇ ਕਰ ਸਕਦੇ ਹੋ। ਤੇ ਦੂਸਰਾ ਇਹ ਵੀ ਕਿ ਬਹਰਹਾਲ ਸਾਡੇ ਵੱਲੋਂ ਤੇ ਫਿਰ ਇਹੀ ਜੇ ਐਲਾਨ ਜਿਹੜਾ ਬਿਆਨ ਕਰਨਾ ਇਹਦਾ ਐਲਾਨ ਕਰਨੇ ਦੇ ਨਾਲ ਨਹੀਂ, ਅਮਲੀ ਤੌਰ ਤੇ ਇਹ ਇੱਕ ਗੱਲ ਕਲੀਅਰ ਹੈ ਕਿ ਜਿਹੜਾ ਵੀ ਬੰਦਾ ਰਸੂਲ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਦੇ ਹਵਾਲੇ ਦੇ ਨਾਲ, ਹਜ਼ਰਤ ਮਸੀਹ ਮਊਦ ਇਸਲਾਮ ਦੇ ਹਵਾਲੇ ਨਾਲ, ਅਕਾਬਰੀਨ ਦੇ ਹਵਾਲੇ ਦੇ ਨਾਲ ਔਰ ਖਵਾਤੀਨ ਦੇ ਹਵਾਲੇ ਨਾਲ ਬਦ ਜ਼ੁਬਾਨ ਹੈ, ਉਹ ਗੈਰ ਅਹਿਮਦੀ ਹੈ ਜਾਂ ਆਪਣੇ ਆਪ ਨੂੰ ਗੈਰ ਅਹਿਮਦੀ ਕਹਿੰਦਾ, ਤੇ ਉਹ ਸਾਡੀ ਮਜਲਿਸ ਦਾ ਉਹਦਾ ਕੋਈ ਹਿੱਸਾ ਨਹੀਂ। ਹਾਂ, ਇੱਕ ਚੀਜ਼ ਹੋ ਰਹੀ ਕਿ ਇਹਦਾ ਥੋੜਾ ਜਿਹਾ ਐਕਸ਼ਨ ਜਿਹੜਾ ਉਹ ਆਫਲਾਈਨ ਲਿਆ ਜਾਏ ਜਾਂ ਗਿਆ ਜਾਂ ਨਹੀਂ। ਗੱਲਾਂ ਆਫਲਾਈਨ ਐਕਸ਼ਨ ਦੀ ਨਾ ਮੇਰੀ ਅਥਾਰਟੀ ਹੈ ਨਾ ਤੁਹਾਡੀ ਹੈ ਨਾ ਕਿਸੇ ਹੋਰ ਦੀ ਹੈ। ਕਿਸੇ ਨੂੰ ਮੈਂ ਆਪਣੀ ਗੱਲ ਕਰ ਰਿਹਾ ਠੀਕ ਠੀਕ ਠੀਕ। ਇਸ ਗੱਲ ਦੇ ਵਿੱਚ ਐਕਸ਼ਨ ਜਿਹੜਾ ਨਾ ਉਹ ਦੇਖੋ ਨਾ, ਸਾਡੀ ਤਾਂ ਨਾ ਜ਼ਿੰਮੇਵਾਰੀ ਨਾ ਅਥਾਰਟੀ ਨਾ ਪ੍ਰੈਰੋਗੇਟਿਵ ਕਹਿ ਸਕਦੇ ਹੋ ਤੁਸੀਂ। ਇਹ ਜ਼ਰੂਰ ਕਰ ਸਕਦੇ ਹੋ ਕਿ ਲੋਕਲ ਜਿਹੜਾ ਇਹਦਾ ਤਰੀਕਾਕਾਰ ਨਿਜ਼ਾਮ ਚ ਅਗਰ ਕੋਈ ਅਹਿਮਦੀ ਇੱਕ ਕੰਮ ਕਰ ਰਿਹਾ ਤੇ ਉਹ ਲੋਕਲ ਜਮਾਤ ਦੇ ਵਿੱਚ ਬਿਲਕੁਲ ਰਿਪੋਰਟ ਕਰੋ। ਸਦਰ ਸਾਹਿਬ ਲੋਕਲ ਜਾਂ ਉੱਥੇ ਜਿੱਥੇ ਵੀ, ਪਹਿਲਾਂ ਤੇ ਜ਼ਾਹਿਰ ਤੁਹਾਨੂੰ ਪਤਾ ਹੀ ਹੈ, ਲੋਕਲ ਸਦਰ ਸਾਹਿਬ ਨੂੰ ਰਿਪੋਰਟ ਕਰੋ, ਸਬੂਤ ਦੇ ਨਾਲ ਰਿਪੋਰਟ ਕਰੋ। ਹਾਂਜੀ, ਠੀਕ ਹੈ। ਨਾ ਸਿਰਫ ਇਹ ਹੈ ਕਿ ਕਰਨਾ, ਇਹ ਮੈਂ ਮਤਲਬ ਮਸ਼ਵਰੇ ਦੇ ਤੌਰ ਤੇ, ਮੈਂ ਜ਼ਾਤੀ ਤੌਰ ਤੇ ਸਮਝਣਾ ਕਿ ਤੁਹਾਡਾ ਇਹ ਫਰਜ਼ ਹੈ ਜਿੱਥੇ ਕੋਈ ਅਗਰ ਲੋਕਲੀ ਕਿਤੇ ਐਸੀ ਚੀਜ਼ ਹੁੰਦੀ ਹੈ ਉਹਨੂੰ ਰਿਪੋਰਟ ਕਰੋ। ਜੀ ਠੀਕ ਹੈ ਰਾਜਾ ਸਾਹਿਬ। ਬਾਕੀ ਇਹ ਕਿ ਅਗਰ ਮੈਂ ਤੁਹਾਨੂੰ ਲੱਗਿਆ ਕਿ ਮੈਂ ਕੋਈ ਵੀ ਗੱਲਾਂ ਦੇ ਵਿੱਚ ਕੋਈ ਗਲਤ ਗੱਲ ਕੀਤੀ ਹੈ, ਠੀਕ ਹੈ, ਤੇ ਉਹਦੀ ਮੈਂ ਤੁਹਾਡੇ ਕੋਲੋਂ ਕਹਿ ਲਓ ਕਿ ਮਾਜ਼ਰਤ ਕਰਨਾ ਵਾ, ਠੀਕ ਹੈ, ਕਿਉਂਕਿ ਮੈਨੂੰ ਪਤਾ ਨਹੀਂ ਮਹਿਸੂਸ ਹੋ ਰਿਹਾ ਹੈ ਜਿਸ ਤਰ੍ਹਾਂ ਮੁਖਾਲਫੀਨ ਗੱਲ ਕਰ ਰਹੇ ਸਨ ਆਪਣੀ ਬਰਾੜ ਤੇ ਬਹਿ ਕੇ, ਮੁਖਾਲਫੀਨ ਯਾਨੀ ਕਿ ਗੈਰ ਅਹਿਮਦੀ, ਠੀਕ ਹੈ, ਉਹਦੇ ਨਾਲ ਮੈਨੂੰ ਨਹੀਂ ਪਤਾ ਕਿ ਕਿਸੇ ਬੰਦੇ ਦੇ ਜ਼ਿਹਨ ਦੇ ਵਿੱਚ ਕਿਹੋ ਜੀ ਮੇਰੇ ਵਾਸਤੇ ਤਸਵੀਰ ਬਣੀ ਹੈ। ਨਹੀਂ, ਉਹਦੇ ਨਾਲ ਫਰਕ ਨਹੀਂ ਪੈਂਦਾ। ਉਹਦੀ ਇਹ ਮਿਸਾਲ ਇੱਕ ਐਡਾ ਉਹਨਾਂ ਨੂੰ ਅਹਿਮੀਅਤ ਦੇਣੇ ਦੀ ਜ਼ਰੂਰਤ ਨਹੀਂ। ਇਹ ਮਿਸਾਲ ਮੁਬਸ਼ਰ ਨਾਮ ਸਾਹਮਣੇ ਨਾਲ ਬੈਠਾ ਨਾ, ਤੇ ਉਹ ਉਹੀ ਮੁਖਾਲਫੀਨ ਜਿਹੜੇ ਨੇ
ਉਹ ਕਿੰਨਾ ਮਿੰਤਾਂ ਪਿੱਟ ਕੇ ਨਹੀਂ ਮੇਰੇ ਨਾਲ ਮਰ ਗਏ। ਅਸੀਂ ਜਿਹੜਾ ਕੰਮ ਕਰਨੇ ਵਾਲਾ ਸੀ, ਇੱਕ 4 ਸਾਲ ਪਹਿਲਾਂ ਇੱਕ ਬੰਦੇ ਕੋਲ ਇੱਕ ਗੱਲ ਹੋਈ ਹੈ, ਅਗਰ ਉਹਨੇ ਖੁਦਾ ਤਾਲਾ ਦੇ ਨਾਲ ਜਿਹੜਾ ਉਹ ਆਪਣਾ ਕਰ ਲਿਆ ਮਾਮਲਾ ਔਰ ਪਬਲਿਕਲੀ ਉਹ ਗੱਲ ਵੀ ਕਰ ਲਈ, ਖਤਮ ਹੋ ਗਈ, ਤੇ ਉਹਦੇ ਨਾਲ ਕੀ ਮੇਰੀ ਜ਼ਾਤ ਤੇ ਕੋਈ ਫਰਕ ਪਿਆ? ਮੈਂ ਕੋਈ ਉਹਨਾਂ ਦੀਆਂ ਗੱਲਾਂ ਤੇ ਫਤਿਹ ਇਸਲਾਮ ਜਾਂ ਅਸੀਂ ਕੋਈ ਉਹਨਾਂ ਦੀਆਂ ਗੱਲਾਂ ਸੁਣ ਕੇ ਆਪਣਾ ਕੰਮ ਕਰਨਾ ਹੁੰਦਾ? ਹਾਂਜੀ, ਦੇ ਡੋਂਟ ਮੈਟਰ। ਹਾਂਜੀ, ਉਹਨਾਂ ਨੇ ਆਪਣਾ ਕੰਮ ਕਰਨਾ ਹੈ। ਸਾਂ ਇਹ ਸਾਡਾ ਸਿਰਫ ਇਹ ਹੈ ਕਿ ਸਾਨੂੰ ਬਹਰਹਾਲ ਉਹਨਾਂ ਨੂੰ ਮੌਕਾ ਨਹੀਂ ਦੇਣਾ ਚਾਹੀਦਾ। ਦੇਖੋ ਚੀਜ਼ ਹੈਗੀ ਹੈ ਕਿ ਸਭ ਤੋਂ ਪਹਿਲੇ ਕਿ ਇਹਨਾਂ ਲੋਕਾਂ ਨੂੰ ਐਸੀ ਤਕਲੀਫ ਹੈਗੀ ਹੈ ਕਿ ਜਮਾਤ ਅਗਰ ਇੱਕ ਹਿੱਸੇ ਨੂੰ ਤਕਲੀਫ ਹੁੰਦੀ ਹੈ ਤੇ ਦੂਸਰਾ ਹਿੱਸਾ ਉਸ ਤਕਲੀਫ ਨੂੰ ਮਹਿਸੂਸ ਕਰਦਾ ਹੈ। ਸਾਡੇ ਮੁਖਾਲਫਾਂ ਨੂੰ ਸਭ ਤੋਂ ਜ਼ਿਆਦਾ ਔਰ ਖਾਸ ਕਰ ਉਸ ਜ਼ੁਰੀਅਤ ਨੂੰ ਜਿਹੜੀ ਵਲੀਦ ਬਿਨ ਮੁਗੀਰਾ ਦੀ ਨਸਲ ਚੋਂ, ਉਹਨੂੰ ਸਭ ਤੋਂ ਜ਼ਿਆਦਾ ਐਸੇ ਚੀਜ਼ ਦੀ ਹਜ਼ਰਤ ਸੱਲਮ ਉਹਨਾਂ ਦੇ ਸਹਾਬਾ ਤੋਂ ਵੀ ਐਸੇ ਚੀਜ਼ ਦੀ ਤਕਲੀਫ ਹੁੰਦੀ ਸੀ ਕਿ ਆਪਸ 'ਚ ਭਰਾ ਵਾਂਗੂ ਕਿਉਂ ਨੇ, ਤੇ ਬਹੈਸੀਅਤ ਜਮਾਤ ਸਾਡੇ ਚਾਹੇ ਆਪਸ ਦੇ ਕੋਈ ਅਸੀਂ ਇੱਕ ਦੂਸਰੇ ਨੂੰ ਨਾ ਜਾਣਦੇ ਹੋਏ ਸਾਡੀ ਇੰਨੀ ਸ਼ਨਾਖਤ ਹੀ ਕਾਫੀ ਹੈ ਇੱਕ ਦੂਸਰੇ ਦੇ ਦਰਦ ਦੇ ਲਈ, ਇੱਕ ਦੂਸਰੇ ਦੀ ਤਕਲੀਫ ਤੋਂ ਸਮਝਣ ਦੇ ਲਈ ਕਿ ਅਸੀਂ ਸਾਰੇ ਅਹਿਮਦੀ ਮੁਸਲਮਾਨ ਹਾਂ ਔਰ ਉਸ ਕਲਮੇ ਦੇ ਖਾਤਰ ਔਰ ਉਸ ਨਬੀ ਦੀ ਖਾਤਰ ਉਹਦੇ ਗੁਲਾਮ ਦੀ ਖਾਤਰ ਅਸੀਂ ਕੱਢੇ। ਬਾਕੀ ਸ਼ੈਤਾਨ ਹੈਗਾ, ਸ਼ੈਤਾਨ ਦਾ ਕੰਮ ਹੁੰਦਾ ਉਹਨੇ ਆਪਣੀ ਸ਼ੈਤਾਨੀ ਕਰਨੀ ਹੈ। ਬਸਾ ਔਕਾਤ ਬਾਜ਼ ਲੋਕੀ ਪ੍ਰਵੋਕ ਕਰਦੇ ਨੇ। ਅਗਰ ਕੋਈ ਸ਼ਖਸ ਕਿਸੇ ਦੀ ਪ੍ਰੋਵੋਕੇਸ਼ਨ ਦੇ ਅੰਦਰ ਆਂਦਾ ਜਾਂ ਕੋਈ ਕਿਸੇ ਨੂੰ ਪ੍ਰਵੋਕ ਕਰਦਾ ਹੈ ਤੇ ਹਜ਼ਰਤ ਸੱਲਮ ਦੀ ਜਿਹੜੀ ਹਦੀਸ ਹੈਗੀ ਹੈ ਉਹਦੇ ਮੁਤਾਬਿਕ ਇਲਜ਼ਾਮ ਔਰ ਉਹਦਾ ਗੁਨਾਹ ਸਾਰੇ ਦਾ ਸਾਰਾ ਉਹਦੇ ਕੰਨਿਆਂ ਤੇ ਵੇ। ਦੁਨੀਆ 'ਚ ਕੋਈ ਸ਼ਖਸ ਕਿਸੇ ਨੂੰ ਸ਼ਾਇਦ ਬੇਵਕੂਫ ਬਣਾ ਸਕਦਾ ਹੈ। ਹਜ਼ਰਤ ਸੱਲੱਲਾਹੁ ਅਲੈਹਿ ਵਸੱਲਮ ਦੀ ਇੱਕ ਹਦੀਸ ਮੁਬਾਰਕਾ ਵੀ ਹੈ ਕਿ ਅਗਰ ਕੋਈ ਸ਼ਖਸ ਆਪਣੀ ਚਰਬ ਜ਼ੁਬਾਨੀ ਦੀ ਬੁਨਿਆਦ ਤੇ ਆਪਣੇ ਹੱਕ 'ਚ ਫੈਸਲਾ ਕਿਸੇ ਜਗ੍ਹਾ ਲੈ ਵੀ ਲੇ, ਕੋਈ ਫਰਕ ਹੈ ਤੇ ਉਹ ਇਹ ਨਾ ਸਮਝੇ ਕਿ ਉਹ ਆਪਣੇ ਨਾਲ ਇੱਕ ਬਿਹਤਰੀਨ ਫੈਸਲਾ ਲੈ ਕੇ ਜਾ ਰਿਹਾ, ਅੱਗ ਦਾ ਅੰਗਾਰਾ ਲੈ ਕੇ ਜਾ ਰਿਹਾ। ਇਹ ਮਫਹੂਮਨ ਉਸ ਰਵਾਇਤ ਦਾ ਨਤੀਜਾ ਲੁਕੇ ਤੋਂ ਬਾਅਦ ਤੇ ਇਹ ਕੋਈ ਆਪਣੇ ਜ਼ਿਹਨ 'ਚ ਨਾ ਲਿਆਏ ਕਿ ਕਿਸੇ ਮੁਖਾਲਿਫ ਦੇ ਜਾਂ ਕਿਸੇ ਮੁਨਕਰ ਦੇ ਜਾਂ ਕਿਸੇ ਕਨਫਰਮ ਗੁਸਤਾਖ ਦੇ ਡਾਇਲੌਗਸ 'ਚ ਕੋਈ ਬੰਦਾ ਆ ਜਾਏਗਾ। ਉਹ ਲੋਕ ਪ੍ਰੋਵੋਕੇਸ਼ਨ ਕਰਦੇ ਨੇ, ਹਮੇਸ਼ਾ ਪ੍ਰੋਵੋਕੇਸ਼ਨ ਕਰਦੇ ਨੇ ਕਿ ਅਹਿਮਦੀ ਸਖਤੀ ਨਾਲ ਜਵਾਬ ਦੇਣ। ਮੇਰੇ ਬਾਰੇ 'ਚ ਵੀ ਕਹਿੰਦੇ ਨੇ ਇਹਨੇ ਵੀ ਧਮਕੀਆਂ ਲਾਈਆਂ ਨੇ, ਇੰਝ ਕੀਤਾ ਉਂਝ ਕੀਤਾ, ਵਟਸਐਵਰ ਲੈਟ ਦਮ, ਉਹ ਜੋ ਕਹਿਣਾ ਚਾਹੁੰਦੇ ਨੇ ਕਹਿਣ ਦੋ। ਮੇਨ ਚੀਜ਼ ਤੇ ਹੈਗਾ ਕਿ ਦੇਖੋ ਸਾਨੂੰ ਹਜ਼ਰਤ ਸੱਲਮ ਨਾਲ ਕਿੰਨੀ ਮੁਹੱਬਤ ਹੈ, ਉਹਨਾਂ ਦੀ ਮੁਹਾਜ ਨਾਲ ਕਿੰਨੀ ਮੁਹੱਬਤ ਹੈ। ਉਹ ਲੋਕ ਜਿਨ੍ਹਾਂ ਦਾ ਅੱਜ ਦਿਫਾ ਕਰ ਰਹੇ ਉਹਨਾਂ ਨੂੰ ਖੁਦ ਖੰਜੀਰ ਵਗੈਰਾ ਦਿਲਕਾਬਾਦ ਦੇ ਨਾਲ ਯਾਦ ਕਰਦੇ ਰਹੇ ਨੇ, ਅੱਜ ਉਹਨਾਂ ਦਾ ਦਿਫਾ ਕਰਨ ਵਾਸਤੇ ਬੈਠੇ ਨੇ। ਰੋਜ਼ਿਆਂ 'ਚ ਵੀ ਝੂਠ ਬੋਲਣ ਲੱਗੇ ਉਹਨਾਂ ਨੂੰ ਡਰ ਨਹੀਂ ਲੱਗਦਾ। ਬਾਕੀ ਅਸੀਂ ਤੇ ਹਮੇਸ਼ਾ ਆਪਣੇ ਭਰਾਵਾਂ 'ਚ ਕੁਰਾਨ ਕਰੀਮ ਦੀ ਤਾਲੀਮ ਹੈਗੀ ਹੈ ਕਿ ਅਗਰ ਤੁਹਾਡੇ ਤੋਂ ਭਰਾਵਾਂ 'ਚ ਕਿਸੇ ਗੱਲ ਤੇ ਇਖਤਲਾਫ ਹੋ ਜਾਏ ਤੇ ਸੁਲ੍ਹਾ ਕਰਵਾਓ। ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਰਹਾਂਗੇ ਔਰ ਸਾਡੇ ਦੂਸਰੇ ਜਿਹੜੇ ਆਪਣੇ ਆਪ ਨੂੰ ਜਮਾਤੇ ਅਹਿਮਦੀਆ ਦਾ ਫਰਦ ਕਹਿੰਦੇ ਨੇ ਔਰ ਕਹਿੰਦੇ ਨੇ ਕਿ ਅਸੀਂ ਹਜ਼ਰਤ ਮਸੀਹ ਮੌਊਦ ਅਲੈਹਿ ਸਲਾਮ ਦੀ ਬੈਅਤ ਕੀਤੀ, ਉਹਨਾਂ ਦੇ ਖੁਲਫਾ ਦੀ ਬੈਅਤ ਕੀਤੀ ਹੈ, ਉਹਨਾਂ ਦਾ ਸਭ ਤੋਂ ਪਹਿਲਾ ਫਰਜ਼ ਹੀ ਇਹ ਬਣਦਾ ਹੈ ਕਿ ਕੁਰਾਨ ਕਰੀਮ ਦੀ, ਹਜ਼ਰਤ ਸੱਲਮ ਦੀ, ਹਜ਼ਰਤ ਮਸੀਹ ਮੌਊਦ ਅਲੈਹਿ ਸਲਾਮ ਦੀ ਤੇ ਉਹਨਾਂ ਦੇ ਖੁਲਫਾ ਦੀ ਹਦਾਇਤ ਦੇ ਉੱਤੇ ਸਖਤੀ ਨਾਲ ਅਮਲ ਕਰੇ। ਜੇ ਅਗਰ ਉਹਨਾਂ ਨੇ ਕਿਹਾ ਵੇ ਕਿ ਕੋਈ ਸ਼ਖਸ ਤੁਹਾਡੇ ਸਾਹਮਣੇ ਬਦਤਮੀਜ਼ੀ ਕਰਦਾ, ਤੁਹਾਨੂੰ ਪ੍ਰਵੋਕ ਕਰਦਾ, ਉਸ ਮਜਲਿਸ 'ਚੋਂ ਉੱਠ ਜਾਓ ਤੇ ਹਮੇਸ਼ਾ ਉਸ ਮਜਲਿਸ 'ਚੋਂ ਮੈਂ ਬਾਰ-ਬਾਰ ਅਰਜ਼ ਕਰਨਾ ਕਿ ਸਾਨੂੰ ਉੱਠ ਜਾਣਾ ਚਾਹੀਦਾ ਔਰ ਇਸ ਚੀਜ਼ 'ਚ ਕਿਸੇ ਕਿਸਮ ਦਾ ਕਿਸੇ ਨੂੰ ਨਹੀਂ ਖਿਆਲ ਆਉਣਾ ਚਾਹੀਦਾ ਕਿ ਜੀ ਅਗਰ ਕਿਸੇ ਦੇ ਕਹਿਣ ਦੇ ਨਾਲ ਅਸੀਂ ਐਡੇ ਕੱਚੇ ਕੰਨਾਂ ਦੇ ਹੁੰਦੇ ਤੇ ਅਸੀਂ ਜਮਾਤੇ ਅਹਿਮਦੀਆ ਨੂੰ ਕਬੂਲ ਕਰਦੇ। ਇਹਨਾਂ ਲੋਕਾਂ ਨੂੰ ਹੀ ਹੁੰਦੇ। ਅਲਹਮਦੁਲਿल्लाह ਸਾਨੂੰ ਸੋਚਣਾ ਸਮਝਣਾ ਔਰ ਗੌਰ ਫਿਕਰ ਕਰਨਾ ਆਉਂਦਾ ਕਿ ਕੌਣ ਕੀ ਸ਼ੈਤਾਨੀ ਕਰ ਰਿਹਾ ਔਰ ਮੇਨ ਜਿਹੜੀ ਅੱਗੇ ਮੈਂ ਆਪਣੇ ਦੋਸਤਾਂ ਨਾਲ ਵੀ ਤੁਹਾਨੂੰ ਵੀ ਸਾਰਿਆਂ ਨੂੰ ਆਜ਼ਾਨਾ ਤੌਰ ਤੇ ਦਰਖਾਸਤ ਹੀ ਕਰਾਂਗਾ ਕਿ ਅਗਰ ਤੁਹਾਨੂੰ ਲੱਗਦਾ ਕਿ ਕੋਈ ਸ਼ਖਸ ਜਵਾਤੀ ਰਵਾਇਤ ਦੇ ਮੁਤਾਬਿਕ ਕੰਮ ਨਹੀਂ ਕਰ ਰਿਹਾ ਤੇ ਬਿਹਤਰੀਨ ਮੁਕਾਮ ਉਹਨੂੰ ਰਿਪੋਰਟ ਕਰਨ ਦਾ ਖਲੀਫਾ ਵਕਤ ਹੈ, ਨਿਜ਼ਾਮੇ ਜਮਾਤ ਹੈ, ਉਹਨਾਂ ਤੱਕ ਗੱਲ ਨੂੰ ਪਹੁੰਚਾਓ। ਇਹਨਾਂ ਫਰਾਡ ਦੇ ਉੱਤੇ ਅਸੀਂ ਇਹਨਾਂ ਲੋਕਾਂ ਨੂੰ ਡਿਸਕਸ ਕਰਨਾ ਯਕੀਨੀ ਤੌਰ ਤੇ ਬੰਦ ਕਰ ਦਈਏ ਜਿਹੜਾ ਗਲਤ ਤਰੀਕਾ ਜਾਂ ਗਲਤ ਸਟ੍ਰੈਟਜੀ ਅਡਾਪਟ ਕਰਦਾ। ਪਰ ਉਸ ਤੋਂ ਬਾਅਦ ਅਗਰ ਕੋਈ ਖਲੀਫਾ ਵਕਤ ਦੀ ਨਹੀਂ ਸੁਣਦਾ ਔਰ ਬਾਰ-ਬਾਰ ਉਹਨਾਂ ਦੇ ਕਿਹਾ ਨਹੀਂ ਸੁਣਦਾ ਤੇ ਬਾਕੀਆਂ ਨੂੰ ਸਮਝ ਜਾਣਾ ਚਾਹੀਦਾ ਕਿ ਇਹਦੇ ਦਿਲ 'ਚ ਜਮਾਤੇ ਅਹਿਮਦੀਆ ਦੀ ਕਿੰਨੀ ਕੁ ਮੁਹੱਬਤ ਔਰ ਮੁਖਾਲਫਾਂ ਨੂੰ ਵੀ ਪਤਾ ਹੈ। ਉਹਨਾਂ ਨੂੰ ਸਾਡੇ ਨਾਲੋਂ ਹੁਣ ਜ਼ਿਆਦਾ ਸਾਡੇ ਕਹਿਣ ਦੇ ਬਾਵਜੂਦ ਅਸੀਂ ਇੰਨਾ ਕੁ ਉਹਨਾਂ ਨੂੰ ਕਹਿ ਦਿੱਤਾ ਹੈ ਕਿ 9 ਦੇ 9 ਕਿ ਜਮਾਤੇ ਅਹਿਮਦੀਆ ਦੀ ਤਾਲੀਮ ਕੀ ਹੈ।
ਔਰ ਉਹ ਵੀ ਜਾਣਦੇ ਨੇ ਕਿ ਇਹ ਅਗਰ ਇਹਨਾਂ 'ਚ ਕੋਈ ਬੰਦਾ ਗਲਤ ਜ਼ੁਬਾਨ ਇਸਤੇਮਾਲ ਕਰਦਾ ਤਾਂ ਬਾਕੀ ਸਾਰੇ ਐਮਜੀਓ ਉਹਨੂੰ ਕੰਡੈਮ ਕਰਦੇ ਨੇ। ਈਵਨ ਦੋ ਫਤਿਹ ਇਸਲਾਮੀ ਜਿਹੜੀ ਰਾਜਾ ਸਾਹਿਬ ਨੇ ਗੱਲ ਕੀਤੀ ਹੈ ਕਿ ਸਗਾ ਬਾਪ, ਮੈਂ ਵੀ ਅਗਰ ਗੱਲ ਗਲਤ ਕਰਾਂਗਾ ਤਾਂ ਆਬਵੀਅਸਲੀ ਤੁਸੀਂ ਸਾਰੇ ਕੰਡੈਮ ਕਰੋ, ਔਰ ਮੈਂ ਖੁਸ਼ ਹੋਵਾਂਗਾ ਉਸ ਗੱਲ ਤੇ ਕਿ ਅਗਰ ਮੇਰੇ ਮੂੰਹੋਂ ਕੋਈ ਗਲਤ ਜੁਮਲਾ ਨਿਕਲੇ ਤੇ ਸਾਰੇ ਦੇ ਸਾਰੇ ਭਰਾ ਮੈਨੂੰ ਦੱਸੋ ਕਿ ਇਹ ਗਲਤ ਗੱਲ ਹੋਈ ਹੈ, ਇਹ ਗੱਲ ਇੰਝ ਨਹੀਂ ਸੀ ਹੋਣੀ ਚਾਹੀਦੀ। ਤੇ ਜਿਹਨੂੰ ਦੱਸਿਆ ਵੀ ਜਾਏ ਉਹਨੂੰ ਵੀ ਚਾਹੀਦਾ ਉਹ ਅੱਲਾ ਦੇ ਹਜ਼ੂਰ ਮਜ਼ੀਦ ਆਜੀ ਔਰ ਇਨਕਿਸਾਰੀ ਦੇ ਨਾਲ ਤੌਬਾ ਇਸਤਗਫਾਰ ਕਰੇ, ਔਰ ਉਹਦੇ ਮੂੰਹ ਚੋਂ ਅਗਰ ਕੋਈ ਗਲਤ ਜੁਮਲਾ ਨਿਕਲਿਆ ਤਾਂ ਉਹਦੇ ਤੇ ਤੌਬਾ ਇਸਤਗਫਾਰ ਕਰਦੇ ਹੋਏ ਆਇੰਦਾ ਉਹਦੇ ਤੋਂ ਇਜਤਨਾਬ ਕਰਨ ਦੀ ਪੂਰੀ ਕੋਸ਼ਿਸ਼ ਕਰੇ। ਬਾਕੀ ਸ਼ੈਤਾਨ ਨੂੰ ਤੇ ਰਮਜ਼ਾਨ 'ਚ ਬੰਦ ਕਰ ਦਿੱਤਾ ਜਾਂਦਾ ਹੈ, ਸ਼ੈਤਾਨ ਦੇ ਵੀ ਲੱਗਦਾ ਬਾਪ ਹੈਗੇ, ਇਹਨਾਂ ਨੂੰ ਕੋਈ ਵੱਖਰੀ ਐਗਜ਼ੈਂਪਸ਼ਨ ਮਿਲਦੀ ਹੋਈ ਤੇ ਇਹਨਾਂ ਲੋਕਾਂ ਦਾ ਅੱਲਾ ਹੀ ਹਾਫਿਜ਼ ਹੈ। ਸੋ ਇਹਨਾਂ ਲੋਕਾਂ ਦੀਆਂ ਗੱਲਾਂ ਤੋਂ ਨਹੀਂ ਡਰਨਾ, ਆਪਣਾ ਕੰਮ ਅੱਛੇ ਤਰੀਕੇ ਦੇ ਨਾਲ ਕਰਦੇ ਜਾਓ ਜਿਸ ਤਰ੍ਹਾਂ ਅੱਜ ਕੱਲ੍ਹ ਸ਼ੁਰੂ ਕੀਤਾ ਹੈ। ਔਰ ਜਜ਼ਾਕ ਅੱਲਾ ਉਹਨਾਂ ਸਾਰੇ ਦੋਸਤਾਂ ਦਾ ਜਿਹੜੇ ਸਪੋਰਟ ਕਰ ਰਹੇ ਨੇ, ਇਹਨਾਂ ਚੀਜ਼ਾਂ ਨੂੰ ਰੀਪੋਸਟ ਕਰ ਰਹੇ ਨੇ, ਜਿਹੜੇ ਅਸੀਂ ਇਹਨਾਂ ਦੇ ਦਲਾਇਲ ਦੇ ਮੈਦਾਨ 'ਚ ਇਹਨਾਂ ਦੇ ਨਾਲ ਅੱਜ ਕੱਲ੍ਹ, ਕਿਉਂਕਿ ਜਦੋਂ ਇਹ ਦਲੀਲ ਦੀ ਦੁਨੀਆ 'ਚ ਮਾਰ ਖਾਂਦੇ ਨੇ ਹਮੇਸ਼ਾ ਇਹਨਾਂ ਦਾ ਕ੍ਰਿਟਿਸਿਜ਼ਮ ਇਹੀ ਹੁੰਦਾ ਹੈ ਕਿ ਹਜ਼ਰਤ ਮਸੀਹ ਮੌਊਦ ਅਲੈਹਿ ਸਲਾਮ ਦੀ ਜ਼ਾਤ ਤੇ ਤਬਰਆਬਾਜ਼ੀ ਕਰੋ ਤਾਂ ਕਿ ਜਵਾਬਨ ਅਸੀਂ ਕੋਈ ਇਲਜ਼ਾਮੀ ਜਵਾਬ ਵੀ ਦਈਏ ਤੇ ਉਹਨੂੰ ਵੀ ਗੁਸਤਾਖੀ ਦਾ ਰੰਗ ਦੇ ਦਿੱਤਾ ਜਾਏ। ਔਰ ਬਾਜ਼ ਐਸੇ ਲੋਕ ਹੈਗੇ ਨੇ ਜਿਨ੍ਹਾਂ ਦੇ ਕੋਲੋਂ ਉਹ ਮਿਸ ਹੈਂਡਲਿੰਗ ਹੋਈ ਹੈ, ਅੱਲਾਹ ਤਾਲਾ ਉਹਨਾਂ ਦੀ ਹਦਾਇਤ ਤੇ ਔਰ ਉਹਨਾਂ ਨੂੰ ਉਹ ਚੀਜ਼ ਤੋਂ ਕਰਨ ਦੀ ਔਰ ਤੌਬਾ ਕਰਨ ਦੀ ਤੌਫੀਕ ਦੇ। ਇਸ ਚੀਜ਼ ਤੇ ਸਾਨੂੰ ਰਹਿਣਾ ਚਾਹੀਦਾ। ਜਜ਼ਾਕ ਅੱਲਾ। ਤੇ ਬਸ ਅਸੀਂ ਹੁਣ ਇਜਾਜ਼ਤ ਲੈਣੀ ਹੈ। ਇੱਥੇ ਦੇਖੋ ਇਹ ਜਿਹੜੇ ਤੁਸੀਂ ਦੋਸਤ ਬੈਠੇ ਹੋ ਨਾ, ਇਹ ਮੈਂ ਦਿਲ ਦੀ ਗੱਲ ਕਰ ਰਹੀ ਕਿ ਕੋਈ ਇਹ ਨਹੀਂ ਹੈ ਕਿ ਪਬਲਿਕਲੀ ਇਹ ਲੋਕਾਂ ਦੀ, ਇਹ ਮੁਬਸ਼ਰ ਹੈ माशाल्लाह, अच्छी गुफ्तगू करने वाले अल्लाह ने आवाज भी बड़ी अच्छी दी है। राणा साहब ने इन्हां दी मॉनिटरिंग बड़ी अच्छी है और जो गल करते हैं रेफरेंसेस ओहदे च दे सकते हैं। इरफान अल्लाह ने इन्नी अच्छी आवाज दी है, ओहदा एक लाइट नोट ते जो किसी गल ते तौबा तौबा देखो ना, एक चीज दी सिग्नेचर नेट हुंदा ते इस तरह इम्तियाज भाई एक प्रॉपर मनाजर ने, डिबेटर ने। सैफी जो अगर सही गल करता है ਤੇ ਇਲਮੀ ਤੌਰ ਤੇ ਸੈਫੀ ਗੁਫ਼ਤਗੂ ਕਰ ਲੈਂਦਾ। ਬਾਕੀ ਐਕਸ ਭਾਈ ਦੇ ਸਾਡੇ ਜਮਾਤ ਮੁਸਲਮਾਨ ਨੇ, ਉਮਰ ਭਾਈ ਬੈਠੇ ਨੇ, ਮੀਰ ਸਾਹਿਬ ਇੱਥੇ ਤੁਹਾਡੇ ਕੋਲ ਬੈਠੇ ਨੇ, ਉਹ ਮਤਲਬ ਬਜ਼ੁਰਗ ਨੇ, ਸਾਹਿਬ ਇਲਮ ਨੇ ਔਰ ਸਾਹਿਬ ਬਸੀਰਤ ਨੇ, ਔਰ ਉਹਨਾਂ ਦੀ ਰਹਿਨੁਮਾਈ ਚ ਤੁਸੀਂ ਇੱਥੇ ਗੱਲ ਇਲਮੀ ਗੁਫ਼ਤਗੂ ਕਰੋ। ਇਹੋ ਜਿਹੀਆਂ ਗੱਲਾਂ ਨੂੰ ਨਜ਼ਰ ਅੰਦਰ, ਤੁਸੀਂ ਸਾਰੇ ਇੱਕ ਗੁਲਦਸਤਾ ਹੋ ਔਰ ਉਹ ਗੁਲਦਸਤੇ ਚ ਖੁਸ਼ ਉਹ ਗੰਦੇ ਗੁਲਦਸਤੇ ਨੇ ਜਿਹੜੇ ਸੁੱਕਦੇ ਨੇ ਬਾਹਰ। ਜੋ ਅੱਲਾ ਨੇ ਤੁਹਾਨੂੰ ਸਲਾਹੀਅਤ ਦਿੱਤੀ ਉਹਨੂੰ ਜਮਾਤ ਦੇ ਹੱਕ ਚ ਇਸਤੇਮਾਲ ਕਰੋ। ਬਾਕੀ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਨੇ ਉਹਦਾ ਸਵਾਏ ਇਹਦੇ ਕੋਈ ਹੱਲ ਨਹੀਂ ਕਿ ਅੱਛੇ ਤਰੀਕੇ ਨਾਲ ਨਸੀਹਤ ਕਰਕੇ ਉਸ ਤੋਂ ਬਾਅਦ ਕਿਨਾਰਾ ਕਸ਼ੀ ਆਪਣੇ ਆਪ ਨੂੰ ਅਲੱਗ ਕਰ ਲਓ। ਕਿਉਂਕਿ ਜਦੋਂ ਤੁਸੀਂ ਉਹਨੂੰ ਕਨਫਰੰਟ ਕਰੀ ਜਾਓਗੇ ਨਾ, ਕਨਫਰੰਟੇਸ਼ਨ ਦਾ ਨਾ ਤੁਹਾਨੂੰ ਕਿਸੇ ਨੂੰ ਹੱਕ ਨਹੀਂ। ਅਸੀਂ ਸਿਰਫ ਇੱਕ ਪਿਆਰ ਨਾਲ ਤਵੱਜੋ ਦਵਾ ਸਕਦੇ। ਬਾਕੀ ਫਿਰ ਉਹਨਾਂ ਨੂੰ ਉਹਨਾਂ ਦੇ ਹਾਲ ਤੇ ਛੱਡ ਦਿਓ, ਜਾਂ ਫਿਰ ਉਹੀ ਜਿਹੜੀ ਅਸੀਂ ਫਤਿਹ ਇਸਲਾਮ ਭਾਈ ਨੇ ਵੀ ਗੱਲ ਕੀਤੀ ਹੈ ਕਿ ਜਿੱਥੇ ਲੱਗਦਾ ਤੁਹਾਨੂੰ ਕਿ ਬਹੁਤ ਜ਼ਿਆਦਾ ਜਜ਼ਬਾਤ ਐਸੇ ਤੁਹਾਡੇ ਪੈਦਾ ਹੋ ਰਹੇ ਨੇ ਕਿ ਜਿੱਥੇ ਐਸੀ ਚੀਜ਼ ਦੀ ਜਿਹੜੀ ਜਮਾਤ ਦੇ ਇੰਟਰਸਟ 'ਚ ਨਹੀਂ ਹੈ, ਉਹ ਮੈਂ ਵੀ ਹਾਂ, ਅਗਰ ਤੁਹਾਨੂੰ ਲੱਗ ਰਿਹਾ ਕਿ ਮੇਰੇ ਕੋਲੋਂ ਹੋ ਰਿਹਾ ਤੇ ਉਹ ਉੱਥੇ ਤੁਸੀਂ ਨਿਜ਼ਾਮ ਦੇ ਨੋਟਿਸ ਚਲਾਓ। ਬਸ ਇਹੀ ਇੱਕ ਸਾਡਾ ਮੇਰਾ ਖਿਆਲ ਤਰੀਕਾ। ਪਰਸਨਲ ਕਨਫਰੰਟੇਸ਼ਨ ਉਹ ਐਕਸ਼ਨ ਨਾਲੋਂ ਇਹ ਜਿਹੜਾ ਰਿਐਕਸ਼ਨ ਹੈ ਜ਼ਿਆਦਾ ਬਾਜ਼ ਦਫਾ ਖਤਰਨਾਕ ਸੂਰਤ। ਉਹਦੇ ਤੁਸੀਂ ਦੇਖ ਲਓ ਨਾ ਨਤੀਜਾ ਇਹਦੇ ਨਾਲ ਕੀ ਹੋਏਗਾ, ਦੂਰੀਆਂ ਹੀ ਪੈਦਾ ਹੁੰਦੀਆਂ ਨੇ, ਕੋਈ ਫਾਇਦਾ ਨਹੀਂ। ਤੇ ਅਸੀਂ ਹੁਣ ਇਜਾਜ਼ਤ ਲੈਣੀ ਤੇ ਤੁਸੀਂ ਪਲੀਜ਼ ਇਹਨੂੰ ਛੱਡੋ ਇਸ ਮੌਜੂ ਨੂੰ। ਮੈਂ ਨਾ ਸਿਰਫ ਇੱਕ ਰਿਕੁਐਸਟ ਕਰਾਂਗਾ, ਮੇਰੇ ਖਿਆਲ ਹੈ ਉਮਰ ਖਾਦਮ ਸਾਹਿਬ ਨੇ ਕੋਈ ਤੁਹਾਡੇ ਨਾਲ ਗੱਲ ਕਰਨੀ ਹੈ ਤੇ 1 ਮਿੰਟ ਸਿਰਫ ਉਹਨਾਂ ਦੀ ਜਰਾ ਸੁਣ ਲਈਏ। ਜੇ ਤੇ ਉਹਨਾਂ ਸਾਡੇ ਨਾਲ ਕਰਨੀ ਹੈ ਥੋੜਾ ਜਿਹਾ ਤਾਰਫ ਕਰਾ ਦਿਓ। ਮੈਨੂੰ ਆਪ ਨਹੀਂ ਪਤਾ, ਮੈਂ ਇਹ ਇਹਨਾਂ ਕੋਲ ਪੁੱਛਣਾ ਚਾਹ ਰਿਹਾ। ਜੀ ਉਮਰ ਸਾਹਿਬ ਸਲਾਮ ਅਲੈਕੁਮ, ਗੱਲ ਕਰੋ। ਤੁਸੀਂ ਪਹਿਲੇ ਵੀ ਆਏ ਸੋ, ਡ੍ਰੌਪ ਹੋ ਗਏ ਸੋ। जी जी प्लीज। वालेकुम सलाम व रहमतुल्लाहि व बरकातुहू। मेरे दोस्तों, मैं उर्दू स्पीकिंग है। जी जी उर्दू स्पीकिंग है। आप अपना थोड़ा सा तारुफ कराएंगे? आप मुसलमान हैं? मुसलमान है। कहाँ के? वजीरिस्तान। माशाल्लाह माशाल्लाह, ठीक है। नहीं तो हम इधर अहमदी बैठे हुए हैं, तो अगर आपने कोई हमारे से इल्मी सवाल करना है तो जरूर आपको इजाजत है। आप अहमदी मुसलमान हैं कि सुन्नी है? सुन्नी मेरे दोस्त। अच्छा चलें, ठीक है फिर। बस ठीक है राजा साहब, अगर आपने बात करनी है तो ठीक है, कंटिन्यू कर लेते हैं। लेकिन अगर आपके पास टाइम नहीं, मैंने असल में वो शायद दूसरे दोस्तों की भी ब्रॉड लगी हुई है, उधर भी जाना पड़ना, तो आप लोग जारी रखें। मीर लतीफ साहब बैठे हैं
ठीक है। इम्तियाज भाई बैठे हैं, आप सब बैठे हैं, तो अल्हम्दुलिल्लाह। साहब मैं विच नमाज पढ़न चल गया, कोई हुक्म मेरे लाज जो जाने होया बस राजा ਸਾਹਿਬ ਮੈਨੂੰ ਤੁਸੀਂ ਆਪਣਾ ਨਾ ਨੁਮਾਇੰਦਾ ਰੱਖ ਲਓ, ਸੈਕਟਰੀ ਰੱਖ ਲਓ, ਮੈਂ ਤੁਹਾਡੇ ਸਾਰੇ ਨੁਮਾਇੰਦਾ ਰੱਖੋ ਰਾਜਾ ਸਾਹਿਬ, ਅਸੀਂ ਸਾਰੇ ਤੁਹਾਨੂੰ ਬਦਨਾਮ ਕਰਾ ਸਾਰੇ ਦੇ। ਆਪਸ ਚ ਭਾਈਆਂ ਇੱਕ ਦੂਸਰੇ ਦੀ ਤਵੱਜੋ ਹੀ ਦਿਵਾਣੀ ਹੈ। ਬਸ ਇਹ ਹੈ ਕਿ ਇਲਮੀ ਰਮਜ਼ਾਨ ਇਲਮੀ ਗੁਫ਼ਤਗੂ ਕਰੋ, ਉਸ ਮੌਜੂਦ ਨੂੰ ਹੁਣ ਦਫਨ ਕਰ ਦਿਓ। ਠੀਕ ਹੈ। ਗੱਲ ਮੈਂ ਕਰਨਾ ਚਾਹੁੰਦਾ ਹਾਂ ਕਿ ਹਰ ਤਰੀਕੇ ਨਾਲ ਅਗਰ ਕਿਤੇ ਵੀ ਕੋਈ ਗਲਤੀ ਹੈ ਉਹਦੇ ਕਾਬਲੇ ਮੁਆਵਜ਼ਾ ਮੈਂ ਬਜ਼ਾਤੇ ਖੁਦ ਜਿੱਥੇ ਮੇਰੀ ਹੋਏ, ਅਗਰ ਮੇਰੇ को कोई चीज पूछनी है दसनी है, मैंने जिथे मर्जी लेना सर करो, मैं ਤੁਹਾਨੂੰ हर गल ਜਿਹੜੀ ਆਇਆ ਸੀ ਜੇਕਰ ਸੱਚ ਹੈ ਉਹੀ ਗੱਲ ਦੱਸਾਂ ਜੀ। इंशाल्लाह कोई नहीं, ਅਸੀਂ इंशाल्लाह ਕਰ ਲਾਂਗੇ। ਹਾਂਜੀ, ਮੈਂ ਆਪਣੇ ਵੱਲੋਂ ਕੋਸ਼ਿਸ਼ 4-5 ਦਿਨ ਤੋਂ ਕਰਨ ਦੇ, ਇੱਥੇ ਬੰਦੇ ਤੁਹਾਨੂੰ ਗਵਾਹ ਵੀ ਦੇ ਦਾਂਗੇ ਜਿਹੜਾ ਨੇ ਵਿੱਚ ਸ਼ਾਮਲ ਹੋ। ਸੀਸੀਡੀ ਰਾਜਾ ਸਾਹਿਬ ਨੇ ਅਗਰ ਇੱਥੇ ਹੁੰਦੇ ਨੇ ਨਾ ਕਿ ਮੈਂ ਬਹੁਤ ਕੋਸ਼ਿਸ਼ ਕੀਤੀ ਤੇ ਆਹ ਪੋਸਟਰ ਹਟਾ ਦੇਣਾ ਫਿਲਹਾਲ। ਮੈਂ ਇਸ ਗੱਲ ਨੂੰ ਰਾਣਾ ਸਾਹਿਬ ਐਡਰੈਸ ਕਰ ਦਿੱਤਾ ਹੈ ਤੇ ਉਹ ਮੈਨੂੰ ਗੱਲ ਕਰਨ ਦੇ ਦਿਓ। ਜਿਹੜਾ ਇੱਕ ਮਕਸਦ ਹੈ, ਰਮਜ਼ਾਨ ਕੱਲ ਵੀ ਅਰਜ਼ ਕੀਤੀ ਸੀ, ਰਮਜ਼ਾਨ ਤੋਂ ਨਿਕਲੇ ਰਮਜ਼ਾਨ, ਉਹਦਾ ਮਤਲਬ ਹੁੰਦਾ ਰੁਕ ਜਾਣਾ। ਤੇ ਜਿੱਥੇ ਅਸੀਂ ਜਾਇਜ਼ ਖਾਣੇ ਪੀਣੇ ਤੋਂ ਔਰ ਮਾਮਲਾਤ ਤੋਂ ਰੁਕ ਜਾਈਦਾ ਅੱਲਾ ਦੇ ਖੁਸ਼ਨੁਦੀ ਲਈ, ਅੱਲਾ ਦੇ ਹੁਕਮ ਤੇ ਇਹ ਤਾਂ ਗੱਲਾਂ ਵੈਸੇ ਹੀ ਐਸੀਆਂ ਨੇ ਆਪਸ ਦੇ ਵਿੱਚ, ਜੋ ਵੀ ਕਿਸੇ ਦੀ ਗਲਤੀ ਜ਼ਾਹਿਰ ਘੱਟ ਹੁੰਦੀ ਹੈ, ਕਿਸੇ ਦੀ ਜ਼ਿਆਦਾ ਹੁੰਦੀ ਹੈ, ਹਰ ਬੰਦਾ ਇਹ ਸਮਝਦਾ ਕਿ ਮੈਂ ਦਰੁਸਤ ਹਾਂ, ਤੇ ਉਹ ਨਹੀਂ ਹੁੰਦਾ ਮਸਲਾ। ਲੇਕਿਨ ਉਹਦੇ ਤੋਂ ਰੁਕ ਜਾਣਾ ਜਿਹੜਾ ਨਾ ਰਮਜ਼ਾਨ 'ਚ, ਇਹ ਕਮ ਸੇ ਕਮ ਸਿੱਖ ਲਈਏ ਕਿ ਸਾਡਾ ਇਸ਼ਤਿਹਾਰ ਜਜ਼ਬਾਤ ਆਏ ਨੇ, ਅਸੀਂ ਆਪਣਾ ਸਾਡਾ ਮੌਕਫ ਵੀ ਸਹੀ ਹੈ, ਅਸੀਂ ਉਹਨੂੰ ਸ਼ੱਦੋ ਮਦ ਨਾਲ ਬਿਆਨ ਕਰਨਾ ਚਾਹ ਰਹੇ ਹਾਂ, ਲੇਕਿਨ ਇੱਕ ਲਾਰਜਰ ਇੰਟਰਸਟ ਦੇ ਵਿੱਚ ਸਬਰ ਕਰ ਲੈਣਾ, ਰੁਕ ਜਾਣਾ, ਬਾਜ਼ ਦਫਾ ਇਹਦੇ 'ਚ ਹੀ ਹਿਕਮਤ ਹੁੰਦੀ ਹੈ। ਜੀ ਜੀ ਠੀਕ ਹੈ ਵਾਲੇਕੁਮ ਸਲਾਮ ਭਾਈ ਜੀ। ਮੈਂ ਕਿਹਾ ਰਾਜਾ ਸਾਹਿਬ ਆ ਰਹੇ ਨੇ ਤੇ ਜ਼ਰਾ ਅਸੀਂ ਵੀ ਆ ਜਾਈਏ, ਕੀ ਖਿਆਲ ਹੈ? ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਕਿਉਂਕਿ ਉੱਥੇ ਜਿੱਥੇ ਇਹਨਾਂ ਨੇ ਏਡੀ ਤਕਰੀਰ ਕੀਤੀ ਹੈ, ਮੈਂ ਥੱਲੇ ਇੱਕ ਜੱਟ ਭਾਈ ਤੁਹਾਡਾ ਮਿਊਟ ਬੰਦ ਕਰੋ, ਤੁਹਾਡੇ ਨਾ ਹੁੰਦੀ ਆ ਆਵਾਜ਼ ਡਬਲ ਹੁੰਦੀ ਹੈ। ਮੈਂ ਨਾ ਕਰੋ ਬਾਬਾ ਜੀ ਰਾਜਾ ਸਾਹਿਬ ਏਡੀ ਤਾਰੀਫਾਂ ਕਰਨ ਡਏ ਉੱਥੇ ਬੰਦਿਆਂ ਦੀਆਂ, ਮੈਂ ਸਿਰਫ ਬਾਬਾ ਜੀ ਥੱਲੇ ਠਹਿਰ ਜਾਓ ਚਲੋ ਆ ਜਾਂਦੇ ਨੇ, ਫੇਰ ਗੱਲ ਕਰਨੇ ਨਾ। ਜਿਹੜੇ ਸੀਨੀਅਰ ਲੋਕ ਨੇ, ਜਿਹੜੇ ਇਸ ਚੀਜ਼ ਨੂੰ ਸਮਝਦੇ ਨੇ ਆਪਣੇ ਔਰ ਗੈਰ ਵੀ, ਉਹਨਾਂ ਦੀ ਨਜ਼ਰ 'ਚ ਵੀ ਤੁਹਾਡੀ ਅੱਲਾ ਨੇ ਇੱਜ਼ਤ ਵਧਾਈ। ਠੀਕ ਹੈ, ਅੰਬੀਆ ਅਲੈਹਿਸਲਾਮ ਸਾਡੇ ਲਈ ਨਮੂਨਾ ਹੁੰਦੇ ਨੇ, ਤੇ ਦੇਖੋ ਜਿਹੜੇ ਫਿਰ ਉਹਨਾਂ ਤੇ ਵੀ ਜੋ ਗੱਲਾਂ ਉਹਨਾਂ ਨੂੰ ਕੀਤੀਆਂ ਜਾਂਦੀਆਂ ਨੇ ਉਹ ਤੁਹਾਡੇ ਸਾਹਮਣੇ ਹੀ ਨੇ। ਅਸੀਂ ਤੇ ਉਹਨਾਂ ਦੇ ਕਦਮਾਂ ਦੀ ਖਾਕ ਵੀ ਨਹੀਂ ਨਾ। ਅਗਰ ਕੋਈ ਅੱਛਾ ਕੰਮ ਕਰਨ ਦੇ ਵਿੱਚ अस्सलाम वालेकुम रहमतुल्लाह बरकातहू। वालेकुम सलाम बिल्डर साहब की हाल ठीक ठाक हो? मोशन साहब सब ठीक ठाक हो? ਤੇ ਅਹਿਮਦ ਭਾਈ ਉਹਦੇ ਕੋਲੋਂ ਨਾ ਸਭ ਤੋਂ ਪਹਿਲਾਂ ਰਾਜਾ ਸਾਹਿਬ ਨੂੰ ਕਹਿਣਾ ਕਿ ਜਿੱਥੋਂ ਆਣ ਕੇ ਕੰਮ ਸ਼ੁਰੂ ਹੋਇਆ ਨਾ ਉਹ ਆਡੀਓ ਚਲਾਓ। ਅੱਲਾ ਦੀ ਖਾਤਰ ਕੰਮ ਕੀਤਾ ਹੋਈਦਾ ਨਾ, ਉਹਦੀ ਜਜ਼ਾ ਅੱਲਾਹ ਤਾਲਾ ਦੇਣੇ ਵਾਲਾ, ਉਹ ਵੀ ਤੁਹਾਡੇ ਲਈ ਮੁਕਮਿਨ ਕਰਦਾ। ਸਾਹਿਬ ਇਸ ਗੱਲ ਦਾ ਇੱਕ ਸਿੰਗਲ ਵਾਰੀ ਵੀ ਜਵਾਬ ਦੇ ਦਿੱਤਾ। ਕਿਸੇ ਨੇ ਕਿਹਾ ਨਾ ਕਿ ਉਹਨਾਂ ਦੇ ਪੈਦਾ ਜਾ ਕੇ ਚੁੱਕੀਆਂ ਕੱਟੀਆਂ ਤੁਸੀਂ ਗੱਲ ਕਰਨੀ ਹੈ ਤੇ ਤੁਸੀਂ ਲਾਜ਼ਮੀ 112 ਦਾ ਦੱਸਣਾ ਕਿ ਸਭ ਤੋਂ ਵੱਡਾ ਸ਼ੈਤਾਨ ਹੈ। ਕੱਟ ਲਾਂਗੇ, ਕੋਈ ਗੱਲ। ਬਿਲਕੁਲ ਮੈਂ ਗਵਾਹ ਹਾਂ ਇਸ ਚੀਜ਼ ਦਾ, ਕਿਉਂਕਿ ਮੈਂ ਜ਼ਾਤੀ ਤੌਰ ਤੇ ਇਹਦੇ ਚ ਇਨਵੋਲਵ ਸੀ ਕਿ ਤੁਸੀਂ ਉਹ ਕੰਮ ਭਾਈਆਂ ਨੇ ਆਪਣੀ ਜ਼ਾਤ ਨੂੰ ਛੱਡ ਕੇ ਖੁਦਾ ਦੀ ਰਜ਼ਾ ਦੀ ਖਾਤਰ ਔਰ ਜਮਾਤ ਦੇ ਇੰਟਰਸਟ 'ਚ ਕੀਤਾ ਸੀ। ਅੱਲਾਹ ਤਾਲਾ ਤੁਹਾਨੂੰ ਉਹਦੀ ਬਹੁਤ ਜਜ਼ਾ ਦੇ। आमीन आमीन, बस ठीक हो गया। ਮੈਂ ਹੁਣ ਮਿਊਟ ਕਰਨਾ ਇਧਰੋਂ।